ਗੁਰੂ ਰੂਪ ਪਿਆਰੇ ਸਾਧ ਸੰਗਤ ਜੇ ਪ੍ਰੇਮ ਨਾਲ ਸਜ ਜਾਓ। ਅੰਮ੍ਰਿਤਮਏ ਗੁਰਬਾਣੀ ਦੇ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਾਚੁ ਜੁਗਾਦਿ ਸਾਚੁ ਹੈ ਵੀ ਸਾਚੁ ਨਾਨਕ ਹੋਸੀ ਵੀ ਸਾਚੁ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੀ ਸਾਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤਵੈ ਸਰਬ ਨਾਮ ਕਥ ਕਵਨ ਕਰਮ ਨਾਮ ਬਰਨਤ ਸੁਮਤ ਸ਼ਤਰ ਧਾਰੀ ਛਤਰੀ ਪਤ ਸ਼ੈਲ ਰੂਪ ਸ਼ੇਤਨਾਥ ਛਾਉਣੀ ਕਰ ਛਾਇਆ ਬਰ ਛਤਰੀ ਪਤ ਗਾਈਆ ਵਿਸਨਾਥ ਵਿਸੁੰਪਰ ਵੇਦਨਾਥ ਬਾਲਾ ਕਰ ਬਾਜੀਗਰ ਬਾਨ ਧਾਰੀ ਬੰਧਨ ਬਤਾਈਆ ਨਿਉਲੀ ਕਰਮ ਦੂਦਾ ਧਾਰੀ ਵਿਦਿਆ ਧਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੂੰ ਨਾ ਪਾਈਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ ਤੁਮ ਹੋ ਸਭ ਰਾਜਨ ਕੇ ਰਾਜਾ ਆਪੀ ਆਪ ਗਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰਹੁ ਮੁਹੇ ਹਾਰ ਪਰਾ ਮੈਂ ਆਨ ਦੁਆਰ ਤੋਹੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ
ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰ ਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਬੇਸੁਮਾਰ ਅਥਾਹ ਅਗਨਤ ਅਤੁਲਾ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲਾ। ਕਹਾ ਬੁੱਧ ਪ੍ਰਭ ਤੋਸ਼ ਹਮਾਰੀ। ਬਰਨ ਸਕਾ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਅਗੰਮ ਰੂਪ ਕਾ ਮਨ ਮਹਿ ਥਾਨਾ। ਗੁਰ ਪ੍ਰਸਾਦ ਕਿਨੈ ਵਿਰਲੇ ਜਾਨਾ। ਅਗਮ ਰੂਪ ਕਾ ਮਨ ਮਹਿ ਥਾਨਾ। ਗੁਰ ਪ੍ਰਸਾਦ ਕਿਨੈ ਵਿਰਲੇ ਜਾਨਾ। ਸਹਿਜ ਕਥਾ ਕੇ ਅੰਮ੍ਰਿਤ ਕੁੰਟਾ। ਜਿਸ ਹੈ ਪਰਾਪਤ ਤਿਸ ਲੈ ਪੁੰਚਾ। ਰਹਾਉ ਅਨਹਤ ਬਾਣੀ ਥਾਨ ਨਿਰਾਲਾ। ਤਾਂ ਕੀ ਧੁਨ ਮੋਹੇ ਗੋਪਾਲਾ। ਤਹ ਸਹਿਜ ਅਖਾਰੇ ਅਨੇਕ ਅਨੰਤਾ। ਪਾਰ ਬ੍ਰਹਮ ਕੇ ਸੰਗੀ ਸੰਤਾ। ਹਰਖ ਅਨੰਤ ਸੋਗ ਨਹੀਂ ਬੀਆ। ਸੋ ਘਰ ਗੁਰ ਨਾਨਕ ਕਉ ਦੀਆ। ਹਰਖ ਅਨੰਤ ਸੋਗ ਨਹੀਂ ਬੀਆ। ਸੋ ਘਰ ਗੁਰ ਨਾਨਕ ਕਉ ਦੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਨੀਲੇ ਦੇ ਸ਼ਾਹ ਅਸਵਾਰ, ਕਲਗੀਧਰ ਦਸ਼ਮੇਸ਼ ਪਿਤਾ, ਚੋਜੀ ਪ੍ਰੀਤਮ, ਅੰਮ੍ਰਿਤ ਕੇ ਦਾਤੇ, ਪੰਥ ਕੇ ਵਾਲੀ, ਸ਼ਮਸ਼ੇਰ ਬਹਾਦਰ, ਸਰਬੰਸ ਦਾਨੀ, ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਸਤਜੁਗੀ ਤਪ ਸਥਾਨ ਸੱਚਖੰਡ ਦਰਬਾਰ ਤਖਤ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦਸਾਂ ਹੀ ਪਾਤਸ਼ਾਹੀਆਂ ਜੀ ਦੀ ਪਾਵਨ ਹਾਜ਼ਰ ਨਾਜ਼ਰ ਪ੍ਰਤੱਖ ਜਗਤੀ ਜੋਤ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ
ਸਰਬ ਕਲਾ ਭਰਪੂਰ ਪ੍ਰਗਟ ਗੁਰਾਂ ਕੀ ਦੇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਕ ਮੁਕੱਦਸ ਹਜ਼ੂਰੀ ਦੇ ਅੰਦਰ ਸੱਜ ਕਰਕੇ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਦੇਸ਼ ਵਿਦੇਸ਼ ਪ੍ਰਦੇਸ਼ ਦੇ ਵਿੱਚ ਬੈਠੀਆਂ ਜਿਤਨੀਆਂ ਵੀ ਗੁਰਸਿੱਖ ਮਾਈ ਭਾਈ ਗੁਰ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਵਿਖੇ ਹਾਜ਼ਰੀਆਂ ਭਰ ਰਹੇ ਨੇ। ਗਰੀਬ ਨਿਵਾਜ ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ ਇਹ ਸਭਨਾਂ ਦੇ ਉੱਪਰ ਸਤ ਸੰਗਤ ਦੀਆਂ ਘੜੀਆਂ ਸਭਨਾਂ ਨੂੰ ਬਖਸ਼ਿਸ਼ ਕਰਨਾ ਕੀਤੀਆਂ ਨੇ। ਸਭਨਾਂ ਹੀ ਵਡਭਾਗੀ ਜਨਾਂ ਨੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਪਹਿਲਾ ਪ੍ਰਕਾਸ਼ ਪੁਰਬ ਜਾਣਦਿਆਂ ਹੋਇਆਂ ਸਤਿਗੁਰੂ ਜੀ ਦੇ ਮੁਕੱਦਸ ਚਰਨਾਂ ਵਿਖੇ ਆਪਣੀਆਂ ਹਾਜ਼ਰੀਆਂ ਲਗਵਾ ਕਰਕੇ ਵਡਭਾਗੇ ਬਣਨੇ ਦਾ ਯਤਨ ਕੀਤਾ ਹੈ। ਸਾਧ ਸੰਗਤ ਜੀ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਪੰਜਵੇਂ ਪਾਤਸ਼ਾਹ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਦਿਨ, ਅੱਜ ਤੋਂ 416 ਸਾਲ ਪਹਿਲਾਂ ਭਾਦਰੋਂ ਸੁਦੀ ਏਕਮ ਸੰਮਤ ਬਿਕਰਮੀ 1661 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਸੀ। ਤੇ ਸਾਧ ਸੰਗਤ ਜੀ, ਹੁਣ ਸੰਮਤ ਬਿਕਰਮੀ 2077 ਹੈ। ਅੱਜ 416 ਸਾਲ ਮੁਕੰਮਲ ਹੋ ਗਏ ਨੇ, ਕੰਪਲੀਟ ਹੋ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਅੱਜ ਪਹਿਲਾ ਪ੍ਰਕਾਸ਼ ਪੁਰਬ ਹੈ। ਸਭ ਤੋਂ ਪਹਿਲਾਂ ਦਾਸ ਵੱਲੋਂ ਸਮੂਹ ਸਿੱਖ ਸੰਗਤ ਨੂੰ, ਦੇਸਾਂ ਪ੍ਰਦੇਸਾਂ ਵਿੱਚ ਵਸਦੇ ਸਮੁੱਚੇ ਖਾਲਸਾ ਪੰਥ ਤੇ ਸਰਬਤ ਲੋਕਾਈ ਸਰਬ ਸ੍ਰਿਸ਼ਟੀ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਬੇਅੰਤ 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 ਵਧਾਈ ਹੋਵੇ। ਸਾਧ ਸੰਗਤ ਜੀ, ਪਿਛਲੇ ਦਿਨਾਂ 'ਚੋਂ ਜੋ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਨਾਲ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਪੂਰਨਤਾ ਦਾ ਜੋ ਇਤਿਹਾਸ ਹੈ ਆਪ ਸੰਗਤਾਂ ਦੇ ਨਜ਼ਰ ਕੀਤਾ ਜਾ ਰਿਹਾ ਸੀ। ਤੇ ਕੱਲ ਦੇ ਦੀਵਾਨ ਵਿੱਚ ਸ਼ਰਵਣ ਕੀਤਾ ਸੀ ਸੱਤੇ ਬਲਵੰਡੇ ਦੀ ਵਾਰ ਦਾ ਸਤਿਗੁਰਾਂ ਜੀ ਦੇ ਵੱਲੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੰਦਰ ਸੁਭਾਏਮਾਨ ਕਰਨਾ। ਇਸੇ ਪ੍ਰਕਾਰ ਲੱਧਾ ਪਰ ਉਪਕਾਰੀ ਜਦਾ ਪ੍ਰਸੰਗ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਧੀਰਜ ਧਾਰੀ ਪਰ ਉਪਕਾਰੀ ਭਗਤ ਜਨਾਂ ਦੀ ਬਾਣੀ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਸਥਾਨ ਬਖਸ਼ਿਆ। ਊਚ ਨੀਚ, ਜਾਤ ਪਾਤ, ਭਰਮ ਭੇਦ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਮੇਟ ਕਰਕੇ ਸਭਨਾਂ ਨੂੰ ਇੱਕ ਸੂਤਰ ਬ੍ਰਹਮ ਸੂਤਰ ਦੇ ਅੰਦਰ ਪਰੋਇਆ ਹੈ, ਜਿਤਨੇ ਬ੍ਰਹਮ ਗਿਆਨੀ ਮਹਾਂਪੁਰਖ ਮਹਾਤਮਾ ਨੇ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚੋਂ ਜਾਤ ਪਾਤ ਦੇ ਕੋੜ ਨੂੰ ਸਦਾ ਸਦਾ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਰਕਾਰ ਕਰਕੇ ਝਾੜ ਕਰਕੇ ਕੱਢ ਦਿੱਤਾ ਹੈ। ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੈ ਨਾ ਦਿਸਹਿ ਬਾਹਰਾ ਜੀਓ। ਕੇਵਲ ਤਾਂ ਕੇਵਲ ਇੱਥੇ ਸਾਧ ਸੰਗਤ ਜੀ ਪ੍ਰੇਮ ਪਰਖਿਆ ਗਿਆ ਹੈ। ਪ੍ਰੇਮ ਦੀ ਹੀ ਇੱਥੇ ਪਰਖ ਹੈ, ਪ੍ਰੇਮ ਦਾ ਹੀ ਰਿਸ਼ਤਾ ਹੈ। ਇੱਥੇ ਕਿਸੇ ਪ੍ਰਕਾਰ ਦਾ ਹੋਰ ਹੰਕਾਰ ਦਾ ਜਾਂ ਕਿਸੇ ਪ੍ਰਕਾਰ ਦੁਨਿਆਵੀ ਧੌਂਸ ਦਾ ਰਿਸ਼ਤਾ ਇੱਥੇ ਨਹੀਂ ਨਿਭਦਾ ਹੈ, ਨਹੀਂ ਚੱਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਡੀ ਭਾਰੀ ਮੁਸ਼ੱਕਤ ਕਰਕੇ ਵੱਡਿਆਂ ਸਤਿਗੁਰਾਂ ਜੀ ਦੀ ਗੁਰਬਾਣੀ ਨੂੰ ਇਕੱਤਰ ਕਰਕੇ ਭਗਤ ਜਨ ਵੀ ਪ੍ਰਗਟ ਹੋ ਕੇ ਗੁਰਬਾਣੀ ਲਿਖਾਉਂਦੇ ਨੇ। ਕਾਨਾ, ਪੀਲੋ, ਸ਼ਾਹ ਹੁਸੈਨ ਇਤਿਆਦਿਕ ਜਿਹੜੇ ਲਾਹੌਰ ਤੋਂ ਚੱਲ ਕਰਕੇ ਆਏ ਨੇ, ਉਹਨਾਂ ਦੀ ਬਾਣੀ ਗੁਰਮਤ ਅਨੁਸਾਰ ਅਨੁਕੂਲ ਨਹੀਂ। ਸਤਿਗੁਰੂ ਜੀ ਨੇ ਤਿੰਨਾਂ ਦੀ ਗੁਰਬਾਣੀ ਨੂੰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਦੇ ਅੰਦਰ ਸਥਾਨ ਨਹੀਂ ਦਿੱਤਾ ਹੈ। ਤੇ ਸਾਧ ਸੰਗਤ ਜੀ, ਇਸੇ ਪ੍ਰਕਾਰ ਭੱਟ ਜਨ ਪੂਰੇ ਸਤਿਗੁਰੂ ਜੀ ਦੀ ਭਾਲ ਕਰਦਿਆਂ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਪੁੱਜੇ ਨੇ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਅਤੇ ਹੋਰ ਪੁਰਾਤਨ ਗ੍ਰੰਥਾਂ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਇੱਕ ਸਮੇਂ ਬ੍ਰਹਮਾ ਜੀ ਨੂੰ ਹੰਕਾਰ ਹੋ ਗਿਆ ਕਿ ਵੇਦ ਮੈਂ ਰਚੇ ਨੇ, ਜੇਕਰ ਮੈਂ ਵੇਦ ਨਾ ਰਚਦਾ ਤੇ ਦੁਨੀਆ ਨੂੰ ਗਿਆਨ ਨਹੀਂ ਸੀ ਹੋਣਾ। ਇੱਥੇ ਤਾਂ ਇਹ ਵਾਰ, ਇਹ ਰਾਤ, ਇਹ ਦਿਨ, ਇਹ ਮਹੀਨੇ, ਇਹਨਾਂ ਸਭਨਾਂ ਦੀ ਸਮਝ ਤੇ ਮੈਂ ਦਿੱਤੀ ਹੈ। ਵੇਦ ਰਚ ਕਰਕੇ ਸੰਸਾਰ ਦੇ ਜੀਵਾਂ ਨੂੰ ਭਲੇ ਦੀ ਬੁਰੇ ਦੀ ਸਮਝ ਮੈਂ ਦਿੱਤੀ ਹੈ। ਤੇ ਵੇਦਾਂ ਨੂੰ ਵੀ ਹੰਕਾਰ ਹੋ ਗਿਆ ਕਿ ਸਾਡੀ ਵੇਦ ਵਿਦਿਆ ਨੂੰ ਪੜ੍ਹ ਕਰਕੇ ਹੀ ਜੀਵਾਂ ਦਾ ਭਲਾ ਹੁੰਦਾ ਹੈ। ਜੇਕਰ ਅਸੀਂ ਲੋਕਾਂ ਨੂੰ ਗਿਆਨ ਦਾ ਦਈਏ ਤੇ ਲੋਕਾਂ ਨੂੰ ਪੁੰਨ ਦਾ, ਪਾਪ ਦਾ, ਭਲੇ ਦਾ, ਬੁਰੇ ਦਾ, ਦੁਕ੍ਰਿਤ ਦਾ, ਸੁਕ੍ਰਿਤ ਦਾ, ਸੱਤ ਦਾ, ਅਸੱਤ ਦਾ, ਸਾਰ ਦਾ, ਅਸਾਰ ਦਾ ਪਤਾ ਹੀ ਨਹੀਂ ਸੀ ਲੱਗਣਾ। ਕੁੱਲ ਦੁਨੀਆ ਦੇ ਗਿਆਨ ਦਾਤਾ ਤੇ ਅਸੀਂ ਆ ਨਾ। ਵੇਦਾਂ ਨੂੰ ਵੀ ਹੰਕਾਰ ਹੋ ਗਿਆ।
ਜੇ ਅਸੀਂ ਗਿਆਨ ਨਾ ਦਈਏ ਤੇ ਜਿਤਨੀ ਲੁਕਾਈ ਆ ਸਾਰੀ ਗਿਆਨਹੀਣੀ ਦੁਖੀ ਹੋ ਕਰਕੇ ਵਿਕਾਰਾਂ ਵਿੱਚ ਸੜ ਕੇ ਹੀ ਮਰ ਜੇ। ਤੇ ਸਾਧ ਸੰਗਤ ਜੀ, ਫਿਰ ਇਤਿਹਾਸ ਦੇ ਵਿੱਚ ਵਿਚਾਰ ਆਉਂਦੀ ਏ, ਜਦੋਂ ਬ੍ਰਹਮਾ ਜੀ ਨੂੰ ਤੇ ਵੇਦਾਂ ਨੂੰ ਹੰਕਾਰ ਹੋ ਗਿਆ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਵੱਲੋਂ ਫਿਰ ਆਕਾਸ਼ਬਾਣੀ ਹੋਈ, ਤੁਸੀਂ ਹੰਕਾਰੀ ਹੋ ਗਏ ਹੋ, ਇਸ ਕਰਕੇ ਹੁਣ ਤੁਹਾਨੂੰ ਵੀ ਮਾਤ ਲੋਕ ਦੇ ਵਿੱਚ ਜਾ ਕਰਕੇ ਜਨਮ ਧਾਰਨ ਕਰਕੇ ਸਰੀਰ ਧਾਰਨ ਕਰਕੇ ਵਿਚਰਨਾ ਕਰੋਗੇ। ਤੇ ਪੁੱਛਣਾ ਕੀਤਾ ਜੀ ਸਾਡੀ ਫਿਰ ਗਤੀ ਕਿਵੇਂ ਹੋਵੇਗੀ, ਉਧਾਰ ਕਿਵੇਂ ਹੋਵੇਗਾ? ਕਿਉਂਕਿ ਇਹ ਪ੍ਰਿਥਵੀ ਲੋਕ ਤਾਂ ਮ੍ਰਿਤ ਮੰਡਲ ਹੈ, ਮੌਤ ਦਾ ਮੰਡਲ ਹੈ। ਮਹਾਰਾਜ ਅਸੀਂ ਗਿਆਨ ਦੇ ਸੋਮੇ ਆ, ਲੋਕਾਂ ਨੂੰ ਗਿਆਨ ਦਿੰਦੇ ਆ, ਤੇ ਪ੍ਰਿਥਵੀ ਮੰਡਲ ਤੇ ਜੀਵ ਜਾ ਕਰਕੇ ਅਗਿਆਨੀ ਹੋ ਜਾਂਦਾ ਹੈ, ਵਿਕਾਰਾਂ ਦੇ ਅਧੀਨ ਹੋ ਜਾਂਦਾ ਹੈ, ਮਹਾਰਾਜ ਵਿਕਾਰੀ ਹੀ ਹੋ ਜਾਂਦਾ ਹੈ। ਤੇ ਸਾਡਾ ਉਧਾਰ ਕਿਵੇਂ ਹੋਏਗਾ ਮ੍ਰਿਤ ਮੰਡਲ ਦੇ ਉੱਪਰ ਜਾ ਕਰਕੇ? ਤੇ ਆਕਾਸ਼ਬਾਣੀ ਹੋਈਏ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ ਜਾਓਗੇ, ਉਹਨਾਂ ਨੂੰ ਜਾ ਕਰਕੇ ਗੁਰੂ ਧਾਰਨ ਕਰੋਗੇ, ਉਹਨਾਂ ਦੇ ਦੁਆਰਾ ਹੀ ਤੁਹਾਡਾ ਵੀ ਉਧਾਰ ਹੋਵੇਗਾ। ਤੇ ਸਾਧ ਸੰਗਤ ਜੀ, ਫਿਰ ਜਿਹੜੇ 4 ਵੇਦ ਸਨ ਨਾ, ਇੱਕ ਇੱਕ ਵੇਦ ਨੇ 4 ਰੂਪ ਧਾਰਨਾ ਕੀਤੇ ਨੇ, 4 ਸਰੀਰ ਧਾਰਨ ਕੀਤੇ ਨੇ। ਤੇ ਜਿਹੜੇ ਬ੍ਰਹਮਾ ਜੀ ਨੇ ਉਹਨਾਂ ਨੇ ਇੱਕ ਸਵਰੂਪ ਧਾਰਨ ਕਰਨਾ ਕੀਤਾ, ਜਿਨ੍ਹਾਂ ਦਾ ਨਾਮ ਹੈ ਭਿੱਖਾ ਜੀ। ਇਸ ਪ੍ਰਕਾਰ ਬ੍ਰਹਮਾ ਜੀ ਭਿੱਖਾ ਜੀ ਦਾ ਸਰੂਪ ਤੇ ਬਾਕੀ ਦੇ 4 ਵੇਦ 16 ਭੱਟਾਂ ਦਾ ਰੂਪ ਧਾਰਨ ਕਰਕੇ ਪ੍ਰਿਥਵੀ ਮੰਡਲ ਦੇ ਉੱਪਰ ਜਨਮ ਲੈ ਕਰਕੇ ਆਏ ਨੇ ਤੇ ਪੂਰੇ ਗੁਰੂ ਦੀ ਭਾਲ ਕਰਦੇ ਫਿਰਦੇ ਨੇ। ਤੀਰਥਾਂ ਤੇ ਗਏ ਨੇ, ਗੰਗਾ ਜਮਨਾ ਤੇ ਗਏ ਨੇ, ਇਸੇ ਪ੍ਰਕਾਰ ਪ੍ਰਾਗਰਾਜ ਤੇ ਗਏ ਨੇ, ਤ੍ਰਿਵੇਣੀ ਦੇ ਸਥਾਨ ਤੇ ਗਏ ਨੇ, ਜੋਗੀਆਂ ਦੀ ਸੰਗਤ ਕੀਤੀ ਏ, ਜੰਗਮਾਂ ਦੇ ਬਚਨ ਸੁਣੇ ਨੇ, ਸਿੱਧਾਂ ਦੀ ਸੰਗਤ ਕੀਤੀ ਏ, ਸੰਤਾਂ ਦੀ ਮਹਾਤਮਾ ਦੀ ਸੰਗਤ ਕੀਤੀ ਏ, ਪੰਡਤਾਂ ਦੀ ਵਿਦਵਾਨਾਂ ਦੀ ਵੀ ਸੰਗਤ ਕੀਤੀ ਏ ਕਿ ਸਾਨੂੰ ਕਿਤੇ ਤੇ ਪੂਰਾ ਗੁਰੂ ਲੱਭ ਜੇ। ਪਰ ਪੂਰਾ ਗੁਰੂ ਨਹੀਂ ਲੱਭਦਾ। ਬੜੇ ਯਤਨ ਕੀਤੇ, ਭਟਕਦੇ ਰਹੇ, ਪੂਰਾ ਗੁਰੂ ਨਹੀਂ ਲੱਭਿਆ। ਆਖਰਕਾਰ ਭਟਕਦਿਆਂ ਵਿਚਰਦਿਆਂ ਲੱਭਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਪਰ ਪੁੱਜੇ ਨੇ। ਤੇ ਇਹ ਜਿਹੜੇ 17 ਹੀ ਭੱਟ ਨੇ ਨਾ, ਪਹਿਲਾਂ ਜਾ ਕਰਕੇ ਇਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੇ ਅੰਦਰ ਟੁੱਬੇ ਲਾਏ ਨੇ, ਇਸ਼ਨਾਨ ਕੀਤਾ ਹੈ। ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਜਾ ਕਰਕੇ ਨਤਮਸਤਕ ਹੋਏ ਨੇ ਤੇ ਹਰ ਮੰਦਰ ਜੋ ਹਰੀ ਦਾ ਹੀ ਸਰੂਪ ਹੈ, ਦਰਸ਼ਨ ਕਰਕੇ ਹੀ ਹਿਰਦੇ ਦੇ ਅੰਦਰ ਸ਼ਾਂਤੀ ਆਈ ਹੈ। ਫਿਰ ਗੁਰਸਿੱਖਾਂ ਨੂੰ ਪੁੱਛ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਜਿਸ ਪਾਵਨ ਅਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਮੁੱਚੀ ਗੁਰਬਾਣੀ ਇੱਕ ਸਵਰੂਪ ਦੇ ਅੰਦਰ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਲਿਖਵਾ ਰਹੇ ਨੇ। ਪਾਵਨ ਅਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਵਾਲਾ ਰਾਮਸਰ ਸਰੋਵਰ ਸਾਹਿਬ ਜੀ ਦੇ ਕਿਨਾਰੇ ਤੇ 17 ਹੀ ਭੱਟ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪੁੱਜੇ ਨੇ। ਜਾ ਕਰਕੇ ਸਤਿਗੁਰੂ ਜੀ ਦੇ ਗਰੀਬ ਨਿਵਾਜੀਆਂ ਦੇ ਚਰਨਾਂ ਦੇ ਉੱਪਰ ਆਪਣਾ ਮਸਤਕ ਟੇਕਿਆ ਹੈ। ਕਿਤਨਾ ਚਿਰ ਚਰਨਾਂ ਦੇ ਉੱਪਰ ਹੀ ਪਏ ਰਹੇ, ਉੱਠਣ ਨੂੰ ਚਿੱਤ ਨਹੀਂ ਕਰਦਾ। ਕਿੰਨਾ ਸਮਾਂ ਨਮਸਕਾਰ ਕਰਨੇ ਤੋਂ ਉਪਰੰਤ ਸਤਿਗੁਰੂ ਜੀ ਨੇ ਸਨਮਾਨ ਦਿੱਤਾ, ਉੱਠ ਖੜੇ ਹੋਏ ਨੇ। ਸਤਿਗੁਰੂ ਜੀ ਦਾ ਪਾਵਨ ਦਰਸ਼ਨ ਕਰਿਆ ਹੈ, ਪ੍ਰਵਚਨ ਸਰਵਣ ਕਰੇ ਨੇ ਤੇ ਹਿਰਦਾ ਸੀਤਲ ਹੋ ਗਿਆ। ਕਾਲਜੇ ਨੂੰ ਠੰਡ ਪਈ ਹੈ। ਗਰੀਬ ਨਿਵਾਜ, ਅਸੀਂ ਬੜੇ ਭਟਕੇ ਹਾਂ, ਬੜੇ ਖੁਆਰ ਹੋਏ ਹਾਂ, ਪਰ ਸਾਡਾ ਹਿਰਦਾ ਕਦੇ ਸੀਤਲ ਨਹੀਂ ਸੀ ਹੋਇਆ। ਸੱਚੇ ਪਾਤਸ਼ਾਹ, ਇਹ ਅਚਰਜ ਹੀ ਸੀਤਲਤਾ ਹਿਰਦੇ ਨੂੰ ਆਪ ਜੀ ਦੇ ਮੁਬਾਰਕ ਚਰਨਾਂ ਦੇ ਵਿੱਚੋਂ ਚਰਨਾਂ ਦੀ ਛੋਹ ਦੇ ਨਾਲ ਪ੍ਰਾਪਤ ਹੋਈ ਹੈ। ਤੇ ਫਿਰ ਭੱਟ ਜਨਾਂ ਨੇ ਆਪਣੀ ਹਾਲਤ ਦੱਸਣਾ ਕੀਤੀ ਏ। ਰਹਿਓ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿੱਠੇ। ਮਹਾਰਾਜ, ਅਸੀਂ ਪੂਰਾ ਗੁਰੂ ਲੱਭਦੇ ਰਹੇ ਹਾਂ। ਪੂਰੇ ਗੁਰੂ ਦੀ ਭਾਲ ਵਾਸਤੇ ਬੜਿਆਂ ਸੰਤਾਂ ਦੀ ਅਸਾਂ ਸੰਗਤ ਕੀਤੀ, ਬੜਿਆਂ ਸਾਧਾਂ ਦੀ ਅਸਾਂ ਸੰਗਤ ਕੀਤੀ, ਤੇ ਲੱਭ ਕਰਕੇ ਟੋਲਦੇ ਰਹੇ, ਭਾਲਦੇ ਰਹੇ ਕਿ ਪੂਰਾ ਗੁਰੂ ਸਾਨੂੰ ਮਿਲ ਜਾਵੇ। ਸੰਨਿਆਸੀ ਤਪਸੀਆ ਹੈ, ਮੁਖੋ ਹੈ ਪੰਡਿਤ ਮਿੱਠੇ। ਸੰਨਿਆਸੀਆਂ ਦੀ ਸੰਗਤ ਕੀਤੀ, ਤਪਸਵੀਆਂ ਦੀ ਸੰਗਤ ਕੀਤੀ, ਵੱਡੇ ਭਾਰੀ ਬ੍ਰਾਹਮਣਾਂ ਦੀ ਸੰਗਤ ਕੀਤੀ, ਉਹ ਵੀ ਜਿਹੜੇ ਮੁਖ ਦੇ ਵਿੱਚੋਂ ਵੇਦਾਂ ਦੀਆਂ ਰਿਚਾਂ, ਵੇਦਾਂ ਦੀਆਂ ਸੁਰਤੀਆਂ ਬੜੀ ਮਿੱਠੀ ਆਵਾਜ਼ ਦੇ ਨਾਲ, ਸੁਰੀਲੀ ਧੁਨ ਦੇ ਨਾਲ ਗਾਇਨ ਕਰਦੇ ਸਨ, ਉਹਨਾਂ ਦੀ ਵੀ ਸੰਗਤ ਕੀਤੀ। ਬਰਸ ਏਕ ਹਉ ਫਿਰਿਓ, ਕਿਨੈ ਨਹੁ ਪਰਚਾਉ ਲਾਇਓ। ਮਹਾਰਾਜ, 1 ਸਾਲ ਹੋ ਗਿਆ ਭਟਕਦਿਆਂ ਨੂੰ, ਥਾਂ ਥਾਂ ਤੇ ਦਰ ਦਰ ਤੇ ਭਟਕੇ ਆ, ਪੂਰਾ ਗੁਰੂ ਮਿਲ ਜਾਵੇ, ਪਰ ਸਾਡੀ ਤਸੱਲੀ ਕਿਸੇ ਤੋਂ ਨਹੀਂ ਹੋਈ, ਹਿਰਦੇ ਨੂੰ ਸ਼ਾਂਤੀ ਕਿਤੋਂ ਨਹੀਂ ਆਈ। ਕਹਤੇ ਹੈ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ।
ਸਾਰਿਆਂ ਨੂੰ ਕਹਿੰਦਿਆਂ ਸੁਣਿਆ ਕਿ ਪ੍ਰਮਾਤਮਾ ਦੀ ਪ੍ਰਾਪਤੀ ਕਰਵਾ ਦੇਵਾਂਗੇ, ਪਰ ਜਦੋਂ ਕੋਲ ਰਹਿ ਕੇ ਦੇਖਿਆ ਤੇ ਉਹਨਾਂ ਨੂੰ ਤੇ ਖੁਦ ਨੂੰ ਵੀ ਪ੍ਰਾਪਤੀ ਨਹੀਂ ਸੀ ਹੋਈ। ਇਸ ਕਰਕੇ ਉਹਨਾਂ ਦੇ ਕੋਲ ਰਹਿ ਕਰਕੇ ਮਨ ਦੇ ਅੰਦਰ ਕੋਈ ਖੁਸ਼ੀ ਨਾ ਆਈ, ਕੋਈ ਪ੍ਰਸੰਨਤਾ ਨਹੀਂ ਆਈ ਹੈ। ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਵਿਸਾਰ ਦਿੱਤਾ, ਨਾਮ ਨੂੰ ਵਿਸਾਰ ਦਿੱਤਾ। ਹਰ ਨਾਮ ਛੋੜ ਦੂਜਾ ਲੱਗਾ, ਤਿੰਨ ਕੇ ਗੁਣ ਹਾਓ ਕਿਆ ਕਹੋ। ਮਹਾਰਾਜ ਜਿਹੜੇ ਨਾਮ ਨੂੰ ਛੱਡ ਕਰਕੇ ਪਖੰਡ ਪੂਰਵਕ ਸਮਾਧੀਆਂ ਲਾ ਕਰਕੇ ਹਿਰਦੇ ਦਾ ਪਿਆਰ ਮਾਇਆ ਨਾਲ ਹੀ ਲਾ ਬੈਠੇ ਨੇ, ਉਹਨਾਂ ਦੇ ਪਰਥਾਏ ਅਸੀਂ ਕੀ ਕਹਿਣਾ ਕਰੀਏ। ਗੁਰ ਦਈਓ ਮਿਲਾਇਓ ਭਿਖਿਆ, ਜਿਵ ਤੂੰ ਰਾਖੇ ਤਿਵ ਰਹੇ। ਤੇ ਭਿਖਾ ਭੱਟ ਜੀ ਭਾਵ ਬ੍ਰਹਮਾ ਜੀ ਕਥਨ ਕਰਨਾ ਕਰਦੇ ਨੇ, ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸਾਨੂੰ ਹੁਣ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਆਪ ਜੀ ਦੇ ਚਰਨਾਂ ਦੇ ਨਾਲ ਮੇਲ ਦਿੱਤਾ ਹੈ। ਹੁਣ ਜਿਵੇਂ ਆਪ ਜੀ ਰੱਖੋਗੇ ਤਿਵੇਂ ਹੀ ਅਸੀਂ ਰਹਿਣਾ ਕਰਾਂਗੇ। ਸਾਧ ਸੰਗਤ ਜੀ, ਇਹ ਬਚਨ ਉਦੋਂ ਵੀ ਸੱਚ ਸਨ, ਅੱਜ ਵੀ ਸੱਚ ਨੇ। ਪੂਰੇ ਗੁਰੂ ਦੀ ਭਾਲ ਕਰਦਿਆਂ 17 ਹੀ ਭੱਟਾਂ ਨੇ ਬੜੀ ਦੁਸ਼ਵਾਰੀ ਝੱਲੀ, ਬੜੀ ਠੋਕਰਾਂ ਖਾਧੀਆਂ, ਤੇ ਜਿਨ੍ਹਾਂ ਦੇ ਕੋਲ ਗਏ ਬਚਨ ਬੜੇ ਮਿੱਠੇ ਮੋਲਦੇ ਨੇ, ਪਰ ਰੱਬ ਦੀ ਪ੍ਰਾਪਤੀ ਵਾਲਾ ਕੋਈ ਵੀ ਨਹੀਂ। ਅੱਜ ਵੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਜਿਤਨੇ ਦੇਹਧਾਰੀ ਗੁਰੂ ਬਣ ਕੇ ਬੈਠੇ ਨੇ ਜੀ, ਅਸੀਂ ਦਸਮ ਦੁਆਰ ਪਹੁੰਚਾ ਦਿੰਦੇ ਹਾਂ, ਅਸੀਂ ਹੱਥਾਂ 'ਚ ਰੱਬ ਦਿਖਾ ਦਿੰਦੇ ਹਾਂ, ਪਰ ਦਿਸਿਆ ਕਿਸੇ ਨੂੰ ਅਜੇ ਤੱਕ। ਗੁਰੂ ਕਾ ਪੰਥ ਅੱਜ ਵੀ ਐਸਾ ਵਿਸ਼ਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਪੜ੍ਹਨੇ ਵਾਲੇ ਅੱਜ ਵੀ ਸੰਤ, ਨਾਮ ਦੇ ਰਸੀਏ, ਬਾਣੀ ਦੇ ਰਸੀਏ, ਮਹਾਤਮਾ, ਬ੍ਰਹਮ ਗਿਆਨੀ ਪਹਿਲਾਂ ਵੀ ਬੇਅੰਤ ਸਨ, ਅੱਜ ਵੀ ਬੇਅੰਤ ਨੇ। ਆਉਣ ਵਾਲੇ ਸਮੇਂ ਦੇ ਅੰਦਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੇਅੰਤ ਸਿੱਖਾਂ ਨੂੰ ਨਿਵਾਜ ਕਰਕੇ ਉਹਨਾਂ ਨੂੰ ਸੰਤ ਤੇ ਸਾਧ ਦੀ ਜੋ ਅਵਸਥਾ ਹੈ ਬਖਸ਼ਿਸ਼ ਕਰਦੇ ਰਹਿਣਗੇ। ਪਰ ਕੰਨਾਂ 'ਚ ਮੰਤਰ ਦੇਣ ਵਾਲੇ ਦਸਮ ਦਵਾਰ ਕਹਿੰਦੇ ਹੀ ਰਹਿੰਦੇ ਨੇ। ਹੈ ਕੋਈ ਉਹਨਾਂ ਦਾ ਅੱਜ ਤੱਕ ਚੇਲਾ ਜਿਹੜਾ ਉੱਥੇ ਤੱਕ ਪਹੁੰਚ ਗਿਆ ਹੋਵੇ? ਪ੍ਰਾਪਤੀ ਤੱਕ ਤੇ ਉਹ ਆਪ ਵੀ ਨਹੀਂ ਪੁੱਜੇ। ਐਸੇ ਹੀ ਦੰਭੀ ਪਖੰਡੀ ਗੁਰੂ ਉਹਨਾਂ ਭੱਟਾਂ ਨੂੰ ਵੀ ਮਿਲੇ ਤੇ ਆ ਕਰਕੇ ਤਰਲਾ ਲਿਆ ਸੱਚੇ ਪਾਤਸ਼ਾਹ। 1 ਸਾਲ ਖੁਆਰ ਹੁੰਦੇ ਰਹੇ, ਦੁਸ਼ਵਾਰ ਹੁੰਦੇ ਰਹੇ, ਪਰ ਪੂਰਾ ਗੁਰੂ ਨਹੀਂ ਸੀ ਲੱਭਦਾ। ਹੁਣ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਤੁਹਾਡੇ ਚਰਨਾਂ ਦੇ ਨਾਲ ਮੇਲ ਦਿੱਤਾ ਹੈ। ਜਿਵੇਂ ਆਪ ਜੀ ਰੱਖੋਗੇ ਤਿਵੇਂ ਰਹਿਣਾ ਕਰਾਂਗੇ। ਗਰੀਬ ਨਿਵਾਜ ਧੀਰਜ ਧਾਰੀ ਪਰਉਪਕਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਭਾਈ ਅਕਾਲ ਪੁਰਖ ਵਾਹਿਗੁਰੂ ਜੀ ਦੀ ਵੱਡਿਆਂ ਸਤਿਗੁਰਾਂ ਦੀ ਉਸਤਤ ਆਪ ਜੀ ਕਰਨਾ ਕਰੋ, ਜਿਸ ਦੇ ਨਾਲ ਤੁਹਾਡਾ ਉਧਾਰ ਹੋ ਜਾਵੇਗਾ, ਤੁਹਾਡਾ ਭਲਾ ਹੋ ਜਾਵੇਗਾ। ਤੁਹਾਡੀ ਰਚੀ ਹੋਈ ਬਾਣੀ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੇ ਅੰਦਰ ਜੁਗੋ ਜੁਗ ਅਟਲ ਸਥਾਨ ਬਖਸ਼ ਦੇਵਾਂਗੇ। ਤੇ ਬੇਨਤੀ ਕਰਨਾ ਕੀਤੀ, ਸੱਚੇ ਪਾਤਸ਼ਾਹ ਅਲਪੱਗ ਹਾਂ, ਅਗਿਆਨੀ ਹਾਂ, ਗੁਰੂ ਕਾ ਜਸ ਕਰਨਾ ਨਹੀਂ ਆਉਂਦਾ ਹੈ, ਕਿਰਪਾ ਕਰਕੇ ਆਪ ਜੀ ਸਾਨੂੰ ਸਿਖਾ ਦੇਵੋ। ਪਹਿਲਾਂ ਆਪ ਜੀ ਜਸ ਉਚਾਰਨ ਕਰੋ, ਬਾਅਦ ਵਿੱਚ ਆਪ ਜੀ ਵੱਲ ਦੇਖ ਕਰਕੇ ਸਿੱਖ ਕਰਕੇ ਅਸੀਂ ਵੀ ਉਚਾਰਨ ਕਰਾਂਗੇ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਿਰ 20 ਸਵਈਏ ਉਚਾਰਨਾ ਕੀਤੇ ਨੇ। ਜੋ ਅਸੀਂ ਪੜ੍ਹਦੇ ਆ ਨਾ, ਸ੍ਰੀ ਮੁਖ ਬਾਗ ਕੇ ਸਵਈਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਵਈਏ, ਸ੍ਰੀ ਮੁਖ ਬਾਗ ਕੇ ਮਹੱਲਾ ਪੰਜਵਾ, ਉਹ 20 ਸਵਈਏ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭੱਟਾਂ ਨੂੰ ਸਿਖਾਉਣ ਵਾਸਤੇ ਵੱਡਿਆਂ ਸਤਿਗੁਰਾਂ ਦੀ ਉਸਤਤ ਦੇ ਵਿੱਚ ਉਚਾਰੇ ਨੇ। ਤੇ ਬਚਨ ਕਰਨਾ ਕੀਤਾ, ਭੱਟ ਜਨੋ ਜਿਵੇਂ ਅਸਾਂ ਵੱਡਿਆਂ ਸਤਿਗੁਰਾਂ ਦਾ ਜਸ ਗਾਵਿਆ, ਉਸਤਤ ਕਰੀ ਹੈ, ਹੁਣ ਤੁਸੀਂ ਵੀ ਜਸ ਕਰੋ। ਭੱਟ ਜਨ ਬੜੇ ਪ੍ਰਸੰਨ ਹੋਏ, ਖੁਸ਼ ਹੋ ਕਰਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੱਕ ਪੰਜਾਂ ਹੀ ਸਤਿਗੁਰਾਂ ਜੀ ਦਾ ਜਸ ਜੋ ਭੱਟ ਜਨਾਂ ਨੇ ਕਥਨ ਕਰਨਾ ਕੀਤਾ ਹੈ, ਸਾਧ ਸੰਗਤ ਜੀ, ਉਹ 122 ਸਵਈਏ ਬਣੇ ਨੇ। ਬੜਾ ਸੋਹਣਾ ਸ੍ਰੇਸ਼ਟ ਜਸ, ਵਾਹਿਗੁਰੂ ਜੀ ਦੀ ਵਡਿਆਈ, ਸਤਿਗੁਰੂ ਜੀ ਦੀ ਵਡਿਆਈ, ਸਤਿਗੁਰੂ ਜੀ ਪਰਮੇਸ਼ਰ ਦਾ ਅਵਤਾਰ, ਸਤਿਗੁਰੂ ਜੀ ਦੇ ਹਿਰਦੇ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਾਖਿਆਤਕਾਰਤਾ। ਐਸੇ ਅਮੋਲਕ ਬਚਨ ਆਪ ਜੀ ਨੇ ਰਚਨਾ ਕੀਤੇ ਨੇ ਜੋ ਅਸੀਂ ਪੜ੍ਹਦੇ ਹਾਂ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਉਚਾਰਨਾ ਕੀਤਾ ਹੈ। ਧੀਰਜ ਧਾਰੀ ਪਰਉਪਕਾਰੀ ਬਖਸ਼ਿੰਦ ਸਤਿਗੁਰੂ ਜੀ ਨੇ ਉਹਨਾਂ ਦੇ ਸਵਈਆਂ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਸੁਭਾਏਮਾਨ ਕਰਕੇ ਜੁਗੋ ਜੁਗ ਅਟਲ ਕਰ ਦਿੱਤਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਮੁੰਦਾਵਣੀ ਮਹੱਲਾ ਪੰਜਵਾ, ਸ਼ਲੋਕ ਮਹੱਲਾ ਪੰਜਵਾ ਤੱਕ ਬਾਣੀ ਲਿਖੀ ਗਈ। ਤੇ ਜਿਹੜੇ ਰਾਗ ਨੇ ਨਾ, ਉਹਨਾਂ ਦੀ ਬੜੀ ਦੁਰਦਸ਼ਾ ਹੈ। ਕਿਸੇ ਦੇ ਹੱਥ ਟੁੱਟੇ ਹੋਏ ਨੇ, ਕਿਸੇ ਦੇ ਪੈਰ ਟੁੱਟੇ ਹੋਏ ਨੇ, ਕਿਸੇ ਦਾ ਨੱਕ ਟੁੱਟਾ ਹੋਇਆ, ਕਿਸੇ ਦਾ ਮੂੰਹ ਸੁੱਜਿਆ ਹੋਇਆ। ਸਾਧ ਸੰਗਤ ਜੀ, ਇਹ ਸੂਖਸ਼ਮ ਚੀਜ਼ਾਂ ਹੁੰਦੀਆਂ ਨੇ। ਭਾਵੇਂ ਕਿ ਸਾਨੂੰ ਚਮੜੇ ਦੀਆਂ ਬਾਹਰੀ ਅੱਖਾਂ ਦੇ ਨਾਲ ਰਾਗਾਂ ਦੇ
ਪੰਜ ਭੌਤਿਕ ਸਰੀਰ ਨਜ਼ਰ ਨਹੀਂ ਆਉਂਦੇ, ਪਰ ਇਹ ਸੂਖਸ਼ਮ ਸਰੀਰ ਦੇ ਵਿੱਚ ਹੋਇਆ ਕਰਦੇ ਨੇ, ਸੂਖਸ਼ਮ ਸਵਰੂਪ ਦੇ ਅੰਦਰ ਹੋਇਆ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲ ਚੱਲ ਕੇ ਆਏ। ਮਹਾਰਾਜ ਆਪ ਸਭਨਾਂ ਨੂੰ ਨਿਵਾਜ ਰਹੇ ਹੋ, ਸਭਨਾਂ ਨੂੰ ਗਲੇ ਦੇ ਨਾਲ ਲਾ ਰਹੇ ਹੋ, ਸਭਨਾਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ ਰਹੇ ਹੋ, ਕਿਰਪਾ ਕਰੋ ਸਾਡਾ ਵੀ ਭਲਾ ਕਰ ਦਿਓ। ਮਹਾਰਾਜ ਜੀ ਨੇ ਪੁੱਛਿਆ, ਭਾਈ ਤੁਸੀਂ ਕੌਣ ਹੋ, ਤੁਹਾਡੀ ਇਹ ਦੁਰਦਸ਼ਾ ਕਿਉਂ ਹੋਈ ਹੈ? ਤੇ ਬਚਨ ਕਰਨਾ ਕੀਤਾ ਸੱਚੇ ਪਾਤਸ਼ਾਹ, ਰਾਗਾਂ ਦੇ ਗਵਈਏ ਜਿਨ੍ਹਾਂ ਨੂੰ ਰਾਗਾਂ ਦਾ ਗਿਆਨ ਨਹੀਂ, ਰਾਗਾਂ ਦੇ ਵੇਲੇ ਦਾ ਵੀ ਗਿਆਨ ਨਹੀਂ ਕਿ ਕਿਹੜੇ ਵਕਤ ਕਿਹੜਾ ਰਾਗ ਪੜ੍ਹਨਾ ਹੈ, ਕਿਹੜੇ ਰਾਗ ਦੇ ਵਿੱਚ ਕਿਹੜੀਆਂ ਸੁਰਾਂ ਲੱਗਣੀਆਂ, ਕਿਹੜੀਆਂ ਤਾਨਾਂ ਲੱਗਣੀਆਂ, ਨਹੀਂ ਪਤਾ। ਬੇਸੁਰੇ ਲੋਕ ਬੇਵਕਤ ਸਾਨੂੰ ਗਾਵਣਾ ਕਰਦੇ ਨੇ, ਤੇ ਇਸ ਪ੍ਰਕਾਰ ਉਹਨਾਂ ਨੇ ਬੇਵਕਤ ਬੇਸੁਰੀਆਂ ਸੁਰਾਂ ਲਾ ਕਰਕੇ ਸਾਡੇ ਅੰਗ ਭੰਗ ਕਰ ਦਿੱਤੇ ਨੇ, ਸਾਡੇ ਅੰਗ ਤੋੜ ਦਿੱਤੇ ਨੇ। ਸਾਡੀ ਇਸ ਪ੍ਰਕਾਰ ਦੁਰਦਸ਼ਾ ਹੋਈ ਏ। ਸੱਚੇ ਪਾਤਸ਼ਾਹ ਕਿਰਪਾਲਤਾ ਕਰੋ, ਅਸੀਂ ਵੀ ਆਪ ਜੀ ਦੇ ਦਰ ਤੇ ਆਏ ਹਾਂ ਜੀ, ਸਾਡਾ ਵੀ ਭਲਾ ਹੋਵੇ, ਸਾਡਾ ਵੀ ਉਧਾਰ ਹੋਵੇ, ਸਾਨੂੰ ਵੀ ਕਿਰਪਾਲਤਾ ਕਰਕੇ ਆਪਣੀ ਗੁਰਬਾਣੀ ਦੇ ਅੰਦਰ ਸਥਾਨ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਭਾਵੇਂ ਕਿ ਮੁੰਦਾਵਣੀ ਲਿਖ ਦਿੱਤੀ ਗਈ ਏ, ਸ਼ਲੋਕ ਮਹੱਲਾ ਪੰਜਵਾਂ ਲਿਖ ਕੇ ਸਮਾਪਤੀ ਕਰਨ ਲੱਗੇ ਸੀ, ਪਰ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਤੁਸੀਂ ਸ਼ਰਨ ਵਿੱਚ ਚੱਲ ਕਰਕੇ ਆਏ ਹੋ। ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛਣਾ ਕੀਤਾ, ਭਾਈ ਜੀ ਕਿੰਨੇ ਰਾਗ ਨੇ, ਕਿੰਨੀਆਂ ਰਾਗਣੀਆਂ ਨੇ, ਕਿੰਨੇ ਇਹਨਾਂ ਦੇ ਸਪੁੱਤਰ ਨੇ? ਤੇ ਤਿੰਨਾਂ ਦੇ ਪਾਸੋਂ ਪੁੱਛ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਕਥਨ ਕਰਨਾ ਕੀਤਾ, ਮਹਾਰਾਜ 6 ਰਾਗ ਨੇ, ਇੱਕ ਇੱਕ ਰਾਗ ਦੀਆਂ 5-5 ਘਰ ਵਾਲੀਆਂ ਨੇ, ਤੇ ਇੱਕ ਇੱਕ ਰਾਗ ਦੇ 8-8 ਪੁੱਤਰ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਫਿਰ ਇਹਨਾਂ ਦੇ ਨਾਮ ਸਰਵਣ ਕਰਾਓ। ਭਾਈ ਗੁਰਦਾਸ ਜੀ ਰਾਗਾਂ ਤੋਂ ਪੁੱਛ ਕੇ ਜਿਵੇਂ ਨਾਮ ਸਰਵਣ ਕਰਾਵਣਾ ਕਰਦੇ ਨੇ, ਰਾਗ ਏਕ ਸੰਗ ਪੰਚ ਬਰੰਗਨ, ਇੱਕ ਇੱਕ ਰਾਗ ਦੇ ਨਾਲ 5-5 ਸ੍ਰੇਸ਼ਟ ਸਰੀਰ ਵਾਲੀਆਂ, ਅੰਗਾਂ ਵਾਲੀਆਂ ਇਹਨਾਂ ਦੀਆਂ ਘਰ ਵਾਲੀਆਂ ਨੇ। ਸੰਗ ਅਲਾਪ ਹੈ 8 ਨੰਦਨ, ਇਹਨਾਂ ਦੇ ਨਾਲ ਰਾਗਾਂ ਦਾ ਅਲਾਪ ਕਰਨ ਵਾਲੇ 8-8 ਇਹਨਾਂ ਦੇ ਨੰਦਨ ਸਪੁੱਤਰ ਨੇ। ਪ੍ਰਥਮ ਰਾਗ ਭੈਰਵ ਹੈ ਕਰਹੀ, ਮਹਾਰਾਜ ਆਪ ਜੀ ਦੀ ਸ਼ਰਨ ਦੇ ਵਿੱਚ ਸਭ ਤੋਂ ਪਹਿਲਾਂ ਭੈਰਵ ਰਾਗ ਆਇਆ ਹੈ। ਪੰਚ ਰਾਗਨੀ ਸੰਗ ਉਚਰਹੀ, ਇਸ ਦੇ ਨਾਲ 5 ਇਸ ਦੀਆਂ ਰਾਗਣੀਆਂ ਘਰ ਵਾਲੀਆਂ ਆਈਆਂ, ਆਪ ਜੀ ਦੇ ਸ੍ਰੇਸ਼ਟ ਜਸ ਨੂੰ ਉਚਾਰ ਰਹੀਆਂ ਨੇ। ਤੇ ਸਾਧ ਸੰਗਤ ਜੀ ਹੋਸ਼ੀ ਮਤ ਵਾਲੇ ਇੱਥੇ ਬੜਾ ਸ਼ੰਕਾ ਕਰਦੇ ਨੇ, ਕਹਿੰਦੇ ਜੀ ਰਾਗਮਾਲਾ ਗੁਰੂ ਕੀ ਗੁਰਬਾਣੀ ਨਹੀਂ। ਜੇ ਪੁੱਛੀਏ ਕਿਉਂ, ਕਹਿੰਦੇ ਜੀ ਇੱਥੇ ਮਹੱਲਾ ਨਹੀਂ ਲਿਖਿਆ ਹੋਇਆ। ਤੇ ਸਾਧ ਸੰਗਤ ਜੀ ਜਪਜੀ ਸਾਹਿਬ ਤੇ ਕਿਹੜਾ ਮਹੱਲਾ ਲਿਖਿਆ ਹੋਇਆ ਹੈ? ਫਿਰ ਦੂਸਰਾ ਬਚਨ ਕਹਿੰਦੇ ਜੀ ਇਸ ਦੇ ਵਿੱਚ ਨਾਨਕ ਪਦ ਨਹੀਂ ਆਇਆ। ਤੇ ਸਾਧ ਸੰਗਤ ਜੀ ਜਪਜੀ ਸਾਹਿਬ ਜੀ ਦੀਆਂ 11 ਪੌੜੀਆਂ ਦੇ ਵਿੱਚ ਨਾਨਕ ਪਦ ਨਹੀਂ ਆਇਆ। ਉਹਨਾਂ ਦਾ ਅਗਲਾ ਸਵਾਲ ਹੁੰਦਾ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅੰਦਰ ਪਹਿਲਾ ਰਾਗ ਸ੍ਰੀ ਰਾਗ ਹੈ, ਪਰ ਰਾਗਮਾਲਾ ਦੇ ਵਿੱਚ ਲਿਖਿਆ ਹੋਇਆ ਪ੍ਰਥਮ ਰਾਗ ਭੈਰਵ ਹੈ ਕਰਹੀ, ਪਹਿਲਾ ਰਾਗ ਭੈਰਵ ਹੈ। ਇਹ ਗੱਲਾਂ ਉਹ ਲੋਕ ਕਰਦੇ ਨੇ ਜਿਨ੍ਹਾਂ ਨੇ ਗੁਰੂ ਕਾ ਇਤਿਹਾਸ, ਗੁਰੂ ਕੀ ਗੁਰਬਾਣੀ ਤੇ ਸਤਿਗੁਰੂ ਜੀ ਦੀ ਗੁਰਬਾਣੀ ਦੇ ਅਰਥ ਨਹੀਂ ਪੜ੍ਹੇ। ਇੱਥੇ ਇਹ ਨਹੀਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲਾ ਰਾਗ ਭੈਰਵ ਆ। ਭਾਈ ਗੁਰਦਾਸ ਜੀ ਨੇ ਤੇ ਇਹ ਦੱਸਿਆ ਕਿ ਗਰੀਬ ਨਿਵਾਜ ਸਤਿਗੁਰੂ ਜੀ, ਜਿਹੜੇ ਰਾਗ ਤੁਹਾਡੀ ਸ਼ਰਨ ਵਿੱਚ ਪੁੱਜੇ ਨੇ, ਸਭ ਤੋਂ ਪਹਿਲਾਂ ਤੁਹਾਡੇ ਚਰਨਾਂ 'ਚ ਭੈਰਵ ਰਾਗ ਪੁੱਜਿਆ। ਆਪਣੀਆਂ ਘਰ ਵਾਲੀਆਂ ਦੇ ਸਮੇਤ, ਪੁੱਤਰਾਂ ਦੇ ਸਮੇਤ ਪਹਿਲਾਂ ਉਸ ਨੇ ਨਤਮਸਤਕ ਹੋਣਾ ਕੀਤਾ, ਡੰਡੌਤ ਬੰਦਨਾ ਕੀਤੀ ਏ। ਇਸ ਪ੍ਰਕਾਰ ਜਿਵੇਂ ਜਿਵੇਂ ਰਾਗ ਉਹਨਾਂ ਦੀਆਂ ਘਰ ਵਾਲੀਆਂ ਤੇ ਸਪੁੱਤਰ ਆਉਂਦੇ ਗਏ, ਭਾਈ ਗੁਰਦਾਸ ਜੀ ਤਿੰਨਾਂ ਦੇ ਨਾਮ ਉਚਾਰਦੇ ਗਏ ਤੇ ਸਤਿਗੁਰੂ ਜੀ ਗੁਰਬਾਣੀ ਰਚਦੇ ਗਏ। ਇਸ ਪ੍ਰਕਾਰ ਸਾਰਿਆਂ ਦੀ ਗਿਣਤੀ 84 ਬਣਦੀ ਏ। ਸਭੈ ਪੁੱਤਰ ਰਾਗਨ ਕੇ 18 ਹੈ 10 20, 18 ਪਲੱਸ 10 ਪਲੱਸ 20 20, ਕਹਿਣ ਤੋਂ ਭਾਵ ਟੋਟਲ ਗਿਣਤੀ 18 10 28 ਤੇ 20 48 ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਜੀ 6 ਰਾਗ ਨੇ, 30 ਇਹਨਾਂ ਦੀਆਂ ਘਰ ਵਾਲੀਆਂ ਨੇ, 48 ਇਹਨਾਂ ਦੇ ਸਪੁੱਤਰ ਨੇ, 84 ਗਿਣਤੀ ਬਣਦੀ ਏ ਸਮੂਹ ਰਾਗਾਂ ਰਾਗਣੀਆਂ ਇਹਨਾਂ ਦੇ ਪੁੱਤਰਾਂ ਦੀ, ਜੋ ਆਪ ਜੀ ਦੀ ਸ਼ਰਨ ਵਿੱਚ ਆਏ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਰਾਗਮਾਲਾ ਲਿਖ ਕਰਕੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਨੂੰ ਸੰਪੰਨ ਕਰਨਾ ਕੀਤਾ ਹੈ, ਸੰਪੂਰਨ ਕਰਨਾ ਕੀਤਾ ਹੈ। ਭਾਈ ਬੰਨੋ ਜੀ ਚੱਲ ਕਰਕੇ ਆਏ ਨੇ। ਸੂਖਸ਼ਮ ਸ਼ਬਦਾਂ ਦੇ ਅੰਦਰ ਬੇਨਤੀ ਕਰਾਂ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸੇਵਾ ਬਖਸ਼ੀ ਹੈ। ਭਾਈ ਬੰਨੋ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਵਰੂਪ ਲਿਖਿਆ ਜਾ ਚੁੱਕਾ ਹੈ, ਸੰਪੰਨ ਹੋ ਚੁੱਕਿਆ ਹੈ। ਆਪ ਜੀ ਇਸ ਦੀ ਜਿਲਦ ਬਣਵਾਉਣ ਦੀ ਸੇਵਾ ਕਰਵਾ ਕੇ ਲੈ ਕੇ ਆਓ। ਭਾਈ ਬੰਨੋ ਜੀ ਜਿਸ ਮੰਗਟ ਇਲਾਕੇ ਦੇ ਮੁਖੀਏ ਸਿੱਖ ਨੇ, ਕਈ ਹਜ਼ਾਰਾਂ ਦੀ ਸੰਗਤ ਗਿਣਤੀ ਵਿੱਚ ਸੰਗਤ ਨਾਲ ਲੈ ਕੇ ਆਏ ਨੇ, ਕਿਉਂਕਿ ਦੇਸਾਂ ਪ੍ਰਦੇਸਾਂ ਵਿਦੇਸ਼ਾਂ ਸਭ ਜਗ੍ਹਾ ਪਤਾ ਲੱਗ ਗਿਆ ਕਿ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਵਰੂਪ ਤਿਆਰ ਕਰ ਲਿਆ ਹੈ।
ਬਹੁਤ ਵੱਡੀ ਭਾਰੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਅੰਮ੍ਰਿਤਮਈ ਗੁਰਬਾਣੀ ਦਾ ਜਹਾਜ਼ ਬਣਾਇਆ ਨਾ, ਅਸੀਂ ਵੀ ਜਾ ਕਰਕੇ ਦੀਦਾਰ ਕਰੀਏ, ਅਸੀਂ ਵੀ ਲਾਹੇ ਪ੍ਰਾਪਤ ਕਰੀਏ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਦਰ ਬਹੁਤ ਵੱਡਾ ਭਾਰੀ ਜੋੜ ਮੇਲਾ ਹੋ ਰਿਹਾ ਹੈ, ਇਕੱਠ ਹੋ ਗਿਆ ਸੰਗਤਾਂ ਦਾ। ਸਤਿਗੁਰੂ ਜੀ ਨੇ ਪਾਵਨ ਸਵਰੂਪ ਦੇ ਕਰਕੇ ਲਾਹੌਰ ਭੇਜਣਾ ਕੀਤਾ ਭਾਈ ਬੰਨੋ ਜੀ ਨੂੰ। ਭਾਈ ਬੰਨੋ ਜੀ ਬੜੇ ਸਿਆਣੇ, ਸੁਲਝੇ ਹੋਏ, ਸਮਝਦਾਰ ਗੁਰਸਿੱਖ ਨੇ। ਨਾਲ ਗੁਰਸਿੱਖਾਂ ਨੂੰ ਲੈ ਕਰਕੇ ਬਾਅਦ ਲਾਹੌਰ ਪੁੱਜੇ ਨੇ। ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਦੀ ਜਿਲਦ ਬਣਾ ਕਰਕੇ ਵਾਪਸ ਲੈ ਕਰਕੇ ਆਏ ਨੇ। ਇਤਨੇ ਸਮੇਂ ਦੇ ਵਿੱਚ ਭਾਈ ਬੰਨੋ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਉਤਾਰਾ ਕਰ ਲਿਆ, ਇੱਕ ਸਵਰੂਪ ਦੇਖ ਕਰਕੇ ਲਿਖ ਲਿਆ। ਪਰ ਜਿਹੜਾ ਸਵਰੂਪ ਭਾਈ ਬੰਨੋ ਜੀ ਨੇ ਲਿਖਿਆ, ਉਤਾਰਾ ਕੀਤਾ ਨਾ, ਉਸ ਦੇ ਵਿੱਚ ਆਪਣੇ ਕੋਲੋਂ ਕੁਝ ਹੋਰ ਸ਼ਬਦ ਲਿਖ ਦਿੱਤੇ ਤੇ ਵਾਪਸ ਆ ਕਰਕੇ ਦੋਵੇਂ ਹੀ ਸਰੂਪ, ਇੱਕ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਵਾਲਾ ਤੇ ਇੱਕ ਜਿਹੜਾ ਭਾਈ ਬੰਨੋ ਜੀ ਨੇ ਉਤਾਰਾ ਕੀਤਾ ਹੋਇਆ ਹੈ, ਦੋਵੇਂ ਹੀ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆ ਕਰਕੇ ਸਪੁਰਦ ਕਰਕੇ ਨਤਮਸਤਕ ਹੋਇਆ ਹੈ। ਮਹਾਰਾਜ ਅਸਾਂ ਨੇ ਆਪ ਜੀ ਦੀ ਦਇਆ ਦ੍ਰਿਸ਼ਟੀ ਦੇ ਦੁਆਰਾ ਉਤਾਰਾ ਕੀਤਾ ਹੈ, ਆਪ ਜੀ ਕਿਰਪਾਲਤਾ ਕਰਕੇ ਇਸ ਨੂੰ ਵੀ ਪ੍ਰਵਾਨਗੀ ਬਖਸ਼ੋ। ਤੇ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਕੀਤੇ ਨੇ ਤੇ ਤੱਕਣਾ ਕੀਤਾ ਹੈ, ਇਸ ਦੇ ਅੰਦਰ ਭਾਈ ਬੰਨੋ ਜੀ ਨੇ ਆਪਣੀ ਮਰਜ਼ੀ ਦੇ ਨਾਲ ਹੋਰ ਸ਼ਬਦ ਲਿਖ ਦਿੱਤੇ ਨੇ। ਤੇ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ, ਭਾਈ ਆਪਣੀ ਮਰਜ਼ੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੇ ਅੰਦਰ ਇੱਕ ਲਗ ਮਾਤਰ ਦਾ ਵੀ ਘਾਟਾ ਤੇ ਵਾਧਾ ਨਹੀਂ ਹੋ ਸਕਦਾ। ਤੁਸੀਂ ਆਪਣੀ ਹੀ ਮਰਜ਼ੀ ਦੇ ਨਾਲ ਆਪੇ ਹੋਰ ਸ਼ਬਦ ਲਿਖ ਦਿੱਤੇ ਨੇ, ਇਸ ਕਰਕੇ ਇਹ ਬੀੜ ਖਾਰੀ ਬੀੜ ਹੈ। ਤੇ ਸਾਧ ਸੰਗਤ ਜੀ, ਦੋਵੇਂ ਹੀ ਬੀੜਾਂ ਦੀ, ਦੋਵਾਂ ਹੀ ਪਾਵਨ ਸਰੂਪਾਂ ਦੀ ਬੜੀ ਮਹਾਨਤਾ ਹੈ ਸਿੱਖ ਜਗਤ ਦੇ ਅੰਦਰ। ਜੋ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਲਿਖਾਇਆ, ਉਸ ਨੂੰ ਕਰਤਾਰਪੁਰ ਵਾਲੀ ਬੀੜ ਆਖਿਆ ਜਾਂਦਾ ਹੈ। ਕਿਉਂਕਿ ਅੱਜ ਵੀ ਧੀਰਮਲ ਜੀ ਦੀ ਅੰਸ-ਬੰਸ ਦੇ ਕੋਲ ਜਲੰਧਰ ਦੇ ਪਾਸ ਦੁਆਬੇ ਦੇਸ਼ ਦੇ ਵਿੱਚ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਉਹ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਭਾਏਮਾਨ ਹੈ। ਤੇ ਜਿਹੜੀ ਭਾਈ ਬੰਨੋ ਜੀ ਵਾਲੀ ਬੀੜ ਹੈ, ਉਸ ਨੂੰ ਅੱਜ ਵੀ ਭਾਈ ਬੰਨੋ ਜੀ ਵਾਲੀ ਬੀੜ ਅਤੇ ਖਾਰੀ ਬੀੜ ਹੀ ਕਿਹਾ ਜਾਂਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਸ਼ੰਕਾ ਕਰਦੇ ਨੇ ਕਿ ਰਾਗਮਾਲਾ ਗੁਰੂ ਕ੍ਰਿਤ ਨਹੀਂ, ਇਹ ਮਾਧਵ ਕਵੀ ਦੀ ਲਿਖੀ ਜਾਂ ਹੋਰ ਕਵੀ ਦੀ ਲਿਖੀ ਹੈ, ਸਾਧ ਸੰਗਤ ਜੀ ਇਸ ਦਾ ਪ੍ਰਮਾਣ ਇਹ ਹੈ, ਜਿਹੜਾ ਪਾਵਨ ਸਵਰੂਪ ਭਾਈ ਗੁਰਦਾਸ ਜੀ ਦੇ ਹਸਤ ਕਮਲਾਂ ਦੇ ਨਾਲ ਲਿਖਿਆ ਹੋਇਆ ਕਰਤਾਰਪੁਰ ਸਾਹਿਬ ਮੌਜੂਦ ਹੈ ਨਾ, ਉਸ ਦੇ ਵਿੱਚ ਰਾਗਮਾਲਾ ਦੀ ਪਾਵਨ ਗੁਰਬਾਣੀ ਸੁਭਾਏਮਾਨ ਹੈ। ਉਹੋ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੇ ਇਕਸਾਰ ਅੰਗ ਨੇ, ਇਕਸਾਰ ਸਿਆਹੀ ਤੇ ਇਕਸਾਰ ਅੱਖਰ ਨੇ, ਕਿਸੇ ਪ੍ਰਕਾਰ ਦਾ ਉਸ ਦੇ ਵਿੱਚ ਭੇਦ ਨਹੀਂ। ਤੇ ਜਿਹੜਾ ਉਤਾਰਾ ਭਾਈ ਬੰਨੋ ਜੀ ਨੇ ਕੀਤਾ ਸੀ, ਉਸ ਦੇ ਵਿੱਚ ਵੀ ਰਾਗਮਾਲਾ ਸੰਪੂਰਨ ਲਿਖੀ ਹੋਈ ਹੈ। ਤੇ ਜੇ ਮਾਧਵ ਕਵੀ ਨੇ ਲਿਖੀ ਹੁੰਦੀ ਜਾਂ ਕਿਸੇ ਹੋਰ ਕਵੀ ਨੇ ਲਿਖੀ ਹੁੰਦੀ ਤੇ ਇਹਨਾਂ ਦੋਵਾਂ ਪਾਵਨ ਸਵਰੂਪਾਂ ਦੇ ਵਿੱਚ ਰਾਗਮਾਲਾ ਨਹੀਂ ਸੀ ਹੋਣੀ। ਇਸ ਕਰਕੇ ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਅੱਖਰ ਅੱਖਰ ਤੇ ਗੁਰੂ ਭਾਵਨਾ ਰੱਖਣੀ ਏ, ਸਾਰੀ ਹੀ ਬਾਣੀ ਗੁਰੂ ਕ੍ਰਿਤੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੱਟਾਂ ਨੂੰ ਵੀ ਕਿਰਤਾਰਥ ਕਰਨਾ ਕੀਤਾ ਸੀ। ਕੁਝ ਸਮੇਂ ਦੇ ਵਿੱਚ ਹੀ ਭੱਟ ਜਨ ਆਪਣੇ 5 ਭੌਤਿਕ ਸਰੀਰ ਤਿਆਗ ਕਰਕੇ ਫਿਰ ਬ੍ਰਹਮਾ ਰੂਪ ਤੇ ਵੇਦ ਰੂਪ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬ੍ਰਹਮਾ ਜੀ ਦਾ ਤੇ ਵੇਦਾਂ ਦਾ ਵੀ ਉਧਾਰ ਕਰਨਾ ਕੀਤਾ ਹੈ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ, ਜਦੋਂ ਪਾਵਨ ਸਵਰੂਪ ਤਿਆਰ ਹੋ ਗਏ ਤੇ ਗਰੀਬ ਨਿਵਾਜ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਸ ਸਾਰੇ ਸ਼ਹਿਰ ਦੀਆਂ ਸੰਗਤਾਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਡੇ ਭਾਰੀ ਜੋੜ ਮੇਲੇ ਦੇ ਰੂਪ ਵਿੱਚ ਇਕੱਤਰ ਹੋ ਗਈਆਂ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਤਰੀ ਦੇ ਸਮੇਂ ਆਰਾਮ ਕੀਤਾ ਹੈ, ਵਿਚਾਰ ਕਰਨਾ ਕੀਤੀ ਹੈ। ਤੇ ਵਿਚਾਰ ਕੀਤੀ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ। ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਵਿੱਚ ਵਜ਼ੀਰ ਦੀ ਨਿਆਈ ਹੈ। ਜਿਵੇਂ ਰਾਜੇ ਦੇ ਨਾਲ ਵਜ਼ੀਰ ਹੁੰਦਾ ਨਾ, ਤੇ ਬਾਬਾ ਬੁੱਢਾ ਸਾਹਿਬ ਜੀ ਤੇ ਸਾਧ ਸੰਗਤ ਜੀ ਪ੍ਰਤੱਖ ਵੀ ਗੁਰੂ ਘਰ ਦੇ ਪਹਿਲੇ ਗ੍ਰੰਥੀ, ਪਹਿਲੇ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ। ਤੇ ਗ੍ਰੰਥੀ ਸਿੰਘ ਦੀ ਜਿਹੜੀ ਪਦਵੀ ਹੈ, ਇਹ ਗੁਰੂ ਕੇ ਵਜ਼ੀਰ ਦੀ ਹੀ ਪਦਵੀ ਹੋਇਆ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਵਜ਼ੀਰ ਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵੀ ਵਜ਼ੀਰ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਣਾ ਕੀਤਾ ਹੈ, ਬਾਬਾ ਬੁੱਢਾ ਜੀ, ਆਪ ਜੀ ਅਤਿਅੰਤ ਚਤੁਰ ਹੋ, ਸੁਜਾਨ ਹੋ, ਅੰਤਰਜਾਮੀ ਹੋ, ਵੱਡਿਆਂ ਸਤਿਗੁਰਾਂ ਦੇ ਚਰਨ ਸੇਵਕ ਹੋ, ਧੀਰਜ ਧਾਰੀ ਹੋ, ਪਰ ਉਪਕਾਰੀ ਹੋ, ਬ੍ਰਹਮ ਗਿਆਨੀ ਹੋ। ਆਪ ਜੀ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ, ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਸ ਅਸਥਾਨ ਤੇ ਕੀਤਾ ਜਾਵੇ।
ਤੇ ਬਾਬਾ ਬੁੱਢਾ ਸਾਹਿਬ ਜੀ ਬਚਨ ਕਰਦੇ ਹਨ, ਸਤਿਗੁਰੂ ਜੀ ਅਸੀਂ ਤੇ ਆਪ ਜੀ ਦੇ ਅਦਨੇ ਜੇ ਸੇਵਕ ਹਾਂ, ਆਪ ਜੀ ਦੇ ਦਰ ਦੇ ਝਾੜੂ ਬਰਦਾਰ ਹਾਂ, ਆਪ ਜੀ ਦੀਆਂ ਸੰਗਤਾਂ ਦੇ ਜੋੜੇ ਝਾੜਨ ਵਾਲੇ ਹਾਂ। ਮਹਾਰਾਜ ਆਪ ਜੀ ਦੇ ਪਸ਼ੂਆਂ ਦੇ ਘਾਈਏ ਹਾਂ, ਘਾਹ ਵੱਢ ਕੇ ਕੱਖ ਵੱਢ ਕੇ ਪਾਉਣ ਵਾਲੇ ਹਾਂ। ਪਰ ਆਪ ਜੀ ਜੇਕਰ ਸਾਨੂੰ ਦਾਸਾਂ ਨੂੰ ਮਾਣ ਬਖਸ਼ਦੇ ਹੋ ਤੇ ਸੱਚੇ ਪਾਤਸ਼ਾਹ ਸਾਰੇ ਹੀ ਕਰੋੜਾਂ ਬ੍ਰਹਮੰਡਾਂ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਵੱਡਾ ਪਾਵਨ ਅਸਥਾਨ ਕੋਈ ਨਹੀਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਰੀ ਦਾ ਹੀ ਸਰੂਪ ਹੈ ਤੇ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਾਵਨ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇ, ਸਭ ਤੋਂ ਉੱਤਮ ਅਸਥਾਨ ਇਹੀਓ ਹੀ ਹੈ। ਮਹਾਰਾਜ ਇਸ ਪਾਵਨ ਅਸਥਾਨ ਤੇ ਸਦੀਵ ਕਾਲ ਤੱਕ ਧੁਰ ਕੀ ਬਾਣੀ ਦਾ ਪ੍ਰਚਾਰ ਹੋਵੇ, ਕੀਰਤਨ ਹੋਵੇ, ਸ਼ਬਦ ਗੁਰੂ ਦਾ ਪੂਜਨ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਪਮਾ ਹੋਵੇ। ਜੋਗ ਗੱਲ ਤੇ ਜੋਗ ਸਥਾਨ ਇਹੋ ਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ। ਬਾਬਾ ਬੁੱਢਾ ਸਾਹਿਬ ਜੀ ਵੱਡਿਆਂ ਸਤਿਗੁਰਾਂ ਦੇ ਸਤਿਕਾਰੇ ਸਿੱਖ ਹੋ, ਆਪ ਜੀ ਦੀ ਇਹ ਜਿਹੜੀ ਇੱਛਾ ਹੈ, ਆਪ ਜੀ ਦਾ ਜਿਹੜਾ ਮਸ਼ਵਰਾ ਵਿਚਾਰ ਹੈ, ਬੜੀ ਜਥਾਯੋਗ ਹੈ। ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੀ ਕੀਤਾ ਜਾਵੇਗਾ। ਇਸ ਪ੍ਰਕਾਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਿਰਾਜਣ ਲੱਗੇ ਨੇ ਤੇ ਹਿਰਦੇ ਦੇ ਅੰਦਰ ਵਿਚਾਰ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਵਾਲਾ ਜਿਹੜਾ ਪਾਠਕ ਹੋਣਾ ਹੈ, ਜਿਹੜਾ ਪਾਠੀ ਸਿੰਘ ਹੋਣਾ ਹੈ, ਗ੍ਰੰਥੀ ਸਿੰਘ ਹੋਣਾ, ਉਹ ਕਿਹੜਾ ਸਿੱਖ ਹੋਵੇ। ਤੇ ਫਿਰ ਮਹਾਰਾਜ ਸਾਹਿਬ ਜੀ ਨੇ ਵਿਚਾਰਨਾ ਕੀਤਾ, ਬਹੁਤ ਵੱਡਾ ਭਾਰੀ ਕਾਰਜ ਹੈ, ਇਹ ਛੋਟਾ ਕਾਰਜ ਨਹੀਂ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਉਹ ਕੋਈ ਸਾਧ ਸੰਗਤ ਜੀ ਰਿਖੀਆਂ ਮੁਨੀਆਂ ਦੀ ਲੜਾਈ ਝਗੜੇ ਦਾ ਗ੍ਰੰਥ, ਕੋਈ ਵੇਦ ਸ਼ਾਸਤਰ ਥੋੜਾ ਜਿਹੜਾ ਮਰਜੀ ਤਾਬਿਆ ਬੈਠ ਜਾਵੇ। ਇੱਥੇ ਤੇ ਯੋਗ ਅਧਿਕਾਰੀ ਚਾਹੀਦਾ, ਅਵਸਥਾ ਵਾਲਾ ਚਾਹੀਦਾ, ਨੀਵੇਂ ਮਨ ਵਾਲਾ ਚਾਹੀਦਾ, ਨਿਰਮਲ ਸੁਰਤ ਵਾਲਾ ਚਾਹੀਦਾ, ਕਮਾਏ ਹੋਏ ਜੀਵਨ ਵਾਲਾ ਚਾਹੀਦਾ, ਇੱਥੇ ਤੇ ਬੰਦਗੀ ਵਾਲਾ ਚਾਹੀਦਾ। ਇੱਥੇ ਤਾਂ ਪੂਰਨ ਪੁਰਖ ਦੀ ਲੋੜ ਹੈ, ਕਿਉਂਕਿ ਪੂਰਨ ਦੀ ਤਾਬਿਆ ਵਿੱਚ ਬੈਠਣਾ ਹੈ। ਸਤਿਗੁਰੂ ਜੀ ਪੂਰੇ ਨੇ ਨਾ, ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਹੁਣ ਪੂਰੇ ਦੇ ਗੁਣ ਗਾਇਨ ਕਰਨ ਵਾਲਾ ਵੀ ਪੂਰਾ ਹੋਣਾ ਚਾਹੀਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕਰਨਾ ਕੀਤੀ ਏ, ਕੁੱਲ ਸੰਸਾਰ ਦੇ ਅੰਦਰ ਸਤਿਗੁਰਾਂ ਦੀਆਂ ਜਿਹੜੀਆਂ ਕੁਲਾਂ ਨੇ ਸਭ ਤੋਂ ਸਰਵਸ਼੍ਰੇਸ਼ਟ ਨੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬੇਦੀ ਬੰਸ ਹੋ ਗਈ। ਇਸੇ ਪ੍ਰਕਾਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਤ੍ਰਿਹਣ ਬੰਸ ਹੋ ਗਈ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਭੱਲਿਆਂ ਦੀ ਬੰਸ ਹੋ ਗਈ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸੋਢੀ ਬੰਸ ਹੋ ਗਈ। ਤੇ ਮਹਾਰਾਜ ਸਾਹਿਬ ਜੀ ਨੇ ਵਿਚਾਰਨਾ ਕੀਤਾ, ਇਹਨਾਂ ਚਾਰੇ ਹੀ ਬੰਸਾਂ ਦੇ ਵਿੱਚੋਂ ਕਿਸੇ ਸਾਹਿਬਜ਼ਾਦੇ ਦੀ ਸੇਵਾ ਲਾਈਏ। ਹਿਰਦੇ ਦੇ ਅੰਦਰ ਵਿਚਾਰ ਕੀਤੀ, ਗੁਰੂ ਕੀ ਬੰਸ ਹੋਣ ਦੇ ਕਾਰਨ ਹਿਰਦੇ ਦੇ ਅੰਦਰ ਹੰਕਾਰ ਹੈ, ਅਸੀਂ ਗੁਰੂ ਕੇ ਪੁੱਤਰ ਹਾਂ, ਅਸੀਂ ਗੁਰੂ ਕੀ ਬੰਸ ਹਾਂ। ਇਸ ਕਰਕੇ ਗੁਰੂ ਬੰਸ ਹੋਣੇ ਕਰਕੇ ਹਿਰਦਿਆਂ ਦੇ ਅੰਦਰ ਸੂਖਮ ਹੰਗਤਾ ਹੈ ਤੇ ਹੰਗਤਾ ਵਾਲੇ ਨੂੰ ਸਤਿਗੁਰੂ ਜੀ ਦੀ ਤਾਬਿਆ ਹੈਡ ਗ੍ਰੰਥੀ ਬਣਾ ਕਰਕੇ ਨਹੀਂ ਬਿਠਾਇਆ ਜਾ ਸਕਦਾ। ਵਿਚਾਰ ਕਰਨਾ ਕੀਤੀ ਤੇ ਸੇਵਕ ਦੀ ਵਸਤੂ ਹੈ, ਜਿਹੜਾ ਅੰਨ ਹੋਵੇ, ਪਿਆਰ ਵਾਲਾ ਹੋਵੇ, ਸ਼ਰਧਾ ਵਾਲਾ ਹੋਵੇ, ਜਿਸ ਦਾ ਜੀਵਨ ਕਮਾਇਆ ਹੋਵੇ, ਜਿਸ ਦੀ ਕਹਿਣੀ ਤੇ ਕਰਨੀ ਇੱਕ ਸਦਰਸ਼ ਹੋਵੇ, ਇੱਕ ਤੁਲ ਹੋਵੇ, ਕਹਿਣੀ ਤੇ ਕਰਨੀ ਦੇ ਵਿੱਚ ਫਰਕ ਨਾ ਹੋਵੇ, ਜਿਸ ਦਾ ਮਨ ਗੁਰਚਰਨਾਂ ਦਾ ਭੌਰਾ ਹੋਵੇ, ਐਸਾ ਗੁਰਸਿੱਖ ਲੋੜੀਦਾ ਹੈ। ਫਿਰ ਸਾਰਿਆਂ ਸਿੱਖਾਂ ਦੇ ਉੱਪਰ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਤਰੀਵ ਵਿਚਾਰ ਦੁਆਰਾ ਝਾਤ ਪਾਈਏ ਨਾ, ਤੇ ਬਾਬਾ ਬੁੱਢਾ ਸਾਹਿਬ ਜੀ ਦਾ ਸਵਰੂਪ ਹਿਰਦੇ ਦੇ ਅੰਦਰ ਚਿਤਰਿਆ ਗਿਆ ਹੈ। ਐਸੇ ਕਹਿਣੀ ਕਰਨੀ ਦੇ ਪੂਰੇ ਪੂਰਨ ਮਹਾਂਪੁਰਖ ਬ੍ਰਹਮ ਗਿਆਨੀ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਬਣਾ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਤਰੀ ਦੇ ਸਮੇਂ ਬਿਰਾਜੇ ਨੇ, ਅੰਮ੍ਰਿਤ ਵੇਲੇ ਵੱਡੇ ਤੜਕੇ ਉੱਠੇ ਨੇ, ਸੁਚਮਤਾ ਦੇ ਸਹਿਤ ਇਸ਼ਨਾਨ ਇਤਿਆਦਿਕ ਕਰਕੇ ਆਪਣੇ ਨਿਜ ਸਵਰੂਪ ਦਾ ਧਿਆਨ ਧਾਰਨ ਕਰਕੇ ਬੈਠੇ ਨੇ। ਸਤਿਗੁਰੂ ਜੀ ਨੇ ਆਪਣੇ ਆਤਮ ਸਰੂਪ ਦਾ ਧਿਆਨ ਧਰਦਿਆਂ ਸਮਾਧੀ ਦੇ ਵਿੱਚ ਬੈਠ ਕਰਕੇ ਆਪਣੇ ਸਰੂਪ ਦੇ ਅੰਦਰ ਸੁਰਤ ਨੂੰ ਜੋੜਨਾ ਕੀਤਾ ਹੈ। ਵਕਤ ਦੇ ਨਾਲ ਸਮਾਧੀ ਨੂੰ ਉਥਾਨ ਕੀਤਾ ਹੈ, ਨੇਤਰ ਉਘਾਰੇ ਨੇ, ਫਿਰ ਤਿਆਰੀ ਪ੍ਰਾਰੰਭ ਕਰ ਦਿੱਤੀ ਏ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਤਿਆਰਾ ਕਰੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਭਾਇਮਾਨ ਕਰਨਾ, ਪ੍ਰਕਾਸ਼ ਕਰਨਾ ਹੈ।
ਸਾਧ ਸੰਗਤ ਜੀ ਬਹੁਤ ਸੁੰਦਰ ਮੰਜੀ ਸਾਹਿਬ ਆ ਗਈ। ਗੱਦੀਆਂ ਉੱਪਰ ਸਜਾ ਦਿੱਤੀਆਂ ਗਈਆਂ, ਸਰਹਾਣੀਆਂ ਉੱਪਰ ਸਜਾ ਦਿੱਤੀਆਂ ਗਈਆਂ। ਸਤਿਗੁਰੂ ਜੀ ਦੇ ਪਾਵਨ ਸਵਰੂਪ ਨੂੰ ਉਸ ਮੰਜੀ ਸਾਹਿਬ ਦੇ ਉੱਪਰ ਸੁਭਾਏਮਾਨ ਕਰਨਾ ਕੀਤਾ। ਰਾਮਸਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਤੋਂ ਲੈ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੱਕ ਸੰਗਤਾਂ ਵਿਚਕਾਰੋਂ ਜਗ੍ਹਾ ਛੱਡ ਕੇ ਤੇ ਦੋਵਾਂ ਪਾਸੇ ਲਾਈਨਾਂ ਬਣਾ ਕਰਕੇ ਖੜੀਆਂ ਹੋ ਗਈਆਂ ਨੇ। ਸਾਰੀਆਂ ਸੰਗਤਾਂ ਨੇ ਫੁੱਲ ਮਾਲਾ ਪਕੜੀਆਂ ਹੋਈਆਂ ਨੇ। ਕਿਸੇ ਨੇ ਚੰਦਨ, ਕਿਸੇ ਨੇ ਕੇਸਰ ਇਤਿਆਦਿਕ ਘਸਾ ਕਰਕੇ ਖੁਸ਼ਬੂਆਂ ਤਿਆਰ ਕੀਤੀਆਂ ਨੇ। ਕਿਸੇ ਨੇ ਅਤਰ, ਕਿਸੇ ਨੇ ਗੁਲੇਲ ਨੂੰ ਇਸ ਪ੍ਰਕਾਰ ਛਿੜਕਾਓ ਕਰਕੇ ਮਹਿਕਾਇਆ ਹੋਇਆ ਹੈ। ਬਹੁਤ ਸਾਰੀਆਂ ਸੰਗਤਾਂ ਨੇ ਫੁੱਲ ਹੱਥਾਂ ਦੇ ਵਿੱਚ ਪਕੜੇ ਹੋਏ ਨੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾਲਤਾ ਕੀਤੀ ਹੈ। ਅਰਦਾਸਾ ਸੋਧਿਆ ਗਿਆ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਸੀਸ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਵਾਲੀ ਮੰਜੀ ਸਾਹਿਬ ਨੂੰ ਸੀਸ ਦੇ ਉੱਪਰ ਸੋਭਨੀਕ ਕੀਤਾ ਗਿਆ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਨੰਗੇ ਚਰਨੀ ਨੇ। ਆਪਣੇ ਪਵਿੱਤਰ ਹਸਤ ਕਮਲਾਂ ਦੇ ਅੰਦਰ ਚੌਰ ਸਾਹਿਬ ਫੜਿਆ ਹੈ ਤੇ ਸਤਿਗੁਰੂ ਜੀ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਰ ਬਰਦਾਰ ਬਣ ਕੇ ਚੌਰ ਸਾਹਿਬ ਕਰ ਰਹੇ ਨੇ। ਕਿਤਨੀ ਮਹਾਨਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਜੋ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਪ੍ਰਤੱਖ ਰੱਬ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨੰਗੇ ਚਰਨੀ ਚੌਰ ਬਰਦਾਰ ਬਣੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਛਤਰ ਪਕੜਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਉੱਪਰ ਛਤਰ ਝੁਲਾਇਆ ਗਿਆ। ਚੌਰ ਸਾਹਿਬ ਕਰਦਿਆਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕੀਰਤਨ ਕਰਦਿਆਂ ਨਫੀਰੀਆਂ ਵੱਜ ਰਹੀਆਂ ਨੇ, ਵਾਜੇ ਵੱਜ ਰਹੇ ਨੇ, ਸੰਖਾਂ ਦੀਆਂ ਧੁਨਾਂ ਹੋ ਰਹੀਆਂ ਨੇ, ਸੰਖ ਪੂਰੇ ਜਾ ਰਹੇ ਨੇ। ਇਸੇ ਪ੍ਰਕਾਰ ਨਗਾਰੇ ਵੱਜ ਰਹੇ ਨੇ ਤੇ ਸਾਧ ਸੰਗਤ ਜੀ ਦੁੰਦਬਾਂ ਦੀ ਆਵਾਜ਼ ਦੇ ਨਾਲ, ਮਿੱਠੀ ਧੁਨੀ ਦੇ ਨਾਲ, ਗਰਜਵੀਂ ਆਵਾਜ਼ ਦੇ ਨਾਲ ਸ਼ਬਦਾਂ ਦਾ ਕੀਰਤਨ ਕਰਦਿਆਂ, ਗੁਰਬਾਣੀ ਦਾ ਕੀਰਤਨ ਕਰਦਿਆਂ ਰਾਮਸਰ ਸਾਹਿਬ ਸਰੋਵਰ ਜੀ ਦੇ ਕੰਢੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਵਾਲੇ ਅਸਥਾਨ ਤੋਂ ਚੱਲਦਿਆਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਨੂੰ ਲੈ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਪੁੱਜੇ ਨੇ। ਸੱਚਖੰਡ ਦਰਬਾਰ ਦੇ ਅੰਦਰ ਬਹੁਤ ਸੋਹਣੀ ਵਿਛਾਈ ਪਹਿਲਾਂ ਤੋਂ ਕੀਤੀ ਹੋਈ ਏ। ਉਸ ਵਿਛਾਈ ਦੇ ਉੱਪਰ ਜਿੱਥੇ ਮੰਜੀ ਸਾਹਿਬ ਸਤਿਗੁਰੂ ਜੀ ਦੀ ਅਥਵਾ ਪੀੜਾ ਸਾਹਿਬ ਰੱਖਿਆ ਜਾਣਾ ਨਾ, ਗ੍ਰੰਥੀ ਸਿੰਘ ਦੇ ਨਾਲੋਂ ਇੱਕ ਵਿਛਾਈ ਵੱਧ ਕੀਤੀ ਹੋਈ ਏ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਜਿਆਂ ਦੇ ਰਾਜੇ ਨੇ ਨਾ, ਤੁਮ ਹੋ ਸਭ ਰਾਜਨ ਕੇ ਰਾਜਾ। ਤੇ ਜਿਹੜਾ ਰਾਜੇ ਦਾ ਤਖਤ ਹੁੰਦਾ ਨਾ ਸਾਧ ਸੰਗਤ ਜੀ, ਵਜ਼ੀਰ ਦੇ ਨਾਲੋਂ ਹਮੇਸ਼ਾ ਹੀ ਉੱਚਾ ਹੋਇਆ ਕਰਦਾ ਹੈ ਤੇ ਵਜ਼ੀਰ ਦਾ ਜਿਹੜਾ ਤਖਤ ਹੈ ਰਾਜੇ ਨਾਲੋਂ ਨੀਵਾਂ ਹੋਇਆ ਕਰਦਾ ਹੈ। ਇਸ ਕਰਕੇ ਮੰਜੀ ਸਾਹਿਬ ਜੀ ਦੇ ਪਾਵਿਆਂ ਦੇ ਥੱਲੇ ਇੱਕ ਵਿਛਾਈ ਵੱਧ ਵਿਛਾਈ ਗਈ ਏ। ਜਿਸ ਜਗ੍ਹਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬੈਠਣਾ ਉਸ ਅਸਥਾਨ ਦੇ ਨਾਲੋਂ ਇਹ ਮਰਿਆਦਾ ਵੀ ਹੈ ਗੁਰੂ ਘਰ ਦੀ। ਦੋ ਗੁਰਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੋਂ ਪਕੜ ਕਰਕੇ ਮੰਜੀ ਸਾਹਿਬ ਅਥਵਾ ਪੀੜਾ ਸਾਹਿਬ ਜੀ ਨੂੰ ਖੱਬਿਓ ਤੇ ਸੱਜਿਓ ਪਾਵਿਆਂ ਤੋਂ ਪਕੜ ਕਰਕੇ ਸੋਹਣੀ ਵਿਛਾਈ ਦੇ ਉੱਪਰ ਟਿਕਾਇਆ ਗਿਆ ਹੈ। ਕਮਰ ਕੱਸਾ ਖੋਲਿਆ ਗਿਆ ਹੈ, ਅਰਦਾਸਾ ਸੋਧਿਆ ਗਿਆ ਹੈ ਤੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ 2 ਘੜੀ ਜਦੋਂ ਦਿਨ ਰਹਿੰਦਾ ਸੀ, 2 ਘੜੀ ਦਿਨ ਤੋਂ ਭਾਵ 24 ਮਿੰਟ ਦੀ ਇੱਕ ਘੜੀ ਹੁੰਦੀ ਏ ਤੇ 2 ਘੜੀਆਂ ਸਾਧ ਸੰਗਤ ਜੀ 48 ਮਿੰਟਾਂ ਦੀਆਂ ਬਣਦੀਆਂ ਨੇ। ਦਿਨ ਦਾ ਜਿਹੜਾ ਚੜ੍ਹਾਅ ਹੈ ਉਹ 6 ਵਜੇ ਮੰਨਿਆ ਜਾਂਦਾ ਹੈ। ਅਜੇ ਦਿਨ ਚੜ੍ਹਨ ਵਿੱਚ 2 ਘੜੀਆਂ ਬਾਕੀ ਨੇ। 6 ਵੱਜਣ ਦੇ ਵਿੱਚ 2 ਘੜੀਆਂ ਬਾਕੀ ਭਾਵ 48 ਮਿੰਟ। 5:12 ਮਿੰਟ ਦਾ ਵਕਤ ਬਣਦਾ ਅੰਮ੍ਰਿਤ ਵੇਲੇ ਦਾ, ਜਿਸ ਵੇਲੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿਖੇ ਸਥਾਪਨ ਕੀਤਾ ਗਿਆ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੇ ਸ੍ਰੀ ਕੰਠ ਚੋਂ ਜ਼ੁਬਾਨੇ ਪਾਕ ਚੋਂ ਪ੍ਰਵਚਨ ਫਰਮਾਇਆ ਹੈ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਣੈ ਸਭ ਪੰਥ। ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਨੂੰ ਪ੍ਰਕਾਸ਼ਮਾਨ ਕਰਕੇ ਆਵਾਜ਼ਾਂ ਲਓ, ਸ੍ਰੀ ਮੁਖਵਾਕ ਲਓ, ਸਾਰਾ ਪੰਥ ਹੈ ਜੋ ਸੁਣਨਾ ਕਰੇ। ਇਸ ਪ੍ਰਕਾਰ ਸ੍ਰੇਸ਼ਟ ਭਾਵਨਾ ਦੇ ਨਾਲ ਬੁੱਢੇ ਸਾਹਿਬ ਗ੍ਰੰਥ ਤਬ ਖੋਲਾ, ਬੜੇ ਪਿਆਰ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਮੰਗਲ ਪੜ੍ਹਦਿਆਂ ਹੋਇਆਂ ਪ੍ਰਕਾਸ਼ ਕਰਨਾ ਕੀਤਾ ਹੈ ਤੇ ਪ੍ਰੇਮ ਭਾਵਨਾ ਦੇ ਨਾਲ ਫਿਰ ਆਪਣੇ ਮੁਖ ਦੇ ਵਿੱਚੋਂ ਸ੍ਰੀ ਮੁਖਵਾਕ ਪੜ੍ਹਨਾ ਕੀਤਾ ਹੈ। ਤੇ ਸਾਧ ਸੰਗਤ ਜੀਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਹਿਲੇ ਪ੍ਰਕਾਸ਼ ਪੁਰਬ ਤੇ ਅੱਜ ਤੋਂ 416 ਸਾਲ ਪਹਿਲਾਂ ਭਾਦਰੋਂ ਸੁਦੀ 1 ਸੰਮਤ ਬਿਕਰਮੀ 1661 ਨੂੰ ਜਿਹੜਾ ਪਹਿਲਾ ਸ੍ਰੀ ਮੁਖਵਾਕ ਆਇਆ ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹਿਆ, ਉਹ ਸ੍ਰੀ ਮੁਖਵਾਕ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ
ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜਿਸ ਵੇਲੇ ਸੰਪੂਰਨ ਸ੍ਰੀ ਮੁਖਵਾਕ ਪੜ੍ਹਿਆ ਗਿਆ ਤੇ ਇਤਿਹਾਸ ਵਿੱਚ ਬਚਨ ਆਉਂਦੇ ਨੇ ਸ੍ਰੀ ਮੁਖਵਾਕ ਸੰਪੰਨ ਹੋਣ ਤੇ ਪੂਰਾ ਹੋਣ ਤੇ, ਜਿਵੇਂ ਅੱਜ ਦੀ ਮਰਿਆਦਾ ਹੈ ਨਾ, ਸ੍ਰੀ ਮੁਖਵਾਕ ਲੈ ਕੇ ਫਤਿਹ ਬੁਲਾਈ ਜਾਂਦੀ ਹੈ। ਤੇ ਬੇਨਤੀ ਕਰਾਂ, ਇਹ ਜਿਹੜੀ ਫਤਿਹ ਹੈ ਗੁਰੂ ਖਾਲਸੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਭੰਗਾਣੀ ਦਾ ਯੁੱਧ ਜਿੱਤ ਕੇ ਫਿਰ ਬਖਸ਼ੀਏ। ਪਹਿਲਾਂ ਫਤਿਹ ਸਿੱਖ ਧਰਮ ਦੇ ਅੰਦਰ ਮੌਜੂਦ ਨਹੀਂ ਸੀ। ਇਹ ਫਤਿਹ ਦਾ ਜੋ ਬੋਲਾ ਹੈ ਸਿੱਖ ਧਰਮ ਦੇ ਅੰਦਰ ਪਹਿਲਾਂ ਤੋਂ ਮੌਜੂਦ ਨਹੀਂ ਸੀ। ਸੋ ਜਿਸ ਵੇਲੇ ਸ੍ਰੀ ਮੁਖਵਾਕ ਲੈ ਗਿਆ ਤੇ ਇਸ ਵੇਲੇ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇ ਜੈਕਾਰੇ ਗੁੰਜਾਏ ਗਏ। ਜਿਸ ਵੇਲੇ ਜੈਕਾਰੇ ਗੂੰਜੇ ਨੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਰਸਨਾ ਤੋਂ ਫਿਰ ਬਚਨ ਉਚਾਰਿਆ ਹੈ, ਬਾਬਾ ਬੁੱਢਾ ਸਾਹਿਬ ਜੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਸਰਵਣ ਕਰਵਾਓ। ਬਾਬਾ ਬੁੱਢਾ ਸਾਹਿਬ ਜੀ ਪੂਰਨ ਬ੍ਰਹਮ ਗਿਆਨੀ, ਕਮਾਇਆ ਹੋਇਆ ਜੀਵਨ ਰੋਮ ਰੋਮ ਕਰਕੇ ਸਤਿਗੁਰੂ ਜੀ ਨੂੰ ਸਮਰਪਿਤ, ਧੁਰ ਅੰਦਰ ਤੋਂ ਵਾਹਿਗੁਰੂ ਜੀ ਦੇ ਨਾਲ ਜੁੜੇ ਹੋਏ। ਜਿਸ ਵੇਲੇ ਅੰਮ੍ਰਿਤ ਮਈ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਨੂੰ ਪੜ੍ਹਿਆ ਨਾ ਤੇ ਸਾਧ ਸੰਗਤ ਜੀ ਐਸਾ ਮਾਹੌਲ ਬਣ ਗਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ, ਜਿਤਨੀ ਵੀ ਸੰਗਤ ਸਰਵਣ ਕਰ ਰਹੀ ਹੈ ਰੋਮ ਰੋਮ ਦੇ ਵਿੱਚੋਂ ਨਾਮ ਦੀਆਂ ਚਰਨਹਟਾਂ ਛਿੜ ਪਈਆਂ ਨੇ। ਗੁਰਮੁਖ ਰੋਮ ਰੋਮ ਹਰ ਧਿਆਵੈ। ਐਸੀ ਪਿਆਰ ਵਾਲੀ ਅਕਹਿ ਅਸਹਿ ਅਵਸਥਾ ਬਣੀ ਏ ਜਿਸ ਨੂੰ ਅਲਫਾਜ਼ਾਂ ਦੇ ਨਾਲ, ਸ਼ਬਦਾਂ ਦੇ ਨਾਲ, ਬੋਲਾਂ ਦੇ ਨਾਲ ਬੋਲ ਕੇ ਸਾਧ ਸੰਗਤ ਜੀ ਬਿਆਨ ਨਹੀਂ ਕੀਤਾ ਜਾ ਸਕਦਾ। ਬਾਬਾ ਬੁੱਢਾ ਸਾਹਿਬ ਜੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਗਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੋਨਾਂ ਹਸਤ ਕਮਲਾਂ ਦੇ ਨਾਲ ਪਕੜ ਕਰਕੇ ਚੌਰ ਸਾਹਿਬ ਕਰਦੇ ਰਹੇ। ਸਾਧ ਸੰਗਤ ਜੀ ਇਹ ਵੀ ਬੇਨਤੀ ਕਰਦੇ ਵਾਂ, ਜਦੋਂ ਵੀ ਸੇਵਾ ਕਰਨੀ ਹੈ, ਚਾਹੇ ਲੰਗਰ ਵਰਤਾਉਣ ਦੀ, ਚਾਹੇ ਚੌਰ ਸਾਹਿਬ ਕਰਨ ਦੀ, ਯਤਨ ਕਰਨਾ ਦੋਵਾਂ ਹੱਥਾਂ ਦੇ ਨਾਲ ਹੀ ਕੀਤੀ ਜਾਵੇ, ਕਿਉਂਕਿ ਸੇਵਾ ਨੂੰ ਸਮਾਂ ਵੀ ਉਤਨਾ ਹੀ ਲੱਗਣਾ ਤੇ ਸੇਵਾ ਵੀ ਉਹੀ ਹੋਈ ਹੈ। ਪਰ ਜੇ ਇੱਕ ਹੱਥ ਦੇ ਨਾਲ ਕਰਾਂਗੇ ਕਿ ਇੱਕੋ ਹੱਥ ਸਫਲਾ ਹੋਣਾ ਹੈ, ਜੇ ਦੋਵਾਂ ਹੱਥਾਂ ਦੇ ਨਾਲ ਕਰਾਂਗੇ ਤੇ ਦੋਵੇਂ ਹੱਥ ਸਫਲੇ ਹੋਣੇ ਨੇ। ਇੱਕ ਤੇ ਦੋਵਾਂ ਹੱਥਾਂ ਦੇ ਨਾਲ ਚੌਰ ਸਾਹਿਬ ਕਰਨਾ, ਦੋਵਾਂ ਹੱਥਾਂ ਦੇ ਨਾਲ ਜਲ ਵਰਤਾਉਣਾ ਜਾਂ ਲੰਗਰ ਦੇ ਵਿੱਚ ਕੋਈ ਵੀ ਪ੍ਰਸ਼ਾਦ ਵਰਤਾਉਣਾ। ਅਕਸਰ ਕਈ ਵਾਰ ਦੇਖਿਆ ਜਾਂਦਾ ਜਿਹੜੇ ਨਵੇਂ ਸੇਵਾਦਾਰ ਹੁੰਦੇ ਨਾ, ਕਈ ਵਾਰ ਜਲ ਜਾਂ ਦੁੱਧ ਵਰਤਾਉਂਦੇ ਸਮੇਂ ਇੱਕ ਹੱਥ ਦੇ ਨਾਲ ਹੀ ਵਰਤਾਈ ਜਾਂਦੇ ਨੇ। ਸੇਵਾ ਉਹੀ ਹੋਈ ਹੈ, ਸਮਾਂ ਵੀ ਓਨਾ ਹੀ ਲੱਗਣਾ ਹੈ। ਇੱਕ ਹੱਥ ਨਾਲ ਕਰਾਂਗੇ ਤੇ ਇੱਕੋ ਹੱਥ ਸਫਲਾ, ਦੋਵਾਂ ਦੇ ਨਾਲ ਕਰਾਂਗੇ ਤੇ ਦੋਵੇਂ ਸਫਲੇ। ਚੌਰ ਸਾਹਿਬ ਉਹੀ ਹੋਈ ਹੈ, ਇੱਕ ਹੱਥ ਦੇ ਨਾਲ ਕਰਾਂਗੇ ਤੇ ਇੱਕ ਹੱਥ ਸਫਲਾ, ਦੋਵਾਂ ਦੇ ਨਾਲ ਕਰਾਂਗੇ ਤੇ ਦੋਵੇਂ ਹੱਥ ਸਫਲੇ ਹੋ ਜਾਣੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੂਰਨੇ ਪਾਏ ਨੇ, ਦੋਵਾਂ ਹਸਤ ਕਮਲਾਂ ਦੇ ਨਾਲ ਚੌਰ ਸਾਹਿਬ ਕਰਦੇ ਨੇ। ਸ੍ਰੀ ਜਪਜੀ ਸਾਹਿਬ ਜੀ ਦਾ ਭੋਗ ਪਿਆ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਸਤਕ ਟੇਕ ਕਰਕੇ ਤੇ ਚੌਂਕੜਾ ਲਾ ਕੇ ਸੰਗਤ ਵਿੱਚ ਬੈਠ ਗਏ ਨੇ। ਜਿਸ ਦਿਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਦਿੱਤਾ ਨਾ, ਸਾਧ ਸੰਗਤ ਜੀ ਉਸ ਦਿਨ ਤੋਂ ਲੈ ਕਰਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਗੁਰਤਾ ਗੱਦੀ ਤੇ ਨਹੀਂ ਬੈਠੇ, ਅੰਦਰ ਬੈਠ ਕਰਕੇ ਆਪਣੇ ਆਪ ਨੂੰ ਨਮਸਕਾਰਾਂ ਨਹੀਂ ਕਰਵਾਈਆਂ, ਮੱਥੇ ਨਹੀਂ ਟਿਕਵਾਏ। ਪਰ ਜਿਸ ਵੇਲੇ ਸੰਗਤਾਂ ਨੇ ਦੇਖਣਾ ਕਿ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਨੇ ਤੇ ਸੰਗਤਾਂ ਨੇ ਭੋਲੇ ਭਾਅ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨੀ, ਫਿਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਨਮਸਕਾਰ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਜ ਦਿੱਤਾ, ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਸਾਡੇ ਤੋਂ ਵੀ ਵੱਡਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਕਿਸੇ ਹੋਰ ਨੂੰ ਮੱਥਾ ਟੇਕੀਏ, ਨਮਸਕਾਰ ਕਰੀਏ ਨਾ, ਤੇ ਵੱਡੇ ਦੀ ਹਜ਼ੂਰੀ ਦੇ ਵਿੱਚ ਛੋਟੇ ਨੂੰ ਪੂਜੀਏ ਤੇ ਵੱਡੇ ਦਾ ਨਿਰਾਦਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੀ ਹਜ਼ੂਰੀ ਵਿੱਚ ਤੁਸੀਂ ਸਾਡਾ ਪੂਜਨ ਕਰਦੇ ਹੋ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਦਬ ਕਾਇਮ ਨਹੀਂ ਰਹਿੰਦਾ ਹੈ। ਪਰ ਸਿੱਖਾਂ ਦੀ ਸ਼ਰਧਾ ਏ, ਮਹਾਰਾਜ ਸਾਡੇ ਵਾਸਤੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਰੱਬ ਤੇ ਤੁਸੀਂ ਵੀ ਰੱਬ, ਤੁਸੀਂ ਗੁਰਬਾਣੀ ਰੂਪ ਹੋ, ਗੁਰਬਾਣੀ 'ਚ ਵੀ ਤੁਹਾਡੀ ਜੋਤ ਹੈ, ਗੁਰਬਾਣੀ ਤੁਹਾਡੇ ਹਿਰਦੇ 'ਚ ਹੈ, ਗੁਰਬਾਣੀ ਤੁਹਾਡੇ ਅੰਦਰ ਹੈ, ਤੁਸੀਂ ਗੁਰਬਾਣੀ ਦੇ ਅੰਦਰ ਹੋ। ਮਹਾਰਾਜ ਇਹ ਤੇ ਗੁਰੂ ਗੁਰਬਾਣੀ ਦੀ ਭੇਦਤਾ ਹੈ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਚਾਰਨਾ ਕੀਤਾ, ਭਾਵੇਂ ਕਿ ਸਿੱਖ ਜਥਾ ਜੋਗ ਬਚਨ ਕਰਦੇ ਨੇ, ਗੁਰੂ ਕੇ ਸਰੀਰ ਵਿੱਚ ਤੇ ਗੁਰੂ ਕੀ ਗੁਰਬਾਣੀ ਵਿੱਚ ਅਭੇਦਤਾ ਹੈ, ਭਿੰਨ ਭੇਦ ਨਹੀਂ, ਵਖਰੇਵਾ ਨਹੀਂ। ਪਰ ਮਹਾਰਾਜ ਸਾਹਿਬ ਜੀ ਨੇ ਵਿਚਾਰਿਆ ਜੇ ਅਸੀਂ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਮੱਥੇ ਟਿਕਾਉਣ ਲੱਗ ਗਏ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਐਸੇ ਹੋਣਗੇ ਜਿਹੜੇ ਮਹਾਰਾਜ ਦੀ ਹਜ਼ੂਰੀ 'ਚ ਮੱਥੇ ਟਿਕਾਉਣੇ ਸ਼ੁਰੂ ਕਰ ਦੇਣਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਚਾਰਨਾ ਕੀਤਾ, ਇਸ ਰੀਤ ਨੂੰ ਹੁਣੇ ਇੱਥੇ ਹੀ ਬੰਦ ਕਰ ਦਈਏ। ਇਹ ਪਿਰਤ, ਇਹ ਪ੍ਰਪਾਟੀ ਅਸਾਂ ਨੇ ਆਪਣੇ ਸਿੱਖ ਧਰਮ ਦੇ ਅੰਦਰ ਪ੍ਰਚਲਿਤ ਨਹੀਂ ਹੋਣ ਦੇਣੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇੱਕ ਜੁਗਤ ਵਰਤਨਾ ਕੀਤੀ ਹੈ। ਸਾਧ ਸੰਗਤ ਜੀ
ਜਿਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕਰਕੇ ਨਤਮਸਤਕ ਹੋਈਦਾ ਨਾ, ਮੱਥਾ ਟੇਕੀਦਾ, ਤੇ ਮੱਥਾ ਟੇਕ ਕਰਕੇ ਜਿਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਾਹਰ ਆਉਣ ਲੱਗੀਦਾ, ਤੇ ਬਾਹਰ ਆਉਂਦੇ ਸਮੇਂ ਜਿੱਧਰਲੇ ਪਾਸੇ ਰਾਗੀ ਸਿੰਘ ਕੀਰਤਨ ਕਰਦੇ ਨੇ ਉਹ ਸਾਡਾ ਸੱਜਾ ਹੱਥ ਹੁੰਦਾ, ਤੇ ਖੱਬੇ ਹੱਥ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਇੱਕ ਛੋਟੀ ਜੀ ਕੋਠੜੀ ਬਣੀ ਹੋਈ ਏ। ਉਸ ਕੋਠੜੀ ਦੇ ਅੰਦਰ ਅੱਜ ਕੱਲ੍ਹ ਸਤਿਗੁਰੂ ਸਾਹਿਬ ਜੀ ਦੇ ਰੁਮਾਲਿਆਂ ਦੀਆਂ ਪੰਡਾ ਬਣ ਕੇ, ਗਠੜੀਆਂ ਬਣ ਕੇ ਤੇ ਰੱਖੀਆਂ ਹੋਇਆ ਕਰਦੀਆਂ ਨੇ। ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ, ਜਿਨ੍ਹਾਂ ਨੇ ਨਹੀਂ ਕੀਤੇ ਜਦੋਂ ਸੁਭਾਗ ਸਮਾਂ ਪ੍ਰਾਪਤ ਹੋਵੇ ਜਾ ਕੇ ਜ਼ਰੂਰ ਨਿਰਣੇ ਦੇ ਨਾਲ ਦਰਸ਼ਨ ਕਰਿਓ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪ੍ਰਕਾਸ਼ਮਾਨ ਕਰਵਾ ਕਰਕੇ ਆਪ ਉਸ ਛੋਟੀ ਜੀ ਕੋਠੜੀ ਦੇ ਵਿੱਚ ਚੌਂਕੜਾ ਮਾਰ ਕਰਕੇ ਤੇ ਪਰਦੇ ਦੇ ਵਿੱਚ ਬੈਠ ਜਾਣਾ ਕਿ ਨਾ ਸਾਨੂੰ ਗੁਰਸਿੱਖ ਸੰਗਤਾਂ ਦੇਖਣ ਤੇ ਨਾ ਸਾਨੂੰ ਮੱਥਾ ਟੇਕਣ। ਇਤਨਾ ਜ਼ਿਆਦਾ ਅਦਬ ਸਤਿਗੁਰੂ ਜੀ ਨੇ ਰੱਖਿਆ। ਆਪ ਸੰਗਤ ਵਿੱਚ ਪਰਦੇ ਦੇ ਅੰਦਰ ਛੋਟੀ ਕੋਠੜੀ ਵਿੱਚ ਸੱਜ ਜਾਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਕਾਇਮ ਰੱਖਣ ਵਾਸਤੇ। ਸਤਿਕਾਰ ਦੇ ਵਿੱਚ, ਅਦਬ ਦੇ ਵਿੱਚ ਫਰਕ ਨਾ ਪਵੇ। ਸਾਧ ਸੰਗਤ ਜੀ, ਸਾਰਾ ਦਿਨ ਕੀਰਤਨ ਹੋਇਆ ਹੈ। ਰਾਤਰੀ ਦਾ ਸਮਾਂ ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਹੋਇਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਣਾ ਕੀਤਾ, ਹੈ ਧੀਰਜ ਧਾਰੀ ਪਰ ਉਪਕਾਰੀ ਗਰੀਬ ਨਿਵਾਜ ਸਤਿਗੁਰੂ ਜੀਓ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੋਖਾਸਨ ਕਿੱਥੇ ਕਰਨਾ ਹੈ, ਬਿਰਾਜਮਾਨ ਕਿੱਥੇ ਕੀਤਾ ਜਾਵੇ? ਤੇ ਹਜ਼ੂਰ ਨੇ ਫਰਮਾਵਣਾ ਕੀਤਾ, ਜੋ ਥੜਾ ਸਾਹਿਬ ਦੇ ਉੱਪਰ ਕੋਠਾ ਸਾਹਿਬ ਹੈ, ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਜਾਓ ਤੇ ਸਾਧ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਕੋਠਾ ਸਾਹਿਬ ਹੈ। ਉਸ ਕੋਠਾ ਸਾਹਿਬ ਜੀ ਦੇ ਅੰਦਰ ਸੋਖਾਸਨ ਕੀਤਾ ਜਾਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ। ਇਸ ਅਸਥਾਨ ਤੇ ਪਹਿਲਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਿਰਾਜਿਆ ਕਰਦੇ ਸਨ। ਇਹ ਕੋਠਾ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੋਇਆ ਕਰਦਾ ਸੀ। ਤੇ ਸਾਹਿਬ ਜੀ ਨੇ ਫਰਮਾਵਣਾ ਕੀਤਾ, ਜਿਹੜਾ ਸਾਡਾ ਕੋਠਾ ਸਾਹਿਬ ਹੈ ਨਾ, ਉਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੋਖਾਸਨ ਕਰਨਾ ਹੈ। ਸਾਧ ਸੰਗਤ ਜੀ, ਵੱਡਾ ਭਾਰੀ ਸੋਹਣਾ ਸੁੱਚਾ ਬੈੱਡ ਮੰਗਵਾਇਆ ਗਿਆ, ਸੁੰਦਰ ਗਦੇਲੇ ਉਸ ਦੇ ਉੱਪਰ ਵਿਛਵਾਏ ਗਏ, ਸੋਹਣੀਆਂ ਮਖਮਲੀ ਚਾਦਰਾਂ ਉਸ ਦੇ ਉੱਪਰ ਵਿਛਾਈਆਂ ਗਈਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਖਾਸਨ ਦੀ ਤਿਆਰੀ ਹੋਣ ਲੱਗੀ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਣਾ ਕੀਤਾ, ਹੈ ਧੀਰਜ ਧਾਰੀ ਪਰ ਉਪਕਾਰੀ ਸਤਿਗੁਰੂ ਜੀ, ਆਪ ਜੀ ਦਾ ਇੱਕ ਬੈੱਡ ਵੀ ਪਲੰਘਾ ਨੇੜੇ ਲਾ ਦਈਏ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਨਹੀਂ ਪਿਆਰਿਓ, ਸਾਡੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਲੰਘੇ ਦੇ ਥੱਲੇ ਇੱਕ ਸਾਦੀ ਚਾਦਰ ਵਿਛਾ ਦਿਓ। ਮਹਾਰਾਜ, ਗੁਰਬਾਣੀ ਵੀ ਆਪ ਜੀ ਦੀ, ਗੁਰਬਾਣੀ ਵੀ ਗੁਰੂ ਤੇ ਆਪ ਜੀ ਵੀ ਗੁਰੂ, ਇੱਕ ਹੀ ਰੂਪ ਹੋ। ਗੁਰਬਾਣੀ ਪਲੰਘੇ ਤੇ ਸੁਭਾਏਮਾਨ ਕਰਨੀ ਹੈ, ਆਪ ਜੀ ਵੀ ਹੋ ਸਕਦੇ ਹੋ, ਆਪ ਜੀ ਪਲੰਘੇ ਤੇ ਸੁਭਾਏਮਾਨ ਕਿਉਂ ਨਹੀਂ ਹੁੰਦੇ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਬਾਬਾ ਬੁੱਢਾ ਸਾਹਿਬ ਜੀ, ਇਹ ਜੋ ਗੁਰਬਾਣੀ ਹੈ ਇਹ ਅਕਾਲ ਦੇ ਸਥਾਨ ਤੇ ਹੈ, ਵਾਹਿਗੁਰੂ ਜੀ ਦੇ ਨਿਰੰਕਾਰ ਜੀ ਦੇ ਸਥਾਨ ਤੇ ਹੈ। ਵਾਹੂ ਵਾਹੂ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਵਚਨ ਫਰਮਾਵਣਾ ਕੀਤੇ, ਬਾਬਾ ਬੁੱਢਾ ਸਾਹਿਬ ਜੀ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਇਹ ਸਾਡੇ ਸਰੀਰ ਤੋਂ ਵੱਡੇ ਨੇ। ਗੁਰੂ ਕਾ ਸਰੀਰ ਕਰੋੜਾਂ ਬ੍ਰਹਮੰਡਾਂ ਵਿੱਚ ਸਭ ਤੋਂ ਜ਼ਿਆਦਾ ਸਰਬ ਸ੍ਰੇਸ਼ਟ, ਵੱਡਾ ਤੇ ਪੂਜਨੀਕ ਹੋਇਆ ਕਰਦਾ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਰੀਰ ਤੋਂ ਵੀ ਵੱਡੇ ਨੇ। ਜਿਹੜੇ ਬਚਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਫਰਮਾਏ ਨਾ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਸੁਭਾਏਮਾਨ ਕਰ ਦਿੱਤੇ ਨੇ, ਅੰਕਿਤ ਕਰ ਦਿੱਤੇ, ਲਿਖ ਦਿੱਤੇ ਨੇ। ਹਜ਼ੂਰ ਨੇ ਫਰਮਾਵਣਾ ਕੀਤਾ, ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੈ ਸਭ ਨਾ ਦਰਸੈ ਹੈ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਸਾਹਿਬ ਜੀ, ਜਿਹੜਾ ਸਤਿਗੁਰਾਂ ਦਾ ਪਾਵਨ ਸਰੀਰ ਹੈ ਨਾ, ਇੱਕੋ ਹੀ ਸਮੇਂ ਤੇ ਸਾਰਿਆਂ ਥਾਵਾਂ ਤੇ ਗੁਰੂ ਕਾ ਸਰੀਰ ਦਾ ਦਰਸ਼ਨ ਨਹੀਂ ਹੋ ਸਕਦਾ। ਸਤਿਗੁਰੂ ਜੀ ਦਾ ਸਰੀਰ ਇੱਕ ਜਗ੍ਹਾ ਤੇ ਸੁਭਾਏਮਾਨ ਹੈ। ਜੇ ਗੁਰਮੁਖ ਪਿਆਰਾ ਕੋਈ ਯਾਦ ਕਰਦਾ, ਦੂਸਰਾ ਸਵਰੂਪ, ਤੀਸਰਾ ਸਵਰੂਪ, ਬਹੁਤੇ ਸਰੂਪ ਧਾਰਨ ਕਰਕੇ ਸਤਿਗੁਰੂ ਜੀ ਪੁੱਜ ਜਾਂਦੇ ਨੇ। ਪਰ ਹਰ ਵੇਲੇ ਬਹੁਤੇ ਸਵਰੂਪ ਧਾਰਨ ਕਰਕੇ ਸਭ ਜਗ੍ਹਾ ਤੇ ਗੁਰੂ ਕਾ ਸਰੀਰ ਤੇ ਮੌਜੂਦ ਨਹੀਂ ਰਹਿੰਦਾ। ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੈ ਸਭ ਨਾ ਦਰਸੈ ਹੈ। ਗ੍ਰੰਥ ਰਿਦਾ ਗੁਰ ਕੋ ਇਹ ਜਨ ਹੋ ਉੱਤਮ ਹੈ, ਸਭ ਕਾਲ ਰਹਿ ਹੈ। ਬਾਬਾ ਬੁੱਢਾ ਜੀ, ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਸਰੀਰ ਤੋਂ ਉੱਤਮ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡਾ ਹਿਰਦਾ ਏ, ਸਾਡਾ ਦਿਲ ਹੈ, ਤੇ ਸਾਡੇ ਸਰੀਰ ਤੋਂ ਉੱਤਮ ਹੈ। ਮਹਾਰਾਜ ਉੱਤਮ ਕਿਵੇਂ? ਤੇ ਫਰਮਾਵਣਾ ਕੀਤਾ, ਸਭ ਕਾਲ ਰਹਿ ਹੈ, ਸਾਰਿਆਂ ਸਮਿਆਂ ਦੇ ਵਿੱਚ, ਸਾਰਿਆਂ ਸਥਾਨਾਂ ਤੇ ਬੇਅੰਤ ਸਭ ਰੂਪ ਧਾਰਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿ ਸਕਦੇ ਨੇ।
ਤੇ ਸਾਧ ਸੰਗਤ ਜੀ ਅੱਜ ਦੇਸਾਂ ਦੇ ਵਿੱਚ, ਪ੍ਰਦੇਸ਼ਾਂ ਦੇ ਵਿੱਚ, ਘਰਾਂ ਦੇ ਵਿੱਚ, ਗਲੀਆਂ ਵਿੱਚ, ਮੁਹੱਲਿਆਂ ਵਿੱਚ, ਧਰਮਸ਼ਾਲਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਇਤਿਹਾਸਕ ਸਥਾਨਾਂ ਤੇ ਲੱਖਾਂ ਹੀ ਸਵਰੂਪ ਧਾਰਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਜਗ੍ਹਾ ਤੇ ਇੱਕੋ ਸਮੇਂ ਦਰਸ਼ਨ ਬਖਸ਼ ਰਹੇ ਨੇ ਨਾ। ਇਹ ਵਡਿਆਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਮੇਰੇ ਸਰੂਪ ਤੇ ਜਾਂ ਤੇ ਹੈ ਦੀਰਘ, ਸਾਹਿਬ ਜਾਨ ਅਦਾਇਬ ਕਹਿ ਹੈ। ਬਾਬਾ ਬੁੱਢਾ ਸਾਹਿਬ ਜੀ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਵਰੂਪ ਸਾਡੇ ਸਰੀਰ ਤੋਂ ਵੱਡਾ ਹੈ। ਇਸ ਪਾਵਨ ਸਵਰੂਪ ਨੂੰ ਸਾਹਿਬ ਜਾਣ ਕੇ, ਵਾਹਿਗੁਰੂ ਜਾਣ ਕੇ, ਨਿਰੰਕਾਰ ਜਾਣ ਕੇ ਇਸ ਦਾ ਆਦਰ ਕਰਨਾ ਹੈ, ਪੂਜਨ ਕਰਨਾ ਹੈ। ਪੂਜੋ ਚੰਦਨ ਕੇਸਰ ਕੋ ਘਸ, ਧੂਪ ਤੁਹਾਏ ਕੈ ਫੂਲ ਚੜਾਇ ਹੈ। ਚੰਦਨ ਨੂੰ ਘਸਾ ਕਰਕੇ, ਕੇਸਰ ਨੂੰ ਘਸਾ ਕਰਕੇ, ਖੁਸ਼ਬੂਆਂ ਨੂੰ ਅਰਪਣ ਕਰਕੇ, ਸੁਗੰਧੀਆਂ ਨੂੰ ਮਹਿਕਾ ਕਰਕੇ, ਫੁੱਲ ਮਾਲਾ ਅਰਪਣ ਕਰਕੇ, ਦੇਸੀ ਘਿਓ ਦੀਆਂ ਜੋਤਾਂ ਜਗਾ ਕਰਕੇ ਸਦਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪੂਜਨ ਕਰਨਾ ਹੈ। ਇਹ ਸਾਹਿਬ ਹੈ, ਇਹ ਨਿਰੰਕਾਰ ਹੈ। ਸਤਿਗੁਰੂ ਜੀ ਨੇ ਇਤਨੀ ਵਡਿਆਈ ਕਰਨਾ ਕੀਤੀ। ਮਹਾਰਾਜ ਸੁਖ ਆਸਣ ਦੀ ਵਿਧੀ ਕੀ ਹੋਵੇ, ਮਰਿਆਦਾ ਕੀ ਹੋਣੀ ਚਾਹੀਦੀ ਹੈ। ਤੇ ਹਜ਼ੂਰ ਨੇ ਫਰਮਾਵਣਾ ਕੀਤਾ, ਬਾਬਾ ਬੁੱਢਾ ਸਾਹਿਬ ਜੀ, ਜਿਸ ਵੇਲੇ 1.5 ਪਹਿਰ ਰਾਤ ਲੰਘ ਜਾਵੇ, ਸਾਧ ਸੰਗਤ ਜੀ ਸਵੇਰ ਦੇ 6 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਦਿਨ ਦੇ 4 ਪਹਿਰ ਹੁੰਦੇ ਨੇ, ਸ਼ਾਮ ਦੇ 6 ਵਜੇ ਤੋਂ ਸਵੇਰ ਦੇ 6 ਵਜੇ ਤੱਕ ਰਾਤਰੀ ਦੇ 4 ਪਹਿਰ ਹੁੰਦੇ ਨੇ। ਤੇ ਸਤਿਗੁਰੂ ਜੀ ਨੇ ਫਰਮਾਵਣਾ ਕੀਤਾ, ਜਿਸ ਵੇਲੇ 1.5 ਪਹਿਰ ਰਾਤ ਲੰਘ ਜਾਵੇ, 1 ਪਹਿਰ 3 ਘੰਟਿਆਂ ਦਾ ਤੇ 1.5 ਪਹਿਰ 4.5 ਘੰਟਿਆਂ ਦਾ, ਤੇ 6 ਵਜੇ ਤੋਂ 4.5 ਘੰਟੇ ਰਾਤਰੀ ਦੇ 10:30 ਵਜੇ ਬਣਦੇ ਨੇ। ਹਜ਼ੂਰ ਨੇ ਫਰਮਾਇਆ, ਜਦੋਂ 1.5 ਪਹਿਰ ਰਾਤ ਲੰਘ ਜਾਵੇ, ਰਾਤਰੀ ਦੇ 10:30 ਵਜੇ ਦਾ ਵਕਤ ਹੋਵੇ ਨਾ, ਉਸ ਵੇਲੇ ਕੀਰਤਨ ਸੁਹੇਲਾ ਜੀ ਦਾ ਪਾਠ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਣ ਕਰਨਾ ਹੈ। ਫਿਰ ਅਰਦਾਸਾ ਸੋਧ ਕਰਕੇ ਸੁੰਦਰ ਪਾਲਕੀ ਸਾਹਿਬ ਜੀ ਦੇ ਅੰਦਰ ਸੁਭਾਇਮਾਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਕੋਠਾ ਸਾਹਿਬ ਲੈ ਕਰਕੇ ਆਵਣਾ ਹੈ। ਇਹ ਮਰਿਆਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਪ੍ਰਚਲਿਤ ਕਰਨਾ ਕੀਤੀ ਹੈ। ਤੇ ਨਾਲ ਹੀ ਫਿਰ ਬਚਨ ਕਰਨਾ ਕੀਤਾ, ਜਿਸ ਵੇਲੇ 1.5 ਪਹਿਰ ਰਾਤ ਰਹਿ ਜਾਵੇ। ਹੁਣ ਫਿਰ ਵਿਚਾਰ ਕਰੀਏ, 6 ਵਜੇ ਦਿਨ ਦਾ ਚੜ੍ਹਾਏ ਤੇ 1.5 ਪਹਿਰ 6 ਚੋਂ 4.5 ਘੰਟੇ ਕੱਢ ਲਈਏ, ਭਾਵ ਰਾਤਰੀ ਦਾ 1:30 ਵਜੇ ਦਾ ਵਕਤ, ਜਾਂ ਇਦਾਂ ਕਹਿ ਲਈਏ ਵੱਡੇ ਤੜਕੇ ਅੰਮ੍ਰਿਤ ਵੇਲੇ 1:30 ਵਜੇ ਦਾ ਵਕਤ। ਜਦੋਂ 1:30 ਵਜੇ ਦਾ ਵਕਤ ਹੋਵੇ ਨਾ, ਉਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਅੰਦਰੋਂ ਇਸ਼ਨਾਨ ਕਰਵਾਵਣੇ ਨੇ, ਬੇਅੰਤ ਤਰੀਕੇ ਦੀ ਸੁਚਮਤਾ ਦੇ ਨਾਲ। ਸਾਧ ਸੰਗਤ ਜੀ, ਜਿਵੇਂ ਅੱਜ ਦੁੱਧ ਦੇ ਨਾਲ ਇਸ਼ਨਾਨ ਕਰਵਾਇਆ ਜਾਂਦਾ, ਇਹ ਸਤਿਗੁਰੂ ਜੀ ਨੇ ਬਚਨ ਕਰਨਾ ਕੀਤੇ ਨੇ। ਸੋ 1:30 ਵਜੇ 1.5 ਪਹਿਰ ਰਾਤ ਰਹਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਪੂਜਨ ਕੀਤਾ ਜਾਵੇ, ਦੁੱਧ ਦੇ ਨਾਲ ਇਸ਼ਨਾਨ ਕਰਵਾਇਆ ਜਾਵੇ। ਫਿਰ ਅਸਥਾਨ ਨੂੰ ਖੁਸ਼ਕ ਕਰਕੇ ਸੋਹਣੀਆਂ ਵਿਛਾਈਆਂ ਜਾਣ। ਤੇ ਜਦੋਂ 1 ਪਹਿਰ ਰਾਤ ਰਹਿ ਜਾਵੇ, ਭਾਵ ਅੰਮ੍ਰਿਤ ਵੇਲੇ ਦੇ ਜਦੋਂ 3 ਵਜਦੇ ਨੇ, ਉਦੋਂ ਗੁਰੂ ਕੇ ਕੀਰਤਨੀਏ ਸਿੰਘ ਆਉਣ ਤੇ ਆਸਾ ਜੀ ਦੀ ਵਾਰਤਾ ਕੀਰਤਨ ਪ੍ਰਾਰੰਭ ਹੋ ਜਾਵੇ। ਆਸਾ ਜੀ ਦੀ ਵਾਰ ਦਾ ਕੀਰਤਨ ਹੋਵੇ, ਗੁਰ ਸ਼ਬਦਾਂ ਦਾ ਕੀਰਤਨ ਹੋਵੇ। ਉਪਰੰਤ ਜਦੋਂ 2 ਘੜੀਆਂ ਦਿਨ ਰਹਿ ਜਾਵੇ, 2 ਘੜੀਆਂ ਸਾਧ ਸੰਗਤ ਜੀ 48 ਮਿੰਟ, 6 ਵਜਣ ਦੇ ਵਿੱਚੋਂ 48 ਮਿੰਟ ਘੱਟ ਲਗਭਗ 5:12 ਬਣਦੇ ਨੇ। ਤੇ ਹਜ਼ੂਰ ਜੀ ਨੇ ਫਰਮਾਇਆ, ਜਦੋਂ 2 ਘੜੀਆਂ ਦਿਨ ਰਹਿ ਜਾਵੇ ਨਾ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਸਵਾਰਾ ਸਾਹਿਬ ਆਵੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਫਿਰ ਆਵਾਜ਼ਾਂ ਲਿਆ ਜਾਵੇ, ਸ੍ਰੀ ਮੁਖਵਾਕ ਲਿਆ ਜਾਵੇ, ਉਪਰੰਤ ਫਿਰ ਕੀਰਤਨ ਹੋਵੇ ਤੇ ਸਾਰਾ ਦਿਨ ਕੀਰਤਨ ਦੀਆਂ ਗੁੰਜ਼ਾਰਾਂ ਪੈਂਦੀਆਂ ਰਹਿਣ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਕਤ ਤੋਂ ਲੈ ਕਰਕੇ, ਗੁਰੂ ਕਾਲ ਤੋਂ ਲੈ ਕਰਕੇ ਸਾਧ ਸੰਗਤ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਅੱਜ ਤੱਕ ਨਿਰੰਤਰ ਇਹ ਮਰਿਆਦਾ ਜਿਹੜੀ ਏ ਸਤਿਗੁਰੂ ਜੀ ਦੀ ਚਲਾਈ ਹੋਈ ਚੱਲਦੀ ਆ ਰਹੀ ਏ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੱਡਾ ਭਾਰੀ ਉਤਸ਼ਾਹ ਕੀਤਾ। ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਰਿਕਰਮਾ ਕਰਿਆ ਕਰਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਰਿਕਰਮਾ ਕਰਦੇ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਕਦੇ ਬੈਠ ਕਰਕੇ ਮੱਥੇ ਨਹੀਂ ਟਿਕਵਾਏ। ਇਤਨਾ ਵੱਡਾ ਭਾਰੀ ਅਦਬ ਆਪ ਜੀ ਨੇ ਗੁਰਬਾਣੀ ਦਾ ਰੱਖਿਆ। ਇਸੇ ਪ੍ਰਕਾਰ ਸਮਾਂ ਆਉਣ ਤੇ ਆਪਣੇ ਸੁਪੁੱਤਰ ਜਗਤ ਗੁਰੂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਨ ਕਰਨਾ ਕੀਤਾ, ਤੁਸਾਂ ਗੁਰਬਾਣੀ ਨਹੀਂ ਰਚਣੀ, ਵਾਰਾਂ ਦੇ ਉੱਪਰ ਧੁਨਾਂ ਚੜਾਉਣੀਆਂ ਨੇ। ਜੋ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮਾਂ ਆਉਣ ਤੇ ਢਾਡੀਆਂ ਦੇ ਪਾਸੋਂ ਵਾਰਾਂ ਸੁਣ ਕੇ, ਸੂਰਮਿਆਂ ਦਾ ਜਸ ਸਰਵਣ ਕਰਕੇ 22 ਵਾਰਾਂ ਦੇ ਵਿੱਚੋਂ 9 ਵਾਰਾਂ ਦੇ ਉੱਪਰ ਧੁਨਾਂ ਚੜਵਾਵਣਾ ਕੀਤੀਆਂ ਤੇ ਬਚਨ ਕਰਨਾ ਕੀਤਾ ਸੀ, ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਭਾਰੀ ਮਹਾਂਪੁਰਖ ਗੁਰੂ ਹੋਣਗੇ, ਧਰਮ ਹੇਤ ਆਪਣਾ ਸੀਸ ਕੁਰਬਾਨ ਕਰਨਗੇ। ਫਿਰ ਉਹਨਾਂ ਦੀ ਜਿਹੜੀ ਗੁਰਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ੋਭਨੀਕ ਹੋਵੇਗੀ।
ਇਹ ਇਸ਼ਾਰਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵੱਲ ਸੀ। ਤੇ ਇਹ ਵੀ ਬੇਨਤੀ ਕਰਾਂ, ਜਿੱਥੇ 5 ਸਤਿਗੁਰੂ ਸਾਹਿਬ ਜੀ ਦੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਸ਼ੋਭਨੀਕ ਹੈ। ਪਹਿਲੇ 5 ਸਤਿਗੁਰਾਂ ਦੀ, 6ਵੇਂ ਪਾਤਸ਼ਾਹ ਜੀ ਦੀਆਂ 9 ਵਾਰਾਂ ਦੇ ਉੱਪਰ ਚੜਾਈਆਂ ਹੋਈਆਂ ਧੁਨਾਂ ਨੇ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਵੈਰਾਗਮਈ ਬਾਣੀ ਹੈ। ਤੇ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਵੀ ਇੱਕ ਸ਼ਲੋਕ ਹੈ, ਬਲ ਹੋਵਾ ਬੰਧਨ ਛੁਟੇ ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ। ਭਾਵੇਂ ਅੱਜ ਕੱਲ ਆਮ ਪ੍ਰਚਾਰਿਆ ਜਾਂਦਾ ਜੀ 6 ਗੁਰੂਆਂ ਦੀ ਬਾਣੀ ਹੈ, ਪਰ ਬੇਨਤੀ ਕਰਾਂ 6ਵੇਂ ਪਾਤਸ਼ਾਹ ਜੀ ਦੀਆਂ ਧੁਨਾਂ, 10ਵੇਂ ਪਾਤਸ਼ਾਹ ਜੀ ਦਾ ਇੱਕ ਸ਼ਲੋਕ, ਇਸ ਪ੍ਰਕਾਰ 8 ਸਤਿਗੁਰੂ ਸਾਹਿਬਾਨ ਜੀ ਦੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਸੁਭਾਏਮਾਨ ਹੈ। ਇਸੇ ਪ੍ਰਕਾਰ 17 ਭੱਟ ਨੇ ਤੇ 15 ਭਗਤ ਨੇ। ਸਦਨਾ ਵਿਚਾਰ ਕੇ ਉਚਾਰ ਕੇ ਕਬੀਰ, ਰਵਿਦਾਸ ਸੈਣ ਭੀਖਣ ਤਿਰਲੋਚਨ ਨਿਹਾਰਿਓ, ਜੈ ਦੇਵ ਸੁਖਿਆਲ ਧੰਨਾ ਭਗਤ ਵਿਸਾਲ, ਨਾਮਦੇਵ ਔ ਫਰੀਦ ਰਾਮਾਨੰਦ ਚੂ ਨਿਹਾਰਿਓ। ਮਨ ਕੀਨੋ ਹੈ ਪਤੰਗ ਬੇਣੀ ਭਗਤੋ ਤੰਗ, ਸੂਰਦਾਸ ਕਾ ਪ੍ਰਸੰਗ ਸਭ ਜਗਤ ਉਜਾਰਿਓ, ਪੀਪਾ ਰਾਜ ਤਿਆਗ ਪਰਮਾਨੰਦ ਜਗੇ ਭਾਗ, ਹਰੀ ਪੂਰਨ ਮੇ ਰਾਗ ਗੁਰੂ ਗ੍ਰੰਥ ਮੇ ਲਿਖਾਰਿਓ। ਇਹਨਾਂ 15 ਮਹਾਂਪੁਰਖ ਭਗਤ ਜਨਾਂ ਦੀ ਬਾਣੀ ਵੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਦੇ ਅੰਦਰ ਸੁਭਾਏਮਾਨ ਹੈ। ਇਸੇ ਪ੍ਰਕਾਰ ਬਾਬਾ ਸੁੰਦਰ ਜੀ ਦਾ ਰਾਮਕਲੀ ਸੱਦ, ਭਾਈ ਮਰਦਾਨਾ ਜੀ ਦੇ 2 ਸ਼ਬਦ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਨੰਨ ਪਿਆਰੇ ਗੁਰਸਿੱਖ ਸਤਿਗੁਰੂ ਜੀ ਦੇ ਦਰ ਤੋਂ ਜੋ ਬਖਸ਼ੇ ਗਏ ਸੱਤੇ ਤੇ ਬਲਵੰਡੇ ਦੀ ਇੱਕ ਵਾਰ, 4 ਸਿੱਖਾਂ ਦੀ ਗੁਰਬਾਣੀ ਵੀ ਮੌਜੂਦ ਹੈ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ 31 ਰਾਗਾਂ ਦੇ ਅੰਦਰ ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ, ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ, ਵੱਡ ਹੰਸ ਸੋਰਠ ਧਨਾਸਰੀ ਤੇ ਜੈਤ ਸਰੀ, ਟੋਡੀ ਤੇ ਬੈਰਾੜੀ ਆਓ ਤੇ ਲੰਗ ਸੂਹੀ ਛਾਇਓ ਹੈ, ਬਿਲਾਵਲ ਤੇ ਗੋਂਡ ਰਾਮ ਕਲੀ ਨਟ ਮਾਲੀ ਗੌੜਾ, ਮਾਰੂ ਤੇ ਤੁਖਾਰੀ ਆਓ ਕੇਦਾਰ ਭੈਰੋ ਪਾਇਓ ਹੈ, ਬਸੰਤ ਸਾਰਗ ਮਲਾਰ ਕਾਨੜਾ ਕਲਿਆਣ, ਪ੍ਰਭਾਤੀ ਵਿਪਾਸ ਤੇ ਜੈ ਜਾਵੰਤੀ ਗੁਣ ਗਾਇਓ ਹੈ। ਇਹਨਾਂ 31 ਰਾਗਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਨੂੰ ਲਿਖਣਾ ਕੀਤਾ ਹੈ। ਇਸੇ ਪ੍ਰਕਾਰ ਜਪਜੀ ਸਾਹਿਬ ਬਾਣੀ ਹੈ, ਭਗਤ ਕਬੀਰ ਸਾਹਿਬ ਜੀ ਦੇ, ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਨੇ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਨੇ, ਭੱਟਾਂ ਦੇ ਸਵਈਏ ਸਤਿਗੁਰੂ ਜੀ ਦੇ ਸਵਈਏ। ਇਹ ਗੁਰਬਾਣੀਆਂ ਰਾਗਾਂ ਤੋਂ ਸੁਤੰਤਰ ਨੇ। ਆਮ ਕਰਕੇ ਸਵਾਲ ਕੀਤਾ ਜਾਂਦਾ ਜੀ ਗੁਰਬਾਣੀ ਜਿਹੜੀ ਏ ਰਾਗਾਂ ਦੇ ਅਧੀਨ ਹੈ। ਬੇਨਤੀ ਕਰਾਂ, ਗੁਰਬਾਣੀ ਰਾਗਾਂ ਦੇ ਅਧੀਨ ਨਹੀਂ, ਰਾਗ ਗੁਰਬਾਣੀ ਦੇ ਅਧੀਨ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਬਹੁਤ ਸਾਰੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਗਾਂ ਦੇ ਵਿੱਚ ਰਚੀ ਤੇ ਰਾਗਾਂ ਨੂੰ ਅਧੀਨ ਰੱਖਿਆ, ਤੇ ਬਹੁਤ ਸਾਰੀ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੁਤੰਤਰ ਹੈ ਜੋ ਰਾਗਾਂ ਦੇ ਵਿੱਚ ਨਹੀਂ ਉਚਾਰੀ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਦਰੋਂ ਸੁਦੀ ਏਕਮ 1661 ਸੰਮਤ ਬਿਕਰਮੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਕਰਕੇ ਸਮੂਹ ਜਗਤ ਸਿੱਖ ਸੰਸਾਰ ਸਰਬਤ ਲੋਕਾਈ ਸਰਬਤ ਸਾਧ ਸੰਗਤ ਨੂੰ ਸ਼ਬਦ ਗੁਰੂ ਦੇ ਲੜ ਲਾਵਣਾ ਕੀਤਾ ਹੈ। ਇਸ ਤੋਂ ਅਗਲਾ ਪ੍ਰਸੰਗ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਤਾਂ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇਹ। ਸੋ ਬਚਨ ਕਰ ਦੇਣਾ ਕੀਤਾ, ਸਾਡੀ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ। ਪੰਥ ਭਾਵ 5 ਪਿਆਰਿਆਂ ਦੇ ਵਿੱਚ। ਜੇ ਸਾਡੇ ਸਰੀਰ ਦਾ ਦਰਸ਼ਨ ਕਰਨਾ ਤੇ 5 ਪਿਆਰਿਆਂ ਦੇ ਦਰਸ਼ਨ ਕਰੋ। ਜੇ ਸਾਡੇ ਆਤਮਿਕ ਸਵਰੂਪ ਜੋ ਜੁਗੋ ਜੁਗ ਅਟਾਲਾ ਦਰਸ਼ਨ ਕਰਨਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ। ਇਸ ਪ੍ਰਕਾਰ ਸਾਧ ਸੰਗਤ ਜੀ ਅੱਜ 416 ਸਾਲ ਪੂਰੇ ਹੋ ਚੁੱਕੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਪ੍ਰਕਾਸ਼ ਉਤਸਵ ਗੁਰੂ ਘਰਾਂ ਦੇ ਅੰਦਰ ਤੇ ਪੂਰੇ ਸਿੱਖ ਜਗਤ ਦੇ ਅੰਦਰ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਸਾਧ ਸੰਗਤ ਜੀ ਅੱਜ ਵੀ ਕਥਾ ਦਾ ਵਕਤ 1.5 ਘੰਟਾ ਸੀ, ਲਗਭਗ 1 ਘੰਟਾ ਹੋ ਚੁੱਕਿਆ। ਅੱਧਾ ਕੁ ਘੰਟਾ ਅਸੀਂ ਸਤਿਗੁਰੂ ਜੀ ਦੀ ਗੁਰਬਾਣੀ ਦੀ ਵਿਚਾਰ ਹੁਣ ਸਰਵਣ ਕਰਾਂਗੇ ਤੇ ਨਾਲ ਹੀ ਬੇਨਤੀਆਂ ਕਰਦੇ ਹਾਂ। ਜਿੱਥੇ ਗੁਰੂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਿਆ ਜਾਂਦਾ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ ਸੀ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਮਹਾਨ ਗੁਰੂ ਨੇ, ਜਿਹੜਾ ਪੜ੍ਹੇਗਾ, ਸ਼ਰਵਣ ਕਰੇਗਾ, ਦਰਸ਼ਨ ਕਰੇਗਾ, ਜਮਾ ਦਾ ਮੂੰਹ ਨਹੀਂ ਦੇਖੇਗਾ, ਨਰਕਾਂ ਵਿੱਚ ਨਹੀਂ ਪਏਗਾ, ਜੰਮਣ ਮਰਨ ਕੱਟਿਆ ਜਾਵੇਗਾ। ਜਿਸ ਨੂੰ ਕਿਸੇ ਪਦਾਰਥ ਦੀ ਇੱਛਾ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਜਾਂ ਕਰਵਾਵੇਗਾ, ਮਨ ਇੱਛਤ ਦਾਤਾਂ ਪ੍ਰਾਪਤ ਹੋਣਗੀਆਂ।
ਲੋਕ ਦੇ ਸੁੱਖ ਮਿਲਣਗੇ, ਪਰਲੋਕ ਦੇ ਸੁੱਖ ਮਿਲਣਗੇ। ਇੱਥੋਂ ਤੱਕ ਜੇ ਕਿਸੇ ਮਿਰਤਕ ਪ੍ਰਾਣੀ ਦੇ ਨਿਮਿਤ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਜਾਇਆ ਕਰੇਗੀ ਨਾ, ਭੋਗ ਦੇ ਸਮੇਂ ਕੜਾਹ ਪ੍ਰਸ਼ਾਦ ਦੀ ਦੇਗ ਕੀਤੀ ਜਾਵੇ, ਸਾਰੇ ਖੜੇ ਹੋ ਕਰਕੇ ਅਰਦਾਸ ਦੇ ਅੰਦਰ ਸ਼ਾਮਲ ਹੋਣ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਪੜ੍ਹਨੇ ਵਾਲਾ ਪਾਠਕ ਸਿੱਖ ਹੋਣਗੇ ਨਾ, ਉਹਨਾਂ ਨੂੰ ਜਥਾਯੋਗ ਵਸਤਰਾਂ ਦੇ ਨਾਲ, ਭੋਜਨ ਦੇ ਨਾਲ ਸੇਵਾ ਕਰਕੇ ਸਨਮਾਨ ਦੇਣਾ ਹੈ। ਮਿਰਤਕ ਪ੍ਰਾਣੀ ਵੀ ਪਰਲੋਕ ਦੇ ਅੰਦਰ ਅਤਿਅੰਤ ਸੁਖ ਪਾਵੇਗਾ, ਦੁੱਖ ਦਾ ਮੂੰਹ ਨਾ ਦੇਖੇਗਾ। ਇਸ ਪ੍ਰਕਾਰ ਕਿਸੇ ਦਾ ਕੋਈ ਕਾਰਜ ਅਟਕਿਆ ਹੋਵੇ, ਨਾ ਸਫਲਤਾ ਮਿਲਦੀ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਪਾਠ ਕਰਨਗੇ ਜਾਂ ਕਰਵਾਉਣਗੇ, ਕਾਰਜ ਨਿਰਵਿਘਨਤਾ ਦੇ ਸਹਿਤ ਸੰਪੰਨ ਹੋ ਜਾਣਗੇ। ਜਿਨ੍ਹਾਂ ਦੀ ਸੁਰਤ ਉੱਚੀ ਹੈ, ਦੁਨਿਆਵੀ ਦੁੱਖਾਂ ਸੁੱਖਾਂ ਨੂੰ ਸਮ ਕਰਕੇ ਮੰਨਦੇ ਨੇ, ਨਿਸ਼ਕਾਮ ਹੋ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨਗੇ, ਹਜ਼ੂਰ ਫਰਮਾਉਂਦੇ ਉਹ ਅੰਤ ਸਮੇਂ ਸਾਨੂੰ ਆ ਮਿਲਣਗੇ, ਸਾਡੇ ਚਰਨਾਂ 'ਚ ਭੇਦਤਾ ਪ੍ਰਾਪਤ ਕਰ ਲੈਣਗੇ। ਤੇ ਸਾਧ ਸੰਗਤ ਜੀ, ਇਸੇ ਪ੍ਰਕਾਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਆਉਂਦੇ ਨੇ, ਆਗਿਆ ਔਰ ਸੁਣੋ ਮਨ ਲਾਏ, ਸਭ ਹੀ ਮਨ ਧਾਰੋ ਸੁਖ ਪਾਏ, ਪਾਸ਼ਾ ਰੀਤ ਚਲੀ ਇਹ ਆਈ, ਮ੍ਰਿਤਕ ਪਾਸ਼ਾ ਐਸ ਕਰਾਈ, ਗਰੁੜ ਪੁਰਾਣ ਪੜਾਵਾ ਕੋਊ, ਔਰ ਪੁਰਾਣ ਪੜਨ ਮਤ ਲੋਊ, ਵੇਦ ਪੁਰਾਣ ਅਬ ਸਭ ਮਤ ਲੀਨੇ, ਸਭ ਤੇ ਸਾਰ ਗ੍ਰੰਥ ਜੀ ਗੁਰ ਕੀਨੇ, ਮ੍ਰਿਤਕ ਪਾਸ਼ਾ ਐਸ ਸੋ ਕਰਿय ਹੈ, ਗੁਰੂ ਗ੍ਰੰਥ ਕਾ ਪਾਠ ਸੋ ਧਰਿय ਹੈ, ਪਾਵਹਿ ਭੋਗ ਰਾਗ ਮਾਲਾ ਪੜ, ਖਿਨਮਹਿ ਪਾਪ ਜਾਹੇ ਤਾਕੇ ਸੜ, ਕੜਾਹ ਪ੍ਰਸ਼ਾਦ ਤਿਹ ਨਿਮਿਤ ਕਰਾਵੈ, ਨਰਕ ਕੋ ਸੋ ਮੂਲ ਨਹਿ ਜਾਵੈ। ਤੇ ਅੱਜ ਏਜੰਸੀਆਂ ਦੇ ਹੱਥੇ ਚੜੇ ਤੇ ਵਿਕੇ ਹੋਏ ਵਿਕਾਊ ਬੰਦੇ ਤੇ ਉਹਨਾਂ ਦੇ ਪੇਸ਼ ਲੱਗੇ ਅਗਿਆਨੀ ਇਹ ਗੱਲ ਕਹਿੰਦੇ, ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਕਿੱਥੇ ਲਿਖਿਆ ਹੈ, ਅਖੰਡ ਪਾਠ ਸਾਹਿਬ ਕਰਨਾ ਕਿੱਥੇ ਲਿਖਿਆ ਹੈ। ਭਲਿਓ ਪੜੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਇਸੇ ਪ੍ਰਕਾਰ ਪੜੋ ਗੁਰਬਿਲਾਸ ਪਾਤਸ਼ਾਹੀ 6ਵੀਂ ਗ੍ਰੰਥ, ਸਤਿਗੁਰੂ ਜੀ ਦੇ ਇਤਿਹਾਸ ਵਿੱਚ ਤੇ ਥਾਂ ਪਰ ਥਾਂ ਆਉਂਦਾ ਹੈ। ਇਸੇ ਪ੍ਰਕਾਰ ਪੰਜ ਪਿਆਰਿਆਂ ਦੇ ਵਿੱਚੋਂ ਮੁਖੀ ਗੁਰਸਿੱਖ ਬਾਬਾ ਦਇਆ ਸਿੰਘ ਸਾਹਿਬ ਜੀ ਦਾ ਗ੍ਰੰਥ ਪੜ੍ਹ ਕਰਕੇ ਦੇਖੋ, ਸਾਰੇ ਹੀ ਪਾਠਾਂ ਦੀਆਂ ਵਿਧੀਆਂ, ਸਹਿਜ ਪਾਠ, ਸਪਤਾਹਿਕ ਪਾਠ, ਸ੍ਰੀ ਅਖੰਡ ਪਾਠ ਸਾਹਿਬ, ਸਧਾਰਨ ਪਾਠ, ਸੰਪਟ ਪਾਠ, ਸਹਿਜ ਸੰਪਟ ਪਾਠ, ਸਪਤਾਹਿਕ ਸੰਪਟ ਪਾਠ, ਸਾਰਿਆਂ ਦੀਆਂ ਵਿਧੀਆਂ ਤੇ ਮਹਾਤਮ ਭਾਈ ਦਇਆ ਸਿੰਘ ਸਾਹਿਬ ਜੀ ਨੇ ਲਿਖੇ ਨੇ। ਤੇ ਜਿਹੜੇ ਇਹ ਗੱਲ ਕਹਿੰਦੇ ਨੇ ਪਾਠਾਂ ਦੀਆਂ ਲੜੀਆਂ ਨਹੀਂ ਚੱਲਣੀਆਂ ਚਾਹੀਦੀਆਂ, ਗੁਰੂ ਘਰ 'ਚ ਇੱਕ ਹੀ ਪਾਠ ਹੋਣਾ ਚਾਹੀਦਾ। ਬੇਅੰਤ ਸੰਗਤਾਂ ਅਰਦਾਸਾਂ ਕਰਦੀਆਂ ਨੇ, ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਤੇ ਜਦੋਂ ਪੂਰੀਆਂ ਹੁੰਦੀਆਂ ਨੇ ਤੇ ਸ਼ੁਕਰਾਨੇ ਵਜੋਂ ਅਰਦਾਸ ਕਰਨੀ ਹੈ, ਤੇ ਸ਼ੁਕਰਾਨੇ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਇਆ ਜਾਂਦਾ। ਸਾਧ ਸੰਗਤ ਜੀ, ਕਿਸੇ ਦਾਤ ਦੀ ਪ੍ਰਾਪਤੀ ਵਾਸਤੇ ਜਾਂ ਸ਼ੁਕਰਾਨੇ ਵਾਸਤੇ ਕਰਾਇਆ ਜਾਂਦਾ ਸ੍ਰੀ ਅਖੰਡ ਪਾਠ ਸਾਹਿਬ, ਜਾਂ ਸੰਪਟ ਪਾਠ, ਜਾਂ ਸਹਿਜ ਪਾਠ। ਤੇ ਜਿਨ੍ਹਾਂ ਨੇ ਨਾ ਕਰਨਾ ਨਾ ਸੁਣਨਾ, ਉਹ ਘਰੇ ਬੈਠੇ ਮੱਚੀ ਜਾਂਦੇ ਨੇ। ਪਾਠ ਕਿਉਂ ਹੁੰਦੇ ਨੇ? ਨਾ ਉਹਨਾਂ ਨੇ ਕਰਨਾ, ਨਾ ਪੜ੍ਹਨਾ, ਨਾ ਸੁਣਨਾ। ਆਪ ਤੇ ਬਾਣੀ ਪੜ੍ਹਨੀ ਤਿੰਨਾਂ ਨੂੰ ਭਾਉਂਦੀ ਨਹੀਂ, ਜੇ ਕੋਈ ਹੋਰ ਪੜ੍ਹਦਾ ਤੇ ਉਹਨਾਂ ਨੂੰ ਉਹ ਵੀ ਨਹੀਂ ਭਾਉਂਦੀ। ਕਹਿੰਦੇ ਜੀ ਇੱਕ ਹੀ ਪਾਠ ਹੋਣਾ ਚਾਹੀਦਾ ਹੈ। ਸਾਧ ਸੰਗਤ ਜੀ, ਲੱਖਾਂ ਲੋਕਾਂ ਦੀਆਂ ਹਰ ਰੋਜ਼ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ, ਲੱਖਾਂ ਲੋਕਾਂ ਨੇ ਸ਼ੁਕਰਾਨੇ ਕਰਨੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਬੇਅੰਤ ਸਥਾਨਾਂ ਤੇ, ਤਖਤ ਸਾਹਿਬਾਨਾਂ ਤੇ, ਇਤਿਹਾਸਕ ਸਥਾਨਾਂ ਤੇ ਅੱਜ ਵੀ ਪਾਠ ਦੀ ਡੇਟ ਲੈਣ ਜਾਵੋ ਤੇ 10-10 ਸਾਲ ਤੱਕ ਡੇਟ ਨਹੀਂ ਮਿਲਦੀ। 10-10 ਸਾਲ ਤੱਕ ਅੱਜ ਨੋਟ ਕਰਾ ਕੇ ਆਓਗੇ, ਤੁਹਾਡੀ ਡੇਟ 8 ਸਾਲ, 10 ਸਾਲ, 12 ਸਾਲ ਬਾਅਦ ਦੀ ਮਿਲੇਗੀ। 50-50, 60-60, 70, 80, 100 ਤੇ ਇਸ ਤੋਂ ਵੱਧ ਪਾਠ ਚੱਲਦੇ ਨੇ, ਤੇ ਤਾਂ ਵੀ ਪਾਠ ਦੀ ਡੇਟ 10-10 ਸਾਲ ਬਾਅਦ ਮਿਲਦੀ ਹੈ। ਤੇ ਜੇ ਇੱਕ ਹੀ ਪਾਠ ਚੱਲਦਾ ਹੋਵੇ ਨਾ, ਤੇ ਮੁਆਫ ਕਰਨਾ, ਜਿਹੜੀ ਡੇਟ ਹੈ ਉਹ 5000 ਜਾਂ 10,000 ਸਾਲ ਬਾਅਦ ਮਿਲੇਗੀ। ਤੇ ਫਿਰ ਪੀੜ੍ਹੀਆਂ ਲਿਖੀਆਂ ਕਰਨਗੀਆਂ ਕਿ ਅੱਜ ਤੋਂ ਸਾਡੇ ਤੋਂ 100 ਪੁਸ਼ਤਾਂ ਪਹਿਲਾਂ ਕੋਈ ਬਜ਼ੁਰਗ ਹੋਇਆ ਸੀ, ਉਹਦੀ ਮਨੋਕਾਮਨਾ ਪੂਰੀ ਹੋਈ ਸੀ ਤੇ ਉਹਦਾ ਪਾਠ ਅਸੀਂ ਕਰਾਉਣ ਲੱਗੇ ਹਾਂ। ਸਾਧ ਸੰਗਤ ਜੀ, ਇਸ ਕਰਕੇ ਇਹਨਾਂ ਭੁਲੱਕੜਾਂ ਦੇ ਪਿੱਛੇ ਨਹੀਂ ਲੱਗਣਾ। ਸਤਿਗੁਰੂ ਜੀ ਦਾਤਾਂ ਬਖਸ਼ਦੇ ਨੇ, ਜਿਨ੍ਹਾਂ ਨੂੰ ਬਖਸ਼ੀਆਂ ਉਹਨਾਂ ਸ਼ੁਕਰਾਨੇ ਕਰਨੇ ਹੀ ਨੇ। ਜਿਨ੍ਹਾਂ ਨੇ ਸ਼ੁਕਰਾਨੇ ਕਰਨੇ ਨੇ, ਉੱਥੇ ਅਖੰਡ ਪਾਠ ਸਾਹਿਬ ਹੋਣੇ ਹੀ ਨੇ। ਤੇ ਸਤਿਗੁਰੂ ਜੀ ਨੇ ਬਚਨ ਕੀਤਾ ਸੀ, ਜਿੱਥੇ ਪਰਲੋਕ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਹਾਇਕ ਹੋਣਗੇ, ਲੋਕ ਵਿੱਚ ਵੀ ਭਲਾ ਕਰਨਗੇ। ਜੀ ਕਿਵੇਂ? ਕਿੰਨੇ ਪਾਠੀ ਸਿੰਘਾਂ ਦੇ ਤਨ ਦਾ ਤੇ ਪਰਿਵਾਰ ਦਾ ਨਿਰਵਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਹੋਵੇਗਾ। ਕਿੰਨੇ ਰਾਗੀ ਸਿੰਘਾਂ ਦੇ ਪਰਿਵਾਰਾਂ ਦਾ ਨਿਰਵਾਹ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਗਾਇਨ ਕਰਨੇ ਦੇ ਨਾਲ ਹੋਵੇਗਾ। ਤੇ ਕਿੰਨੇ ਗੁਣੀ ਜਨਾਂ ਦਾ ਜਿਹੜਾ ਤਨ ਦਾ ਤੇ ਸਰੀਰ ਦਾ, ਜੋ ਸਰੀਰ ਦੀ ਉਪਜੀਵਕਾ ਹੈ, ਨਿਰਵਾਹ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅਰਥ ਕਰਕੇ ਹੋਵੇਗਾ। ਤੇ ਸਾਧ ਸੰਗਤ ਜੀ, ਅੱਜ ਪੂਰੇ ਸਿੱਖ ਜਗਤ ਸੰਸਾਰ ਦੇ ਅੰਦਰ ਕਿੰਨੇ ਹੀ ਲੱਖਾਂ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹ ਕੇ ਉਪਜੀਵਕਾ ਦੇ ਸਹਾਰੇ ਚੱਲਦੇ ਨੇ। ਇਸੇ ਪ੍ਰਕਾਰ ਇਹ ਵੀ ਸ਼ੁਕਰਾਨਾ ਹੀ ਹੈ।
ਇਸ ਤੋਂ ਸੱਚੀ ਸੁੱਚੀ ਕਿਰਤ ਹੋਰ ਕਿਹੜੀ ਹੋ ਸਕਦੀ ਹੈ? ਸਤਿਗੁਰੂ ਜੀ ਦੀ ਗੁਰਬਾਣੀ ਪੜ੍ਹਨੀ, ਗੁਰਬਾਣੀ ਦਾ ਕੀਰਤਨ ਕਰਨਾ, ਗੁਰਬਾਣੀ ਦੀ ਕਥਾ ਕਰਨੀ ਅਤਿਅੰਤ ਸੁੱਚਮਤਾ ਵਾਲੀ ਸੱਚੀ ਸੁੱਚੀ ਕਿਰਤ ਹੈ। ਇਸ ਤੋਂ ਮਹਾਨ ਕਿਰਤ ਵੀ ਨਹੀਂ। ਸਾਧ ਸੰਗਤ ਜੀ, ਇਸ ਪ੍ਰਕਾਰ ਬੇਅੰਤ ਵਡਿਆਈਆਂ, ਬੇਅੰਤ ਬਖਸ਼ਿਸ਼ਾਂ। ਇਹੀ ਕਹਿਣਾ ਬਣਦਾ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕਾਓ, ਤੂੰ ਠਾਕੁਰ ਊਚ ਭਗਵਾਨਾ। ਭਾਵੇਂ ਕਿ ਜਿਹੜਾ ਗੁਰੂ ਕਾ ਇਤਿਹਾਸ ਹੈ ਵਿਸ਼ਾਲ ਸਾਗਰ ਵਰਗਾ ਹੈ, ਇਹ ਨਹੀਂ ਕਿ ਵਿਚਾਰ ਇੱਥੇ ਸੰਪੰਨ ਹੋ ਗਈ, ਸੰਪੂਰਨ ਹੋ ਗਈ, ਬਹੁਤ ਜ਼ਿਆਦਾ ਵਡਿਆਈ ਬਾਕੀ ਹੈ। ਪਰ ਤਖਤ ਸਾਹਿਬ ਦੀ ਮਰਿਆਦਾ ਤੇ ਸਮੇਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਨੀ ਹੈ। ਦਾਰਸ਼ਨਿਕਾਂ ਦੇ, ਸਾਇੰਟਿਸਟਾਂ ਦੇ ਵੀ ਹੁਣ ਤੇ ਇਹ ਵਿਚਾਰ ਨੇ ਕਿ ਜਦੋਂ ਪੂਰੀ ਦੁਨੀਆ ਸਮਝਦਾਰ ਹੋ ਜਾਏਗੀ, ਜਿਹੜੀ ਅਜੇ ਨਹੀਂ, ਅਜੇ ਮੂਰਖ ਹੈ, ਜਦੋਂ ਪੂਰੀ ਦੁਨੀਆ ਸਮਝਦਾਰ ਹੋ ਜਾਏਗੀ ਨਾ, ਤੇ ਸਾਰੀ ਹੀ ਦੁਨੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਵੇਗੀ। ਤੇ ਜਿੱਦਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਗਈ, ਕੁੱਲ ਸੰਸਾਰ ਦੇ ਅੰਦਰ ਸ਼ਾਂਤੀ ਆ ਜਾਵੇਗੀ। ਫਿਰ ਇਹਨਾਂ ਪਰਮਾਣੂ ਹਥਿਆਰਾਂ ਦੀ ਤੇ ਐਟਮ ਬੰਬਾਂ ਦੀ ਲੋੜ ਨਹੀਂ ਸ਼ਾਂਤੀ ਵਾਸਤੇ, ਫਿਰ ਬਾਣੀ ਦੇ ਨਾਲ ਹੀ ਸ਼ਾਂਤੀ ਆ ਜਾਣੀ ਹੈ। ਅਮਰੀਕਾ ਦੇ ਵਿੱਚ ਵੀ ਆਪ ਜੀ ਜਾਣਦੇ ਹੋ, 7 ਇਮਾਰਤਾਂ ਬਣਾ ਕਰਕੇ 6 ਮੰਜ਼ਲਾਂ ਦੇ ਵਿੱਚ ਸਾਰੇ ਧਰਮਾਂ ਦੇ ਗ੍ਰੰਥ, 7ਵੇਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬਾਹਰ ਤਖਤੀ ਲਿਖ ਕਰਕੇ ਲਾ ਦਿੱਤੇ, ਦਾ ਲਾਰਡ ਆਫ ਦਾ ਵਰਲਡ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੇ ਜਗਤ ਦੇ ਰੱਬ ਨੇ। ਤੇ ਸਾਧ ਸੰਗਤ ਜੀ, ਸੁਪਰੀਮ ਕੋਰਟ ਨੇ ਵੀ ਮੰਨਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਗੁਰੂ ਨੇ। ਪ੍ਰਮਾਣ ਇਹ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਗੱਡੀਆਂ ਖਰੀਦੀਆਂ ਜਾਂਦੀਆਂ ਨੇ, ਪ੍ਰਾਪਰਟੀਆਂ ਲਈਆਂ ਜਾਂਦੀਆਂ ਨੇ, ਜ਼ਮੀਨਾਂ ਲੱਗਦੀਆਂ ਨੇ, ਰਜਿਸਟਰੀਆਂ ਹੁੰਦੀਆਂ ਨੇ। ਤੇ ਰਜਿਸਟਰੀ ਤੇ ਉਸੇ ਦੇ ਨਾਮ ਤੇ ਹੁੰਦੀ ਹੈ, ਪਟਾ ਤੇ ਉਸੇ ਦੇ ਨਾਮ ਤੇ ਚੜ੍ਹਦਾ ਨਾ ਜਿਹੜਾ ਮੌਜੂਦ ਹੋਵੇ, ਜਿਉਂਦਾ ਹਾਜ਼ਰ ਨਾਜ਼ਰ ਹੋਵੇ। ਸੁਪਰੀਮ ਕੋਰਟ, ਸਾਇੰਟਿਸਟ, ਗੁਰੂ ਕਾ ਪੰਥ, ਕੁੱਲ ਦੁਨੀਆ, ਕੁੱਲ ਆਲਮ ਦੇ ਲੋਕ ਅੱਜ ਸਤਿਗੁਰੂ ਜੀ ਦੇ ਬਚਨਾਂ ਤੇ ਫੁੱਲ ਚੜਾਉਂਦੇ ਨੇ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ, ਖੋਜ ਸ਼ਬਦ ਮਹਿ ਲੇਹ। ਇਤਨੇ ਬਚਨਾਂ ਦੇ ਨਾਲ ਇਤਿਹਾਸ ਦੀ ਵਿਚਾਰ ਨੂੰ ਦਾਸ ਵਿਰਾਮ ਦਿੰਦਾ ਹਾਂ। ਤੇ ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਹੈ, ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸ਼ਰਵਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਹੋਰ ਆਨੰਦ ਕੁਝ ਘੜੀਆਂ, ਕੁਝ ਪਲਾਂ ਵਾਸਤੇ ਮੰਨਣਾ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਗੁਰ ਸ਼ਬਦ ਬਖਸ਼ ਰਹੇ ਨੇ, ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਨੂੰ ਸਮਰਪਿਤ ਹੋ ਕਰਕੇ ਗੁਰ ਚਰਨਾਂ ਦੇ ਨਾਲ ਜੁੜਦਿਆਂ ਗੁਰ ਚਰਨਾਂ ਦਾ ਧਿਆਨ ਧਰੀਏ। ਰਸਨਾ ਦੀ ਪਵਿੱਤਰਤਾ ਤੇ ਹਿਰਦੇ ਦੀ ਇਕਾਗਰਤਾ ਦੇ ਵਾਸਤੇ ਸਹਿਤ ਪਿਆਰ ਦੇ ਜਪਣਾ ਕਰੀਏ, ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ, ਧਰਤੀ ਨੂੰ ਵੀ ਧੀਰਜ ਦੇਣ ਵਾਲੇ, ਧੀਰਜ ਧਾਰੀ ਪਰ ਉਪਕਾਰੀ ਮਹਾਬਖਸ਼ਿੰਦ, ਅੰਮ੍ਰਿਤ ਗੁਰਬਾਣੀ ਦੇ ਰਚੇਤਾ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀ। ਅਗੰਮ ਰੂਪ ਕਾ ਮਨ ਮਹਿ ਥਾਨਾ। ਗੁਰਸਿੱਖਾਂ ਨੇ ਬੇਨਤੀ ਕਰਨਾ ਕੀਤੀ ਏ, ਹੇ ਗਰੀਬ ਨਿਵਾਜ ਸਤਿਗੁਰੂ ਜੀ, ਆਪ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ 2 ਸਵਰੂਪ ਦਰਸਾਏ ਨੇ, ਨਿਰਗੁਣ ਤੇ ਸਰਗੁਣ। ਸਰਗੁਣ ਸਵਰੂਪ ਦੇ ਵਿੱਚ ਤੇ ਅਸੀਂ ਆਪ ਜੀ ਦੇ ਪ੍ਰਤੱਖ ਦਰਸ਼ਨ ਕਰਦੇ ਹਾਂ, ਆਪ ਜੀ ਹਾਜ਼ਰ ਨਾਜ਼ਰ ਹੋ। ਤੇ ਮਹਾਰਾਜ ਨਿਰਗੁਣ ਰੂਪ ਜੋ ਬ੍ਰਹਮ ਹੈ ਉਹ ਕਿੱਥੇ ਰਹਿੰਦਾ ਹੈ? ਨਿਰਗੁਣ ਬ੍ਰਹਮ ਜੀ ਵਾਸਾ ਕਿੱਥੇ ਕਰਦੇ ਨੇ? ਤੇ ਗਰੀਬ ਨਿਵਾਜ ਸਤਿਗੁਰੂ ਜੀ ਅੰਮ੍ਰਿਤਮਈ ਉਪਦੇਸ਼ ਬਖਸ਼ਦੇ ਨੇ, ਸਿੱਖੋ ਆਗਮ ਰੂਪ ਕਾ ਮਨ ਮਹਿ ਥਾਨਾ। ਸਾਧ ਸੰਗਤ ਜੀ, ਇਹ ਜਿਹੜਾ ਪਾਠ ਹੈ ਅਗਮ ਕਰਨਾ ਹੈ। ਜਿੱਥੇ ਵੀ ਐੜਾ ਗੱਗਾ ਮੰਮਾ ਪਾਠ ਆਵੇ ਅਗਮ ਕਰਨਾ ਹੈ। ਜੇ ਉੱਪਰ ਟਿੱਪੀ ਲੱਗੀ ਹੋਵੇ ਤੇ ਫਿਰ ਅਗਮ ਕਰਨਾ ਹੈ, ਜੇ ਟਿੱਪੀ ਨਹੀਂ ਫਿਰ ਅਗਮ ਕੀਤਾ ਜਾਵੇਗਾ। ਅਗਮ ਜਿਸ ਦੇ ਤੱਕ ਗਮਤਾ ਨਾ ਹੋਵੇ, ਤੇ ਗਮਤਾ ਦਾ ਅਰਥ ਹੈ ਪਹੁੰਚ। ਜਿਸ ਵਾਹਿਗੁਰੂ ਜੀ ਤੱਕ ਮੈਲੇ ਹਿਰਦੇ ਕਰਕੇ ਵੀ ਪਹੁੰਚ ਨਹੀਂ ਹੁੰਦੀ, ਮੈਲੀ ਸੁਰਤ ਕਰਕੇ ਵੀ ਪਹੁੰਚ ਨਹੀਂ ਹੁੰਦੀ, ਮੈਲੇ ਮਨ ਦੇ ਨਾਲ ਵੀ ਪਹੁੰਚ ਨਹੀਂ ਹੁੰਦੀ। ਇਸੇ ਪ੍ਰਕਾਰ ਗਮ ਹੁੰਦੀ ਚਿੰਤਾ, ਫਿਕਰ। ਜਿਹੜਾ ਵਾਹਿਗੁਰੂ ਚਿੰਤਾ ਤੋਂ ਰਹਿਤ ਹੈ, ਫਿਕਰਾਂ ਤੋਂ ਰਹਿਤ ਹੈ, ਸੁਖ ਸਰੂਪ ਹੈ, ਪ੍ਰਕਾਸ਼ ਸਰੂਪ ਹੈ, ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਨ ਮਹਿ ਥਾਨਾ। ਪਿਆਰਿਓ, ਮਨ ਦਾ ਅਰਥ ਹੈ ਹਿਰਦਾ, ਹਿਰਦੇ ਦੇ ਅੰਦਰ ਸਥਾਨ ਹੈ। ਉਹ ਨਿਰਗੁਣ ਬ੍ਰਹਮ ਜੀ ਸਾਖੀ ਚੇਤਨ ਹੋ ਕਰਕੇ, ਜੋਤ ਸਵਰੂਪ ਹੋ ਕਰਕੇ, ਚੇਤਨ ਸੱਤਾ ਹੋ ਕਰਕੇ, ਸਤ ਚਿਤ ਆਨੰਦ ਹੋ ਕਰਕੇ
ਸਭਨਾਂ ਦੇ ਹਿਰਦਿਆਂ ਦੇ ਅੰਦਰ ਵਸ ਰਹੇ ਨੇ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਵਾਹਿਗੁਰੂ ਤੇਰੇ ਤੋਂ ਦੂਰ ਨਹੀਂ, ਉਹ ਤੇ ਤੇਰੇ ਅੰਗ ਸੰਗ ਹੈ, ਤੇਰੇ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਹਿਰਦੇ ਦੇ ਅੰਦਰ ਹੀ ਜੋਤੀ ਸਭ ਰੂਪ ਹੋ ਕਰਕੇ ਵਸਿਆ ਹੈ। ਗੁਰ ਪ੍ਰਸਾਦ ਕਿਨੈ ਵਿਰਲੇ ਜਾਨਾ। ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਪਰਮਾਤਮਾ ਜੀ ਸਾਡੇ ਹਿਰਦੇ 'ਚ ਹੀ ਵਸਦੇ ਨੇ, ਸਾਨੂੰ ਅਹਿਸਾਸ ਕਿਉਂ ਨਹੀਂ ਹੁੰਦਾ? ਬੜਾ ਸੂਖਮ ਭਾਵ ਹੈ, ਇਹ ਮੋਟੀ ਗੱਲ ਨਹੀਂ ਹੈ। ਮਹਾਰਾਜ ਸਾਡੇ ਸਰੀਰ ਦੇ ਅੰਦਰ ਜੋ ਵੀ ਜਾਂਦਾ ਸਾਨੂੰ ਉਸ ਦਾ ਅਹਿਸਾਸ ਹੁੰਦਾ ਹੈ। ਪ੍ਰਸ਼ਾਦਾ ਛਕੀਏ ਤੇ ਅਹਿਸਾਸ ਹੁੰਦਾ ਪੇਟ 'ਚ ਪ੍ਰਸ਼ਾਦਾ ਪਹੁੰਚ ਗਿਆ ਹੈ। ਜਲ ਛਕ ਲਈਏ ਅਹਿਸਾਸ ਹੁੰਦਾ ਪੇਟ ਵਿੱਚ ਜਲ ਪਹੁੰਚ ਗਿਆ। ਜਿਹੜੀ ਚੀਜ਼ ਅੰਦਰ ਜਾਂਦੀ ਉਸ ਦਾ ਅਹਿਸਾਸ ਹੁੰਦਾ ਹੈ। ਮਹਾਰਾਜ ਇਸੇ ਪ੍ਰਕਾਰ ਚਾਹੇ ਸਰੀਰ ਦੀਆਂ ਨਾੜਾਂ ਨੇ, ਹੱਡੀਆਂ ਨੇ, ਹੱਥ ਲਾਉਣ ਤੇ ਅਹਿਸਾਸ ਹੋ ਜਾਂਦਾ ਸਾਡੇ 'ਚ ਹੱਡੀਆਂ, ਨਾੜਾਂ, ਖੂਨ, ਰੁਦਰ, ਲਹੂ ਦਾ ਪ੍ਰਵਾਹ ਸਭ ਚੱਲ ਰਿਹਾ। ਪਰ ਜੇ ਐਸਾ ਸਰਬ ਸ਼ਕਤੀਮਾਨ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਹਿਰਦੇ ਦੇ ਅੰਦਰ ਬੈਠੇ ਹੋਏ ਨੇ, ਵਸੇ ਹੋਏ, ਤੇ ਸਾਨੂੰ ਅਹਿਸਾਸ ਕਿਉਂ ਨਹੀਂ ਹੁੰਦਾ? ਸਾਨੂੰ ਪਤਾ ਕਿਉਂ ਨਹੀਂ ਲੱਗਦਾ ਕਿ ਸਾਡੇ ਹਿਰਦੇ 'ਚ ਵਾਹਿਗੁਰੂ ਜੀ ਬੈਠੇ ਨੇ? ਹਜ਼ੂਰ ਫਰਮਾਉਂਦੇ ਨੇ ਪਿਆਰਿਓ, ਉਹ ਕੋਈ ਮਨ ਜਾਂ ਬੁੱਧੀ ਦਾ ਵਿਸ਼ਾ ਥੋੜ੍ਹਾ ਹੈ ਜਿਹੜਾ ਮਨ ਦੀ ਸਮਝ ਦੇ ਨਾਲ, ਚਤੁਰਾਈ ਦੇ ਨਾਲ ਜਾਂ ਬੁੱਧੀ ਦੀ ਸਿਆਣਪ ਦੇ ਨਾਲ ਪਰਖਿਆ ਜਾਵੇ ਕਿ ਹਿਰਦੇ 'ਚ ਬੈਠਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਮਨ ਦੀਆਂ ਚਤੁਰਾਈਆਂ ਤੇ ਬੁੱਧੀ ਦੀਆਂ ਸਿਆਣਪਾਂ ਦਾ ਵਿਸ਼ਾ ਹੀ ਨਹੀਂ। ਇਸ ਕਰਕੇ ਆਪਣੇ ਆਪ ਤੋਂ ਨਹੀਂ ਜਾਣਿਆ ਜਾਂਦਾ, ਆਪਣੇ ਯਤਨਾਂ ਦੇ ਨਾਲ ਨਹੀਂ ਜਾਣਿਆ ਜਾਂਦਾ, ਆਪਣੀਆਂ ਚਤੁਰਾਈਆਂ ਦੇ ਨਾਲ ਨਹੀਂ ਜਾਣਿਆ ਜਾਂਦਾ। ਹਜ਼ੂਰ ਫਿਰ ਕਿਵੇਂ ਜਾਣਿਆ ਜਾਂਦਾ ਹੈ? ਤੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਕਿਰਪਾ ਰਾਹੀਂ ਉਸ ਦਾ ਪਤਾ ਲੱਗਦਾ ਹੈ ਕਿ ਉਹ ਹਿਰਦੇ ਦੇ ਅੰਦਰ ਵਸਿਆ ਹੈ। ਕਿੰਨੇ ਵਿਰਲਾ ਜਾਨਾ। ਮਹਾਰਾਜ ਜਦੋਂ ਗੁਰੂ ਦੀ ਕਿਰਪਾ ਦੇ ਦੁਆਰਾ ਜਾਣਿਆ ਜਾਂਦਾ ਫਿਰ ਤਾਂ ਸਾਰੇ ਹੀ ਜਾਣ ਸਕਦੇ ਨੇ। ਤੇ ਹਜ਼ੂਰ ਫਰਮਾਉਂਦੇ ਨੇ, ਸਾਰੇ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਨਾ ਬਣਦੇ। ਸਾਰੇ ਜਾਣ ਤੇ ਸਕਦੇ ਨੇ, ਪਰ ਜੇ ਕਿਰਪਾ ਦੇ ਪਾਤਰ ਬਣ ਜਾਣ। ਸਾਰੇ ਕਿਰਪਾ ਦੇ ਪਾਤਰ ਬਣਦੇ ਨਹੀਂ। ਇਸ ਕਰਕੇ ਜਿਹੜੇ ਵਿਰਲੇ ਵਿਰਲੇ, ਕੋਟਨ ਮਹਿ ਨਾਨਕ ਕੋਊ ਨਾਰਾਇਣ ਜਿਹ ਚੀਤ, ਕਰੋੜਾਂ ਚੋਂ ਕੋਈ ਇੱਕ ਅੱਧ ਨਾਏ ਰਸੀਆੜਾ, ਕੋਈ ਇੱਕ ਅੱਧਾ ਹੀ ਨਾਮ ਦਾ ਰਸੀਆ ਹੈ। ਮਹਾਰਾਜ ਇੱਕ ਤਾਂ ਸਮਝ ਆ ਗਈ, ਅੱਧਾ ਕਿਹੜਾ ਹੁੰਦਾ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਇੱਕ ਹੈ ਪੂਰਾ ਸੰਤ ਬ੍ਰਹਮ ਗਿਆਨੀ ਤੇ ਅੱਧਾ ਹੈ ਜਗਿਆਸੂ। ਕੋਈ ਜਗਿਆਸੂ ਹੋਵੇ ਸ੍ਰੇਸ਼ਟ ਬਿਰਤੀ ਵਾਲਾ, ਜਾਂ ਤੇ ਉਹ ਜਾਣਦਾ ਤੇ ਜਾਂ ਫਿਰ ਪੂਰਾ ਮਹਾਤਮਾ ਜਾਣਦਾ। ਐਸਾ ਕੋਈ ਨਾਮ ਦਾ ਰਸੀਆ ਹੋਵੇ ਨਾ, ਤੇ ਸਤਿਗੁਰੂ ਜੀ ਦੀ ਕਿਰਪਾਲਤਾ ਦੇ ਨਾਲ ਬ੍ਰਹਮ ਨੇਸ਼ਟੀ, ਬ੍ਰਹਮ ਸਰੋਤਰੀ ਹੋ ਜਾਵੇ, ਫਿਰ ਆਪਣੇ ਹਿਰਦੇ ਦੇ ਅੰਦਰ ਵੀ ਤੇ ਸਾਰਿਆਂ ਦੇ ਹਿਰਦੇ ਦੇ ਅੰਦਰ ਵੀ ਗੁਰ ਪ੍ਰਸਾਦ ਕਿੰਨੇ ਵਿਰਲਾ ਜਾਨਾ। ਕਿਸੇ ਵਿਰਲੇ ਗੁਰਮੁਖ ਜਗਿਆਸੂ ਉਤਕ੍ਰਿਸ਼ਟ ਮਹਾਤਮਾ ਨੇ ਹੀ ਆਪਣੇ ਅਤੇ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਤੇ ਇਸ ਪਰਮ ਜੋਤ ਸੱਤਾ ਨੂੰ ਦੇਖਣਾ ਕੀਤਾ ਹੈ। ਸਹਿਜ ਕਥਾ ਅੰਮ੍ਰਿਤ ਕੁੰਟਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਸੰਤ ਜਨਾਂ ਨੇ ਹਿਰਦੇ ਦੇ ਅੰਦਰ ਦੇਖ ਲਿਆ, ਉਹਨਾਂ ਦੀ ਵਡਿਆਈ ਕੈਸੀ ਹੈ, ਉਹਨਾਂ ਦਾ ਜਸ ਕੈਸਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਿੱਖੋ ਸਹਿਜ ਕਥਾ। ਜੋ ਸਹਿਜ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ ਨਾ, ਸਹਿਜ ਤੋਂ ਭਾਵ ਗਿਆਨ ਹੈ। ਜੋ ਗਿਆਨ ਸਵਰੂਪ, ਗਿਆਨ ਦਾ ਦਾਤਾ, ਬ੍ਰਹਮ ਗਿਆਨ ਦਾ ਦਾਨੀ ਅਕਾਲ ਪੁਰਖ ਵਾਹਿਗੁਰੂ ਹੈ ਨਾ, ਸਹਿਜ ਤੋਂ ਭਾਵ ਹੈ ਅਚੁੱਤ, ਜਿਹੜਾ ਜੰਮਦਾ ਮਰਦਾ ਨਹੀਂ, ਆਉਂਦਾ ਜਾਂਦਾ ਨਹੀਂ, ਜਿਹੜਾ ਕਦੇ ਦੁਖੀ ਨਹੀਂ ਹੁੰਦਾ, ਰੋਗਾ ਸੋਗਾਂ ਤੋਂ ਰਹਿਤ ਹੈ। ਐਸਾ ਜਿਹੜਾ ਅਚੁੱਤ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ ਨਾ, ਜਿਹੜੇ ਸੰਤ ਜਨ ਨੇ ਉਹਨਾਂ ਦੇ ਮੁਖ ਅੰਮ੍ਰਿਤ ਕੁੰਟਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਜਸ ਰੂਪੀ ਅੰਮ੍ਰਿਤ ਦੇ ਕੁੰਡ ਹੀ ਬਣੇ ਹੋਏ ਨੇ। ਜਿਵੇਂ ਕੁੰਡ ਦੇ ਵਿੱਚ ਅੰਮ੍ਰਿਤ ਹੀ ਅੰਮ੍ਰਿਤ ਹੁੰਦਾ ਨਾ, ਇਸ ਪ੍ਰਕਾਰ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ, ਜਿਨ੍ਹਾਂ ਨੇ ਹਿਰਦੇ ਦੇ ਅੰਦਰ ਜਾਣ ਲਿਆ, ਉਹਨਾਂ ਦੇ ਜਿਹੜੇ ਮੁਖ ਨੇ ਨਾਮ ਰੂਪੀ ਅੰਮ੍ਰਿਤ ਦੇ ਕੁੰਡ ਹੀ ਬਣੇ ਹੋਏ ਨੇ। ਹਰ ਵੇਲੇ ਮੁਖ ਵਿੱਚ ਅੰਮ੍ਰਿਤ ਨਾਮ ਹੀ ਰਹਿੰਦਾ ਹੈ। ਉਹਨਾਂ ਦੀ ਰਸਨਾ ਤੇ ਪ੍ਰਭ ਜੀ ਵਸੈ ਸਾਧਕੀ ਰਸਨਾ। ਨਾਮ ਰੂਪ ਹੋ ਕਰਕੇ ਪ੍ਰਮਾਤਮਾ ਜੀ ਉਹਨਾਂ ਦੀ ਰਸਨਾ ਤੇ ਵਸਦੇ ਨੇ। ਇਸ ਕਰਕੇ ਉਹਨਾਂ ਦੇ ਮੁਖ ਤੇ ਅੰਮ੍ਰਿਤ ਦੇ ਕੁੰਡ ਬਣ ਗਏ ਹੋਏ ਨੇ। ਮਹਾਰਾਜ ਮੁਖ ਦੇ ਵਿੱਚ ਹੀ ਆਪ ਜੀ ਨੇ ਬਚਨ ਕਰਨਾ ਕੀਤਾ, ਹਿਰਦੇ ਦੇ ਅੰਦਰ ਸਾਖਿਆਤਕਾਰਤਾ ਹੁੰਦੀ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਸਹਿਜ ਕਥਾ ਕੇ ਅੰਮ੍ਰਿਤ ਕੁੰਟਾ। ਐਸੇ ਜਿਹੜੇ ਮਹਾਤਮਾ ਬ੍ਰਹਮ ਗਿਆਨੀ ਜਿਸ ਵੇਲੇ ਮੁਖ ਦੇ ਵਿੱਚੋਂ ਗੁਰਬਾਣੀ ਉਚਾਰਦੇ ਨੇ ਨਾ, ਬਾਣੀ ਉਚਰਹਿ ਸਾਧ ਜਨ ਅਮਿਓ ਚੱਲਹਿ ਝਰਣੇ। ਅਮਿਓ ਦਾ ਭਾਵ ਹੈ ਅੰਮ੍ਰਿਤ। ਉਹਨਾਂ ਦੇ ਹਿਰਦੇ ਰੂਪੀ ਕੁੰਡ ਦੇ ਵਿੱਚੋਂ ਅੰਮ੍ਰਿਤ ਦੇ ਝਰਨੇ ਹੀ ਫੁੱਟ ਕੇ ਵਹਿ ਤੁਰਦੇ ਨੇ। ਕਿਉਂਕਿ ਹਿਰਦੇ ਦੇ ਅੰਦਰ ਅਜੱਪਾ ਜਾਪ ਨਾ ਵੀਸਰੈ, ਆਦਿ ਜੁਗਾਦ ਸਮਾਏ। ਅਜੱਪਾ ਜਾਪ ਹਿਰਦੇ ਦੇ ਵਿੱਚ ਹਰ ਵੇਲੇ ਚੱਲਦਾ ਹੈ। ਇਸ ਕਰਕੇ ਉਹਨਾਂ ਦਾ ਜਿਹੜਾ ਹਿਰਦਾ ਹੈ ਨਾ, ਇਹ ਤੇ ਵਡਿਆਈ ਰੂਪੀ ਅੰਮ੍ਰਿਤ ਦਾ ਕੁੰਡ ਹੀ ਹੈ।
ਜਿਹੜੇ ਮਹਾਂਪੁਰਖ ਨੇ, ਜਿਹੜੇ ਬ੍ਰਹਮ ਗਿਆਨੀ ਨੇ, ਜਿਹੜੇ ਸਤਵਾਦੀ ਨੇ, ਜਿਹੜੇ ਧਰਮਾਤਮਾ ਨੇ, ਜਿਹੜੇ ਨਾਮ ਦੇ ਰਸੀਏ ਨੇ, ਜਿਹੜੇ ਨਿਰਵਿਕਾਰ ਨੇ, ਐਸਿਆਂ ਮਹਾਤਮਾ ਦਾ ਜਿਹੜਾ ਜੀਵਨ ਬੜਾ ਉੱਚਾ ਤੇ ਸੁੱਚਾ ਸੰਸਾਰ ਦੇ ਜੀਵਾਂ ਵਾਸਤੇ ਚਾਨਣ ਮੁਨਾਰਾ ਹੁੰਦਾ ਹੈ, ਕਿਉਂਕਿ ਉਹਨਾਂ ਦਾ ਜਿਹੜਾ ਹਿਰਦਾ ਹੈ ਪਿਆਰਿਓ, ਅੰਮ੍ਰਿਤ ਦੇ ਕੁੰਡ ਵਾਂਗੂ ਨਾਮ ਰੂਪੀ ਅੰਮ੍ਰਿਤ ਦੇ ਨਾਲ, ਵਡਿਆਈ ਰੂਪੀ ਅੰਮ੍ਰਿਤ ਦੇ ਨਾਲ ਲਬਾਲਬ ਭਰਿਆ ਹੋਇਆ ਹੈ। ਤੇ ਜਿਸ ਦੇ ਵੇਲੇ ਮੁਖ ਦੇ ਵਿੱਚੋਂ ਅੰਮ੍ਰਿਤ ਬਾਣੀ ਨੂੰ ਉਚਾਰਦੇ ਨੇ, ਅੰਮ੍ਰਿਤ ਨਾਮ ਦੇ ਝਰਨਿਆਂ ਦਾ ਹੀ ਪ੍ਰਵਾਹ ਵਹਿ ਤੁਰਦਾ ਹੈ। ਨਾਮ ਹੀ ਨਾਮ, ਮੁਖ ਚੋਂ ਵੀ ਨਾਮ, ਹਿਰਦੇ ਚੋਂ ਵੀ ਨਾਮ, ਰੋਮ ਰੋਮ ਮਹਿ ਬਸੈ ਮੁਰਾਰ। ਰੋਮ ਰੋਮ ਦੇ ਵਿੱਚੋਂ ਨਾਮ ਦੀਆਂ ਚਰਨਹੱਟਾਂ ਛਿੜ ਪੈਂਦੀਆਂ ਨੇ। ਦੱਸ ਰਿਆਂ ਨੂੰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਆਪਣੀ ਦਮਦਮੀ ਟਕਸਾਲ ਦੇ ਵਿੱਚ ਰਹਿ ਕਰਕੇ ਵਿਦਿਆ ਪੜ੍ਹਨੇ ਦਾ ਸਮਾਂ ਬਖਸ਼ਿਸ਼ ਕਰਨਾ ਕੀਤਾ। ਤੇ ਸਾਧ ਸੰਗਤ ਜੀ, ਜਿਸ ਵੇਲੇ ਬਾਬਾ ਠਾਕੁਰ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨ ਜਾਈਦਾ ਸੀ ਨਾ, ਤੇ ਫਤਿਹ ਬੁਲਾ ਕਰਕੇ ਕੋਲ ਖੜੇ ਹੋਣਾ ਜਾਂ ਬੈਠ ਜਾਣਾ, ਆਪਣੇ ਆਪ ਹੀ ਸੁਤੇ ਸਿੱਧ ਹੀ ਮਨ ਦੇ ਵਿੱਚ ਵਾਹਿਗੁਰੂ 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 ਜਾਪ ਸ਼ੁਰੂ ਹੋ ਜਾਂਦਾ ਸੀ। ਕਿਉਂਕਿ ਜੀਵਨ ਹੀ ਐਸਾ, ਹਰ ਵੇਲੇ ਗੁਰਬਾਣੀ ਨੂੰ ਪੜ੍ਹਨਾ, ਹਰ ਵੇਲੇ ਗੁਰਬਾਣੀ ਨੂੰ ਸੁਣਨਾ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਗੁਰਬਾਣੀ ਹੀ ਉਹਨਾਂ ਦੇ ਸਰੀਰ ਤੇ ਪ੍ਰਾਣਾਂ ਦਾ ਆਧਾਰ, ਉਹਨਾਂ ਦਾ ਉਰਾ ਹੀ ਐਸਾ ਜ਼ਬਰਦਸਤ ਬਣ ਜਾਂਦਾ ਹੈ। ਜਿਹੜੇ ਕੋਲ ਜਾਂਦੇ ਨੇ, ਸੁਤੇ ਸਿੱਧੀ ਨਾਮ ਦਾ ਉਚਾਰਨਾ ਉਹਨਾਂ ਦੇ ਮੁਖ ਅਥਵਾ ਹਿਰਦੇ ਦੇ ਵਿੱਚ ਪ੍ਰਾਰੰਭ ਹੋ ਜਾਂਦਾ ਹੈ। ਕਿਉਂਕਿ ਜਿਹੜੇ ਹਰ ਅੰਮ੍ਰਿਤ ਭਰੇ ਭੰਡਾਰ, ਉਹਨਾਂ ਦੇ ਜਿਹੜੇ ਹਿਰਦੇ ਰੂਪੀ ਭੰਡਾਰੇ ਨੇ, ਅੰਮ੍ਰਿਤ ਨਾਮ ਦੇ ਨਾਲ ਭਰੇ ਹੁੰਦੇ ਹਨ ਜੀ। ਜਿਸ ਹੈ ਪ੍ਰਾਪਤ ਤਿਸ ਲੈ ਪੁੰਚਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਅੰਮ੍ਰਿਤ ਕੁੰਡ ਦੇ ਵਿੱਚੋਂ ਅੰਮ੍ਰਿਤ ਨਾਮ ਨੂੰ ਸਾਧੂ ਜਾਨੀ ਪੀਂਦੇ ਨੇ ਜਾਂ ਹੋਰ ਵੀ ਕਿਸੇ ਨੂੰ ਮਿਲ ਜਾਂਦਾ ਹੈ। ਤੇ ਸਤਿਗੁਰੂ ਸਾਹਿਬ ਜੀ ਫਰਮਾਵਣਾ ਕਰਦੇ ਨੇ, ਸਿੱਖੋ, ਜਿਸ ਹੈ ਪ੍ਰਾਪਤ, ਜਿਨ੍ਹਾਂ ਜਗਿਆਸੂਆਂ ਨੂੰ ਉਹਨਾਂ ਸਾਧੂਆਂ ਦੀ, ਉਹਨਾਂ ਮਹਾਤਮਾ ਦੀ, ਉਹਨਾਂ ਸੰਤਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ। ਜਿਸ ਹੈ ਪ੍ਰਾਪਤ, ਜਿਨ੍ਹਾਂ ਨੂੰ ਉਹਨਾਂ ਦੀ ਸੰਗਤ ਮਿਲ ਗਈ। ਸੰਤ ਜਪਾਵੈ ਨਾਮ, ਸੰਤ ਜਨ ਫਿਰ ਉਹਨਾਂ ਨੂੰ ਵੀ ਨਾਮ ਜਪਾਉਂਦੇ ਨੇ। ਤੇ ਫਿਰ ਐਸੇ ਸਤ ਸੰਗਤ ਦੇ ਵਿੱਚ ਨਿਵਾਸ ਕਰਨ ਵਾਲੇ ਸਤ ਸੰਗੀ ਜਨ, ਸਾਧੂ ਜਨ, ਮਹਾਤਮਾ ਸੰਤਾਂ ਦੀ ਸੰਗਤ ਕਰਨ ਵਾਲੇ ਜਿਹੜੇ ਉੱਤਮ ਜਗਿਆਸੂ ਨੇ ਨਾ, ਉਹ ਵੀ ਲੈ ਕਰਕੇ ਸਾਧੂ ਮਹਾਤਮਾ ਦੇ ਪਾਸੋਂ ਅੰਮ੍ਰਿਤ ਨਾਮ ਨੂੰ ਪੁੰਚਦੇ ਨੇ। ਤੇ ਸਹਿ ਪ੍ਰਾਪਤ, ਅਗਲੀ ਅੱਧੀ ਪੰਕਤੀ ਫਿਰ ਪੜ੍ਹ ਦੋ। ਤਿਸ ਲੈ ਪੁੰਚਾ। ਤਿਸ, ਉਹ ਜਿਹੜੇ ਜਗਿਆਸੂ ਜਨ ਨੇ ਨਾ, ਸਾਧੂ ਜਨ ਮਹਾਤਮਾ ਦੇ ਪਾਸੋਂ ਅੰਮ੍ਰਿਤ ਨਾਮ ਦੀ ਦਾਤ ਪ੍ਰਾਪਤ ਕਰਕੇ, ਭਾਵ ਉਹਨਾਂ ਦੇ ਨਾਲ ਮਿਲ ਕਰਕੇ ਜਪਣ ਰੂਪੀ ਪੁੰਚਣਾ ਕਰਦੇ ਨੇ। ਪੁੰਚਣ ਤੋਂ ਭਾਵ ਹੈ ਛਕ ਲੈਣਾ ਤੇ ਛਕ ਕੇ ਹਜਮ ਕਰ ਲੈਣਾ। ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਜਿਹੜਾ ਇਸ ਅੰਮ੍ਰਿਤ ਨਾਮ ਨੂੰ ਖਾਂਦਾ ਹੈ, ਭਾਵ ਜਪਦਾ ਹੈ, ਜਿਹੜਾ ਇਸ ਨੂੰ ਪੁੰਚਦਾ ਹੈ, ਕਹਿਣ ਤੋਂ ਭਾਵ ਜਿਸ ਵੇਲੇ ਰਿੱਧੀਆਂ ਸਿੱਧੀਆਂ ਇਤਿਆਦਿਕ ਸ਼ਕਤੀਆਂ ਆ ਜਾਂਦੀਆਂ, ਉਹਨਾਂ ਅਜ਼ਰ ਸ਼ਕਤੀਆਂ ਨੂੰ ਹਿਰਦੇ ਦੇ ਅੰਦਰ ਜਰ ਲੈਂਦਾ ਹੈ। ਇਹ ਹੈ ਇਸ ਨੂੰ ਹਜਮ ਕਰਨਾ। ਰਿੱਧੀਆਂ ਸਿੱਧੀਆਂ ਦੇ ਚਮਤਕਾਰੇ ਦਿਖਾ ਕਰਕੇ ਆਪਣੀ ਪੂਜਾ ਦੇ ਵਿੱਚ ਗੁਰਸਿੱਖ ਨਹੀਂ ਲੱਗਦੇ, ਅਜ਼ਰ ਸ਼ਕਤੀ ਨੂੰ ਜਰ ਲੈਂਦੇ ਨੇ। ਇਹ ਪੁੰਚਣਾ ਹੈ। ਤੇ ਜਿਹੜੇ ਸਾਧ ਸੰਗਤ ਦੇ ਵਿੱਚੋਂ ਲੈ ਕਰਕੇ, ਸਾਧੂ ਮਹਾਤਮਾ ਦੀ ਸੰਗਤ ਦੇ ਵਿੱਚੋਂ ਜਪ ਕਰਕੇ ਪੁੰਚਦੇ ਨੇ, ਉਹਨਾਂ ਦਾ ਉਧਾਰ ਹੋ ਜਾਂਦਾ ਹੈ। ਉਹ ਸੰਸਾਰ ਸਾਗਰ ਤੋਂ ਤਰਦੇ ਨੇ ਪਿਆਰਿਓ। ਉਹ ਹੀ ਵਾਹਿਗੁਰੂ ਜੀ ਦੀ ਸਾਖਿਆਤਕਾਰ ਗੋਦ ਪ੍ਰਾਪਤ ਕਰਦੇ ਹਨ। ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜੀ। ਅਨਹਤ ਬਾਣੀ ਥਾਨ ਨਿਰਾਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੀ ਬਾਣੀ ਹੈ ਆਪ ਜੀ ਨੇ ਕਥਨ ਕਰਨਾ ਕੀਤੀ ਹੈ, ਸਾਧੂਆਂ ਦੇ ਮੁਖਾਰ ਬਿੰਦ ਦੇ ਵਿੱਚ ਤੇ ਹਿਰਦੇ ਦੇ ਅੰਦਰ ਅੰਮ੍ਰਿਤ ਬਾਣੀ ਦੇ ਕੁੰਡ ਨੇ, ਅੰਮ੍ਰਿਤ ਨਾਮ ਦੇ ਕੁੰਡ ਨੇ। ਸੱਚੇ ਪਾਤਸ਼ਾਹ ਇਹ ਬਾਣੀ ਦਾ ਸਵਰੂਪ ਕੈਸਾ ਹੈ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਅਨਹਤ ਬਾਣੀ। ਇਹ ਜਿਹੜੀ ਬਾਣੀ ਹੈ ਨਾ, ਇਹ ਹੱਦ ਤੋਂ ਰਹਿਤ ਹੈ, ਇਹ ਅੰਤ ਤੋਂ ਰਹਿਤ ਹੈ, ਇਹ ਨਾਸ਼ ਤੋਂ ਰਹਿਤ ਹੈ। ਫਿਰ ਪੜ੍ਹ ਦਿਓ। ਅਨਹਤ ਬਾਣੀ ਥਾਨ ਨਿਰਾਲਾ। ਇਸ ਗੁਰਬਾਣੀ ਦਾ ਨਿਰਾਲਾ ਹੀ ਥਾਨ ਹੈ। ਥਾਨ ਤੋਂ ਭਾਵ ਹੈ ਸਥਾਨ, ਮੁਕਾਮ, ਟਿਕਾਣਾ। ਦੁਨੀਆ ਦੀ ਕੋਈ ਵੀ ਦਾਤ ਇਸ ਗੁਰਬਾਣੀ ਦੇ ਸਦਰਸ਼ ਨਹੀਂ ਪੁੱਜ ਸਕਦੀ। ਸਭ ਤੋਂ ਉੱਚਾ ਤੇ ਉਚੇਰਾ ਸਥਾਨ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦਾ ਹੈ। ਇਸੇ ਪ੍ਰਕਾਰ ਜਿਸ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੀ ਅਨਹਦ ਬਾਣੀ ਇਹ ਵਸ ਜਾਂਦੀ ਹੈ ਨਾ, ਉਸ ਦੇ ਹਿਰਦੇ ਦੀ ਆਸ਼ਚਰਜ ਅਵਸਥਾ ਨਵਾਂ ਹੀ ਮੁਕਾਮ ਬਣ ਜਾਂਦਾ ਹੈ। ਉੱਥੇ ਵਿਕਾਰ ਨਹੀਂ ਰਹਿੰਦੇ, ਮੰਦ ਦ੍ਰਿਸ਼ਟੀ ਨਹੀਂ ਰਹਿੰਦੀ, ਉੱਥੇ ਕਿਸੇ ਪ੍ਰਕਾਰ ਦੀ ਬੁਰਿਆਈ ਵੀ ਨਹੀਂ ਰਹਿੰਦੀ ਹੈ।
ਸੋ ਇਸੇ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ, ਜਿਹੜੀ ਅਨਹਦ ਗੁਰਬਾਣੀ, ਹੱਦ ਤੋਂ ਰਹਿਤ ਗੁਰਬਾਣੀ ਹੈ ਨਾ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਸ ਜਾਂਦੀ ਹੈ, ਸਾਧ ਸੰਗਤ ਜਪਦਿਆਂ ਜਪਦਿਆਂ ਸਾਧ ਸੰਗ ਰੂਪੀ ਅਸਥਾਨ ਜਿਹੜਾ ਬੜਾ ਨਿਰਾਲਾ ਹੀ ਹੈ। ਇਥੇ ਰਾਜ ਭਾਗ ਦੀਆਂ ਵਿਚਾਰਾਂ ਦੁਨਿਆਵੀ ਦੀਆਂ, ਇਸੇ ਪ੍ਰਕਾਰ ਦੁਨਿਆਵੀ ਕਾਰਜਾਂ ਦੀਆਂ ਵਿਚਾਰਾਂ ਨਹੀਂ, ਕੇਵਲ ਤਾਂ ਕੇਵਲ ਨਾਮ ਦੀ ਵਿਚਾਰ ਹੈ। ਇਸ ਕਰਕੇ ਜਿੱਥੇ ਅਨਹਤ ਬਾਣੀ ਦੀ ਵਿਚਾਰ ਹੁੰਦੀ ਹੈ, ਉਸ ਸਾਧ ਸੰਗਤ ਦਾ ਵੀ ਨਿਰਾਲਾ ਹੀ ਸਵਰੂਪ ਹੈ। ਤੇ ਸਾਧ ਸੰਗਤ ਜੀ, ਗੁਰਬਾਣੀ ਪੜ੍ਹਨੇ ਵਾਲਾ ਜਿਹੜਾ ਅਨਹਤ ਬਾਣੀ ਨੂੰ ਸਦਾ ਜਪਦਾ ਹੈ ਨਾ, ਉਹ ਸਾਰਿਆਂ ਦੇ ਨਾਲੋਂ ਨਿਰਾਲਾ, ਅਸਚਰਜ, ਅਲੱਗ, ਵੱਡਾ ਤੇ ਉਚੇਰਾ ਸਥਾਨ ਸਤਿਗੁਰੂ ਜੀ ਦੇ ਚਰਨਾਂ ਵਿਖੇ ਪ੍ਰਾਪਤ ਕਰਦਾ ਹੈ। ਸਤਿਗੁਰ ਸੇਤੀ ਰਤਿਆ ਦਰਗਾਹ ਪਾਈਐ ਠਾਉ। ਦਰਗਾਹ ਦੇ ਵਿੱਚ ਉੱਚਾ ਮੁਕਾਮ ਵੱਡੀ ਸਫਲਤਾ ਦੇ ਨਾਲ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਕਰਦਾ ਹੈ। ਤਾਂ ਕੀ ਧੁਨ ਮੋਹੇ ਗੋਪਾਲਾ। ਉਹ ਸਥਾਨ ਐਸਾ ਉੱਚਾ ਪ੍ਰਾਪਤ ਕਰ ਲੈਂਦਾ ਜਿੱਥੇ ਨਾ ਜੰਮਣ ਹੈ, ਨਾ ਮਰਨ ਹੈ, ਨਾ ਦੁੱਖ ਹੈ, ਨਾ ਭੁੱਖ ਹੈ, ਨਾ ਪਿਆਸ ਹੈ, ਨਾ ਰੋਗ ਹੈ, ਨਾ ਸੋਗ ਹੈ। ਤੇ ਉਹ ਜਿਹੜੀ ਅੰਮ੍ਰਿਤ ਬਾਣੀ ਹੈ ਨਾ, ਉਸ ਦੀ ਮਿੱਠੀ ਧੁਨ ਐਸੀ ਹੁੰਦੀ ਏ, ਜਿਸ ਵੇਲੇ ਨਾਮਦਾਰ ਰਸੀਆ ਗੁਰਬਾਣੀ ਦੀ ਮਿੱਠੀ ਧੁਨ ਨੂੰ ਉਚਾਰਦਾ ਹੈ ਤੇ ਵਾਹਿਗੁਰੂ ਜੀ ਦਾ ਮਨ ਵੀ ਮੋਹਿਆ ਜਾਂਦਾ ਹੈ। ਤੇ ਇਸ ਕੀ ਧੁਨ ਮੋਹੇ ਗੋਪਾਲਾ। ਗੋ ਸ੍ਰਿਸ਼ਟੀ ਤੇ ਪਾਲਾ ਪ੍ਰਤਪਾਲਕ, ਸਰਬਤ ਸ੍ਰਿਸ਼ਟੀ ਦਾ ਪ੍ਰਤਪਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਹਿਰਦਾ ਵੀ ਮੋਹਿਆ ਜਾਂਦਾ ਹੈ। ਸਾਧ ਸੰਗਤ ਜੀ, ਮਨ ਦੀ ਸੁਰਤ ਦੇ ਅੰਦਰ ਇਤਨੀ ਜ਼ਿਆਦਾ ਸ਼ਕਤੀ, ਇਤਨਾ ਪਾਵਰਫੁਲ ਹੈ ਨਾ ਮਨ, ਏਡੀ ਵੱਡੀ ਸੁਪਰ ਸ਼ਕਤੀ ਹੈ। ਸਾਨੂੰ ਇਸ ਦੀ ਸ਼ਕਤੀ ਦਾ ਅਹਿਸਾਸ ਨਹੀਂ, ਇਹ ਸ਼ਕਤੀਆਂ ਜੇ ਜਾਗੀਆਂ ਨਹੀਂ ਸਾਡੀਆਂ। ਮਨ ਦੀ ਸੁਰਤ ਦੇ ਅੰਦਰ ਇੰਨੀ ਜ਼ਿਆਦਾ ਸ਼ਕਤੀ ਹੈ ਕਿ ਜਦੋਂ ਇਕਾਗਰ ਸੁਰਤ ਦੇ ਨਾਲ ਵਾਹਿਗੁਰੂ ਜੀ ਨੂੰ ਅਰਾਧਿਆ ਜਾਂਦਾ ਹੈ ਤੇ ਹਿਰਦੇ ਦੇ ਪਿਆਰ ਦੀ ਪੁਕਾਰ ਸੁਣ ਕਰਕੇ ਵਾਹਿਗੁਰੂ ਜੀ ਦਾ ਹਿਰਦਾ ਖਿੱਚਿਆ ਜਾਂਦਾ ਹੈ। ਹੈ ਕੋਈ ਦੁਨੀਆ ਦੇ ਵਿੱਚ ਹੋਰ ਸ਼ਕਤੀ ਜਿਹੜੀ ਵਾਹਿਗੁਰੂ ਜੀ ਦੇ ਹਿਰਦੇ ਨੂੰ ਖਿੱਚ ਪਾ ਦੇਵੇ? ਪਰ ਮਨ ਦੇ ਪਿਆਰ ਦੀ ਸ਼ਕਤੀ ਐਸੀ ਏ, ਨਿਰਮਲ ਸੁਰਤ ਦੀ ਸ਼ਕਤੀ ਐਸੀ ਏ, ਜੋ ਵਾਹਿਗੁਰੂ ਜੀ ਦੇ ਹਿਰਦੇ ਨੂੰ ਵੀ ਧੂਹ ਪਾਉਂਦੀ ਏ। ਮੇਰਾ ਪਿਆਰਾ ਮੈਨੂੰ ਆਵਾਜ਼ਾਂ ਪਿਆ ਮਾਰਦਾ ਹੈ। ਤੇ ਦੇਖੋ ਫਿਰ ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ। ਜਿੱਥੇ ਜਿੱਥੇ ਵਾਹਿਗੁਰੂ ਜੀ ਦੇ ਪਿਆਰਿਆਂ ਨੇ, ਰੱਬ ਜੀ ਦੇ ਪਿਆਰਿਆਂ ਨੇ ਯਾਦ ਕੀਤਾ, ਵਾਹਿਗੁਰੂ ਜੀ ਆ ਪਹੁੰਚੇ ਨਾ। ਸੇਵਕ ਕਉ ਨਿਕਟੀ ਹੋਏ ਦਿਖਾਵੈ, ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾ ਵੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਬਖਸ਼ੀ। ਬੜਾ ਵਿਸ਼ਾਲ ਪ੍ਰਸੰਗ ਹੈ। ਜੰਗਲ ਦੇ ਵਿੱਚ ਸਜੇ ਨੇ ਭਾਈ ਮਰਦਾਨਾ ਜੀ, ਰਬਾਬ ਵਜਾਓ, ਬਾਣੀ ਆਈ ਹੈ। ਭਾਈ ਮਰਦਾਨਾ ਜੀ ਨੇ ਰਬਾਬ ਵਜਾਈਏ। ਐਸਾ ਅੰਮ੍ਰਿਤਮਈ ਗੁਰਬਾਣੀ ਦਾ ਮਨੋਹਰ ਕੀਰਤਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਕੰਠ ਚੋਂ ਅੰਮ੍ਰਿਤ ਗੁਰਬਾਣੀ ਦਾ ਅੰਮ੍ਰਿਤ ਧੁਨੀ ਦੇ ਨਾਲ ਉਚਾਰਨਾ ਕੀਤਾ। ਦਰਖਤਾਂ ਦੇ ਵਿੱਚੋਂ ਵੀ ਅੰਮ੍ਰਿਤ ਰਸ ਚੋਣ ਲੱਗ ਗਿਆ। ਜਿਹੜੇ ਉੱਡਦੇ ਜਾਂਦੇ ਪੰਛੀ ਸਨ, ਉਹਨਾਂ ਨੇ ਖੰਭ ਮਾਰਨੇ ਛੱਡ ਦਿੱਤੇ। ਇਸੇ ਪ੍ਰਕਾਰ ਜੰਗਲ ਦੇ ਵਿੱਚੋਂ ਸ਼ੇਰ, ਬਾਘ, ਬਘਿਆੜ, ਚੀਤੇ, ਹਿਰਨ, ਮੋਰ, ਸੱਪ, ਸਾਰੇ ਪੰਛੀ ਜਿਹੜੇ ਆਪਾ ਵਿਰੋਧੀ ਸੁਭਾਅ ਦੇ ਨੇ, ਸਾਰੇ ਇਕੱਠੇ ਹੋ ਕੇ ਤੇ ਸਤਿਗੁਰੂ ਜੀ ਦੇ ਚਾਰ ਚਫੇਰੇ ਐਵੇਂ ਬੈਠ ਕੇ ਕੀਰਤਨ ਸਰਵਣ ਕਰਦੇ ਜਿਵੇਂ ਸੰਗਤ ਬੈਠੀ ਹੋਵੇ। ਐਸਾ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸੁਣ ਕੇ ਉਹਨਾਂ ਨੂੰ ਵੈਰ ਵਿਰੋਧ ਹੀ ਭੁੱਲ ਗਿਆ। ਤੇ ਜਿਸ ਵੇਲੇ ਸ਼ਬਦ ਦੀ ਸਮਾਪਤੀ ਹੋਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਮਰਦਾਨਾ ਜੀ ਇਹ ਰਬਾਬ ਤੁਸਾਂ ਨੇ ਕੈਸਾ ਜਾਣਿਆ ਹੈ ਜੋ ਵਜਾ ਰਹੇ ਹੋ? ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਸ਼ਚਰਜ ਦੇਖਿਆ ਹੈ। ਐਸਾ ਰਬਾਬ ਵੀ ਪਹਿਲਾਂ ਕਦੇ ਦੇਖਿਆ ਨਹੀਂ, ਵਜਾਉਣਾ ਵੀ ਮੈਨੂੰ ਆਉਂਦਾ ਨਹੀਂ ਸੀ, ਪਰ ਧੁਨ ਐਸੀ ਮਿੱਠੀ ਨਿਕਲੀ ਹੈ ਸੱਚੇ ਪਾਤਸ਼ਾਹ, ਸਭਨਾਂ ਦੇ ਮਨ ਮੋਹੇ ਗਏ। ਤੇ ਹਜ਼ੂਰ ਫਰਮਾਉਂਦੇ ਨੇ, ਇਹ ਤੇ ਤੁਛ ਜੀਵ ਨੇ ਜਦੋਂ ਇਕਾਗਰ ਨਿਰਮਲ ਸੁਰਤ ਦੇ ਨਾਲ ਅੰਮ੍ਰਿਤ ਬਾਣੀ ਦੀ ਧੁਨ ਨੂੰ ਉਚਾਰਿਆ ਜਾਂਦਾ ਹੈ, ਤਿਸ ਕੀ ਧੁਨ ਮੋਹੇ ਗੋਪਾਲਾ। ਇਸ ਅੰਮ੍ਰਿਤ ਬਾਣੀ ਦੀ ਧੁਨ ਦੇ ਨਾਲ ਤੇ ਗੋਪਾਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਹਿਰਦਾ ਵੀ ਮੋਹਿਆ ਜਾਂਦਾ ਹੈ। ਜਿਨ੍ਹਾਂ ਦੇ ਹਿਰਦੇ ਭੰਡਾਰ ਅੰਮ੍ਰਿਤ ਨਾਮ ਦੇ ਨਾਲ ਭਰੇ ਨੇ ਨਾ, ਜਦੋਂ ਪਿਆਰ ਦੇ ਨਾਲ ਜਪਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਤਿੰਨਾਂ ਦੇ ਮੁਖਾਰਬਿੰਦ ਤੋਂ ਗੁਰਬਾਣੀ ਸੁਣਦੇ ਹਨ। ਤਹ ਸਹਿਜ ਅਖਾਰੇ ਅਨੇਕ ਅਨੰਤਾ। ਉਹਨਾਂ ਦੀ ਸੰਗਤ ਦੇ ਵਿੱਚ ਸਹਿਜ ਸੁਭਾਵਕ ਹੀ ਅਖਾਰੇ ਦੀਵਾਨ ਸੱਜਦੇ ਨੇ। ਉੱਥੇ ਸੰਗਤ ਹੁੰਦੀ ਏ, ਕੀਰਤਨ ਹੁੰਦੇ ਨੇ, ਕਥਾ ਵਾਰਤਾ ਹੁੰਦੀਆਂ ਨੇ, ਗੁਰਬਾਣੀ ਦਾ ਵਾਰਤਾਲਾਪ ਹੁੰਦਾ ਹੈ। ਸਹਿਜ ਸਰੂਪ ਪਰਮੇਸ਼ਰ ਜੀ ਦੇ ਨਾਮ ਦੀ ਵਿਚਾਰ ਹੁੰਦੀ ਹੈ। ਸਹਿਜ ਗਿਆਨ ਸਰੂਪ ਪਰਮੇਸ਼ਰ ਜੀ ਦੇ ਨਾਮ ਨੂੰ ਵਿਚਾਰਿਆ ਜਾਂਦਾ ਹੈ। ਸਹਿਜ ਅਚੁੱਤ ਸਰੂਪ ਪਰਮੇਸ਼ਰ ਜੀ ਦਾ ਨਾਮ ਉੱਥੇ ਗਾਵਿਆ ਜਾਂਦਾ ਹੈ। ਅਨੇਕ ਜਗਿਆਸੂ ਉੱਥੇ ਆਉਂਦੇ ਨੇ ਜਿਹੜੇ ਸ਼੍ਰਵਣ ਮੰਨਣ ਕਰਨ ਵਾਲੇ ਨੇ, ਤੇ ਅਨੰਤਾ ਅਨੰਤ ਬੇਅੰਤ ਜਗਿਆਸੂ ਐਸੇ ਆਉਂਦੇ ਜਿਹੜੇ ਨਿਧਿਆਸਨ ਕਰਨ ਵਾਲੇ ਨੇ। ਇਸੇ ਪ੍ਰਕਾਰ ਅਨੇਕ ਜਗਿਆਸੂ ਆਉਂਦੇ ਨੇ ਸ਼੍ਰਵਣ ਮੰਨਣ ਤੇ ਨਿਧਿਆਸਨ ਕਰਨ ਵਾਲੇ।
ਅਨੰਤ ਜੀਵ ਸਤ ਸੰਗਤ ਵਿੱਚ ਐਸੇ ਨੇ ਜਿਹੜੇ ਸਵਰੂਪ ਰੂਪ ਦੀ ਪ੍ਰਾਪਤੀ ਕਰਕੇ ਵਾਹਿਗੁਰੂ ਜੀ ਦੀ ਅਭੇਦਤਾ ਦੇ ਆਨੰਦ ਨੂੰ ਮੰਨਣ ਵਾਲੇ ਹਨ। ਪਾਰ ਬ੍ਰਹਮ ਕੇ ਸੰਗੀ ਸੰਤਾ। ਗਰੀਬ ਨਿਵਾਜ ਐਸੇ ਮਹਾਪੁਰਸ਼ਾਂ ਦੀ ਵਡਿਆਈ ਹੋਰ ਬਖਸ਼ਿਸ਼ ਕਰਕੇ ਸਰਵਣ ਕਰਾਵਣਾ ਕਰੋ। ਬੜਾ ਸੁਖ ਮਿਲ ਰਿਹਾ ਮਨ ਨੂੰ, ਬੜਾ ਰਸ ਆ ਰਿਹਾ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ ਐਸੇ ਆਤਮ ਗਿਆਨੀ ਸੰਤ ਮਹਾਤਮਾ ਮਹਾਪੁਰਖ ਨਾਮ ਦੇ ਰਸੀਏ ਨੇ ਨਾ, ਉਹ ਪਾਰ ਬ੍ਰਹਮ ਦੇ ਹੀ ਸੰਗੀ ਸੰਤਾ, ਪਾਰ ਬ੍ਰਹਮ ਜੀ ਦੇ ਸੰਗੀ ਸਾਥੀ ਹੋ ਜਾਂਦੇ ਨੇ। ਸੰਤਾ ਸ਼ਾਂਤ ਆਤਮਾ ਵਾਲੇ। ਇਸੇ ਪ੍ਰਕਾਰ ਸੰਤਾ ਸੰਤਾ ਸੱਸਾ ਨੰਨਾ ਤੱਤਾ ਤਿੰਨਾਂ ਦਾ ਅੱਖਰ ਬਣੇਗਾ ਸਿਮਰਨ, ਨਿਮਰਤਾ, ਤਿਆਗ। ਵਿਕਾਰਾਂ ਦਾ ਤੇ ਮਾਇਆ ਦਾ ਤਿਆਗ ਕਰ ਦਿੰਦੇ ਨੇ। ਸਿਮਰਨ ਕਦੇ ਵਿਸਰਦਾ ਨਹੀਂ ਤੇ ਕਦੇ ਹੰਕਾਰੀ ਨਹੀਂ ਹੁੰਦੇ। ਅਸੀਂ ਨਾਮ ਦੇ ਰਸੀਆਂ ਸਦਾ ਨਿਮਰਤਾ ਧਾਰਨ ਕਰਕੇ ਰੱਖਦੇ ਨੇ। ਐਸੇ ਸਿਮਰਨ, ਨਿਮਰਤਾ ਤੇ ਤਿਆਗ ਵਾਲੇ ਜਿਹੜੇ ਸੰਤ ਮਹਾਤਮਾ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਉਹ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਸੰਗੀ ਸਾਥੀ ਬਣ ਜਾਂਦੇ ਨੇ। ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਿਰਾਰੀ ਰੇ, ਆਵਹੇ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਉਹ ਤੇ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਹੀ ਸੰਗੀ ਸਾਥੀ ਬਣ ਜਾਂਦੇ ਹਨ। ਹਰਖ ਅਨੰਤ ਸੋਗ ਨਹੀਂ ਬੀਆ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਹਰਖ ਸੋਗ ਨਹੀਂ ਹੁੰਦਾ। ਦੁਨਿਆਵੀ ਦਾਤ ਪ੍ਰਾਪਤ ਕਰਕੇ ਹਰਖ ਖੁਸ਼ੀ ਦੇ ਨਾਲ ਨੱਚਦੇ ਨਹੀਂ ਫਿਰਦੇ, ਤਾਂ ਦੁਨਿਆਵੀ ਟੋਟਾ ਘਾਟਾ ਪੈ ਜਾਵੇ ਤੇ ਰੋਂਦੇ ਨਹੀਂ ਫਿਰਦੇ। ਹਰਖ ਸੋਗ ਤੋਂ ਰਹਿਤ ਹੋ ਜਾਂਦੇ ਨੇ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਉਸ ਨੂੰ ਵਿਛੋੜਾ ਨਹੀਂ ਭਾਸਦਾ, ਸਦਾ ਆਨੰਦ ਅਵਸਥਾ ਦੇ ਵਿੱਚ ਹੀ ਰਹਿੰਦੇ ਹਨ। ਇਸ ਪ੍ਰਕਾਰ ਹਰਖ ਸੋਗ ਤੋਂ ਰਹਿਤ ਹੋ ਜਾਂਦੇ ਨੇ। ਫਿਰ ਪੜ੍ਹ ਦਿਓ ਜੀ। ਹਰਖ ਅਨੰਤ ਸੋਗ ਨਹੀਂ ਬੀਆ। ਸੋ ਸਦਾ ਹੀ ਅਨੰਤ ਅੰਤ ਜੋ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਦਾ ਆਨੰਦ ਮਾਣਦੇ ਨੇ। ਸੋਗ ਨਹੀਂ ਬੀਆ। ਸੋਗ ਤੋਂ ਭਾਵ ਹੈ ਚਿੰਤਾ, ਦੁੱਖ, ਝੋਰਾ। ਤੇ ਬੀਆ ਦਾ ਅਰਥ ਹੈ ਦੂਜਾ ਦਵੈਤ ਭਾਵਨਾ। ਦਵੈਤ ਭਾਵਨਾ ਵਿੱਚ ਲੱਗ ਕਰਕੇ ਕਦੇ ਝੁਰਦੇ ਨਹੀਂ। ਇੱਕ ਓੰਕਾਰ ਜੋ ਇੱਕ ਸਵਰੂਪ ਬ੍ਰਹਮ ਹੈ, ਉਸ ਦੀ ਹੀ ਏਕਤਾ ਦੇ ਆਨੰਦ ਨੂੰ ਮਾਣਦੇ ਹਨ। ਸੋ ਘਰ ਗੁਰੂ ਨਾਨਕ ਕਉ ਦੀਆ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ, ਐਸਾ ਸਵਰੂਪ ਰੂਪੀ ਘਰ, ਐਸਾ ਸਾਧ ਸੰਗਤ ਰੂਪੀ ਘਰ, ਐਸਾ ਸਤ ਸੰਗਤ ਰੂਪੀ ਘਰ, ਐਸਾ ਸੱਚਖੰਡ ਹਰਿਮੰਦਰ ਸਾਹਿਬ ਰੂਪੀ ਘਰ ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਚਖੰਡ ਰੂਪੀ ਘਰ ਸਾਨੂੰ ਨਾਨਕ ਕਹੋ ਭਾਵ ਸਾਨੂੰ ਗੁਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰਨਾ ਕੀਤਾ ਹੈ। ਨਾਨਕ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ। ਜਿੱਥੇ ਨਾ ਤੇ ਜਨਮ ਹੁੰਦਾ, ਨਾ ਬੁਢਾਪਾ ਆਉਂਦਾ ਤੇ ਨਾ ਹੀ ਕਦੇ ਮੌਤ ਹੁੰਦੀ ਹੈ। ਐਸਾ ਨਿਸ਼ਚਲ ਘਰ ਸਾ ਰੂਪ ਰੂਪੀ ਸਥਾਨ ਤੇ ਸੱਚਖੰਡ ਰੂਪੀ ਘਰ ਸਾਨੂੰ ਸਾਡੇ ਪੂਰੇ ਸਤਿਗੁਰੂ ਜੀ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਗੁਰੂ ਅੰਗਦ ਦੇਵ ਸਾਹਿਬ ਜੀ, ਕਿਰਪਾਲੂ ਸ੍ਰੀ ਗੁਰੂ ਅਮਰਦਾਸ ਜੀ ਤੇ ਕਿਰਪਾਲੂ ਸਤਿਗੁਰੂ ਪਿਤਾ ਗੁਰਦੇਵ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰਨਾ ਕੀਤਾ ਹੈ। ਤੇ ਪਿਆਰਿਓ, ਜਿਹੜੇ ਸਤਿਗੁਰਾਂ ਦੀ ਪਾਵਨ ਚਰਨਾਂ ਦੀ ਸ਼ਰਨ ਵਿਖੇ ਆ ਕਰਕੇ ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਕਮਾਉਂਦੇ ਨੇ, ਇਹ ਸਾਰੀਆਂ ਦਾਤਾਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਨੇ। ਉਹ ਫਿਰ ਜਾਣ ਲੈਂਦੇ ਨੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਕਿ ਅਗਰ ਅਗਮ ਰੂਪ ਪਰਮਾਤਮਾ ਜੀ ਦਾ ਹਿਰਦੇ ਦੇ ਅੰਦਰ ਨਿਵਾਸ ਹੈ। ਹਿਰਦੇ ਦੇ ਅੰਦਰ, ਸਭਨਾਂ ਦੇ ਹਿਰਦੇ ਦੇ ਅੰਦਰ ਜਾਣ ਕਰਕੇ, ਪਰਿਪੂਰਨ ਜਾਣ ਕਰਕੇ, ਗੁਰ ਕਿਰਪਾ ਦੇ ਨਾਲ ਸਦਾ ਸ਼ੁਕਰਾਨੇ ਦੇ ਅੰਦਰ ਰਹਿ ਕਰਕੇ ਸਿਮਰਨ ਕਰਦੇ ਨੇ। ਜੰਮਣ ਮਰਨ ਤੋਂ ਰਹਿਤ ਹੋ ਕਰਕੇ ਸਰੂਪ ਰੂਪ ਦੀ ਪ੍ਰਾਪਤੀ ਕਰਦੇ ਨੇ। ਇਹ ਪਾਵਨ ਉਪਦੇਸ਼ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਦੇ ਅੰਦਰ ਸੁਭਾਇਮਾਨ ਹੈ। ਸਤਿਗੁਰਾਂ ਜੀ ਦੇ ਪਾਵਨ ਗੁਰ ਇਤਿਹਾਸ ਦੀ ਵਿਚਾਰ, ਅੰਮ੍ਰਿਤ ਗੁਰਬਾਣੀ ਦੀ ਵਿਚਾਰ ਆਪ ਜੀ ਦੀ ਨਜ਼ਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਗੁਰਦੇਵ ਪਿਤਾ ਤਖਤਾਂ ਤੇ ਸੁਭਾਇਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸਮੂਹ ਸਮੁੱਚੀ ਸੰਗਤ ਬਖਸ਼ਣਯੋਗ ਹੈ ਜੀ। ਕਿਰਪਾ ਕਰਕੇ ਬਖਸ਼ ਲੈਣਾ। ਦਾਸ ਵੱਲੋਂ ਇੱਕ ਵਾਰ ਫਿਰ ਤੋਂ ਸਮੁੱਚੀ ਸੰਗਤ, ਸਿੱਖ ਜਗਤ ਤੇ ਕੁੱਲ ਸੰਸਾਰ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਪ੍ਰਕਾਸ਼ ਉਤਸਵ ਦੀਆਂ ਬੇਅੰਤ 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 ਵਧਾਈਆਂ। ਸਤਿਗੁਰੂ ਜੀ ਆਪਣੇ ਪ੍ਰਕਾਸ਼ ਪੁਰਬ ਤੇ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਜੋ ਪੜ੍ਹਿਆ ਹੈ, ਸਰਵਣ ਕੀਤਾ ਹੈ, ਕਥਨ ਕੀਤਾ ਹੈ, ਸਾਡੇ ਸਾਰਿਆਂ ਦੇ ਹਿਰਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਕੇ ਵਸਾ ਦੇਣ।
ਸਤਿਗੁਰੂ ਜੀ ਦੇ ਸਨਮੁਖ ਰਹਿੰਦਿਆਂ ਹੋਇਆਂ ਚਰਨਾਂ ਵਿਖੇ ਪ੍ਰਵਾਨ ਨਿਭ ਜਾਈਏ। ਸਿੱਖੀ ਕੇਸਾਂ ਸਵਾਸਾਂ ਦੇ ਨਾਲ ਬਾਣੀ ਬਾਣੇ ਦੇ ਵਿੱਚ ਰਹਿੰਦਿਆਂ ਹੋਇਆਂ ਨਿਭ ਜਾਵੇ। ਗਰੀਬ ਨਿਵਾਜ ਸਭਨਾਂ ਦੀਆਂ ਹਿਰਦੇ ਰੂਪੀ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦੇਣ। ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕਉ ਦੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्व मैं दुख पंजन गुणतास। हे संगी हे निरंकार हे निर्गुण सब टेक, हे गोबिंद हे गुण निधान जाकै सदा विवेक। हे अपरंपर हर हरे है पी होवन हार, हे संतः कै सदा संग निधारा आधार। हे ठाकुर हो दासरो मैं निर्गुण गुण नहीं कोय, नानक दीजै नाम दान राखो हिय परोय। आई प्रभ सरनागति कृपा निध दयाल, एक अखर हर मन बसत नानक होत निहाल। वाहिगुरु नाम जहाज है चढ़े सो उतर पार, जो सरदा कर सेव दे गुर पार उतारन हार। कथा निता प्रत होत है सुनो सो सिंह सो जान, नानक गुरु गोबिंद सिंह जी सदा कर कल्याण। नानक गुरु गोबिंद सिंह जी सदा कर कल्याण। वाहिगुरु जी का खालसा, वाहिगुरु जी की फतेह। गाज के जयकारा गजावे सो निहाल हो जावे। सत श्री अकाल। गुरबर अकाल देग तेग फतेह गुरु पंथ खालਸੇ ਦੀ ਚੜ੍ਹਦੀ ਕਲਾ ਰੱਖੀ। ਸੱਚੇ ਪਾਤਸ਼ਾਹ ਜੀ ਮਹਾਰਾਜ।